ਚੰਗੀ ਗੱਲ ਹੈ। ਇੱਕ ਹੋਰ ਇਸ ਨਾਲ ਸੰਬੰਧਿਤ ਮਹੱਤਵਪੂਰਨ ਗੱਲ ਸਾਹਮਣੇ ਆਈ ਆ ਕਿ ਇਸ ਵਾਰੀ ਇੰਡੀਪੈਂਡੈਂਟ ਜਿਹੜੇ ਕੰਟੈਸਟੈਂਟ ਨੇ ਜੀ ਉਹਨਾਂ ਨੇ ਬਹੁਤ ਹੀ ਵੱਡੀ ਗਿਣਤੀ ਵਿੱਚ ਜਿੱਤ ਹੋਈ ਆ। ਜਲੰਧਰ ਦੇ ਵਿੱਚ ਗੱਲ ਕਰੀਏ ਤਾਂ 54% ਇੰਡੀਪੈਂਡੈਂਟ ਜੇਤੂ ਰਹੇ ਨੇ ਜੀ ਇਹਨਾਂ ਇਲੈਕਸ਼ਨਸ ਦੇ ਵਿੱਚ। ਹਾਂਜੀ, ਇਸੇ ਤਰ੍ਹਾਂ ਮਾਨਸਾ ਸ਼ਹਿਰ ਦੀ ਇੱਕ ਨਗਰ ਪੰਚਾਇਤ ਹੈ ਜੀ ਜੋਗੋ, ਉਹਦੇ ਵਿੱਚ 13 ਵਿੱਚੋਂ 12 ਇੰਡੀਪੈਂਡੈਂਟ ਜਿੱਤੇ ਨੇ। ਸੋ ਇਹਦੇ ਕੀ ਮਾਇਨੇ ਲਗਾਏ ਜਾ ਸਕਦੇ ਨੇ? ਅਗਰ ਹਿਸਟਰੀ ਪੁਰਾਣੀ ਦੇਖਦੇ ਹਾਂ ਜੀ, ਮੈਨੂੰ ਜਿੱਥੇ ਤੱਕ ਯਾਦ ਹੈ ਕਿ ਇੱਕ ਸਮਾਂ ਸੀ ਜਦੋਂ ਜਿਹੜੀਆਂ ਪੰਚਾਇਤੀ ਇਲੈਕਸ਼ਨ ਸਨ ਜਾਂ ਜਿਹੜੀਆਂ ਸਿਵਿਕ ਇਲੈਕਸ਼ਨ ਸਨ ਜੀ, ਇਹਨਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਦਖਲਅੰਦਾਜ਼ੀ ਬਹੁਤ ਘੱਟ ਹੁੰਦੀ ਸੀ। ਬਿਲਕੁਲ। ਲੇਕਿਨ ਸਮੇਂ ਦੀ ਤਬਦੀਲੀ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਦਖਲਅੰਦਾਜ਼ੀ ਇਸ ਤੱਕ ਵੱਧ ਗਈ ਹੈ ਜਾਂ ਲੋਕਾਂ 'ਤੇ ਪ੍ਰਭਾਵ ਇਸ ਹੱਦ ਤੱਕ ਪੈਣ ਲੱਗ ਗਿਆ ਹੈ ਕਿ ਈਵਨ ਛੋਟੀ ਤੋਂ ਛੋਟੀ ਜਿਹੜੀ ਘਟਨਾ ਹੈ ਉਹਦੇ ਪਿੱਛੇ ਕਿਤੇ ਨਾ ਕਿਤੇ ਆ ਕੇ ਪੋਲੀਟਿਕਸ ਬਣ ਜਾਂਦੀ। ਲੇਕਿਨ ਆਜ਼ਾਦ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਜਿੱਤਣ ਦਾ ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਕਿਉਂਕਿ ਮੁਖਾਲਫਤ ਬਹੁਤ ਜ਼ਿਆਦਾ। ਹਾਂਜੀ, ਬਹੁਤ ਸਾਰੇ ਲੋਕ ਇਸ ਗੱਲ ਲਈ ਅਗਰ ਉਹ ਬੀਜੇਪੀ ਦੇ ਨਾਲ ਬਾਕੀ ਸਾਰੇ ਮੁੱਦਿਆਂ 'ਤੇ ਜੁੜੇ ਵੀ ਹੋਣ, ਲੇਕਿਨ ਇੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਢੁਕਵਾਂ ਮੌਕਾ ਨਹੀਂ ਹੈ, ਤੁਸੀਂ ਓਪਨਲੀ ਜਿਹੜਾ ਸ਼ੋਅ ਕਰੋ ਕਿ ਮੈਂ ਬੀਜੇਪੀ ਦਾ ਕੈਂਡੀਡੇਟ ਹਾਂ। ਕਿਸਾਨੀ ਅੰਦੋਲਨ ਦੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਕਿ ਸਰਕਾਰ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਪਾਉਣ ਦੇ ਲਈ ਹੁਣ ਅਸੀਂ ਟਰੈਕਟਰਾਂ ਅਤੇ ਟਰਾਲੀਆਂ ਦਾ ਜਿਹੜਾ ਮੂੰਹ ਆ ਉਹ ਵੈਸਟ ਬੰਗਾਲ ਵੱਲ ਨੂੰ ਮੋੜ ਸਕਦੇ ਹਾਂ, ਕਿਉਂਕਿ ਵੈਸਟ ਬੰਗਾਲ ਦੇ ਵਿੱਚ ਜਿਹੜੇ ਅਸੈਂਬਲੀ ਇਲੈਕਸ਼ਨ ਆਉਣ ਵਾਲੇ ਨੇ ਜੀ। ਸੋ ਕੀ ਇਹਦੇ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ? ਦੇਖੋ ਜੀ, ਇਹ ਸਾਰੇ ਟੈਕਟਿਕਸ ਨੇ ਜੀ। ਸਰਕਾਰ ਆਪਣੀ ਟੈਕਟਿਕਸ ਇਸਤੇਮਾਲ ਕਰਦੀ ਹੈ ਜੀ। ਕਈ ਵਾਰੀ ਕੋਈ ਟੈਕਟਿਕ ਵਰਕ ਕਰਦਾ, ਕਈ ਵਾਰੀ ਫੇਲ ਹੋ ਜਾਂਦਾ। ਬਿਲਕੁਲ। ਕਿਸਾਨਾਂ ਦੇ ਆਪਣੇ ਜਿਹੜੇ ਤਰੀਕੇ ਨੇ ਜਿਹਦੇ ਵਿੱਚ ਜਿਵੇਂ ਤੁਸੀਂ ਦੱਸਿਆ, ਕਿਉਂਕਿ ਬੀਜੇਪੀ ਦੀ ਜਿਹੜੀ ਇਸ ਵੇਲੇ ਤੱਕ ਸਾਰੀ ਤਾਕਤ ਹੈ, ਮੈਂ ਕਹਿ ਸਕਦਾ ਕਿ ਉਹ ਆਪਣੇ ਬੰਗਾਲ ਦੀ ਜਿਹੜੀ ਇਲੈਕਸ਼ਨ ਹੈ ਉਸ 'ਤੇ ਲੱਗੀ ਹੋਈ ਹੈ। ਔਰ ਮੈਨੂੰ ਵੈਸੇ ਕਈ ਵਾਰੀ ਮੈਂ ਥੋੜ੍ਹਾ ਜਿਹਾ ਮੈਂ ਵਿਸ਼ੇ ਤੋਂ ਹਟ ਕੇ ਗੱਲ ਕਰਨੀ ਚਾਹੁੰਦਾ। ਇਹ ਠੀਕ ਹੈ ਕਿ ਇਲੈਕਸ਼ਨ ਜਿੱਤਣਾ ਪੋਲੀਟੀਕਲ ਪਾਰਟੀ ਉਹਨਾਂ ਦਾ ਇੱਕ ਏਜੰਡਾ ਹੈ, ਇਲੈਕਸ਼ਨ ਜਿੱਤਣੀ ਚਾਹੁੰਦੇ ਨੇ। ਹਰ ਇੱਕ ਪਾਰਟੀ ਦਾ ਇਹ ਉਹਨਾਂ ਦਾ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕਰੀਏ, ਸਾਡਾ ਰਾਜ ਕਾਇਮ ਰਹੇ। ਬਿਲਕੁਲ। ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਇਹ ਸਾਲ ਦੇ 12 ਮਹੀਨੇ ਤੇ 7 ਦਿਨ ਇਲੈਕਸ਼ਨ ਮੋਡ ਦੇ ਵਿੱਚ ਰਹਿੰਦੀ ਹੈ। ਜਿਹੜਾ ਪੈਟਰੋਲ ਆ ਜੀ ਲਗਭਗ 29 ਰੁਪਏ ਸਾਨੂੰ ਬੇਸਿਕ ਪ੍ਰਾਈਸ ਮਿਲਦਾ ਹੈ ਜਦੋਂ ਅਸੀਂ ਪੈਟਰੋਲ ਖਰੀਦਦੇ। ਇਸੇ ਤਰ੍ਹਾਂ ਡੀਜ਼ਲ 30 ਰੁਪਏ ਦੇ ਲਗਭਗ। ਐਕਸਾਈਜ਼ ਡਿਊਟੀ ਇਹਨਾਂ ਦੇ ਉੱਪਰ ਜੀ ਇਹਨਾਂ ਦੀ ਕੀਮਤ ਤੋਂ ਡਬਲ ਆ। ਬਿਲਕੁਲ, ਲਗਭਗ 19। ਹਾਂਜੀ, ਸੋ 32 ਰੁਪਏ 98 ਪੈਸੇ ਲਗਭਗ 33 ਰੁਪਏ ਹੋ ਗਿਆ ਜੀ। ਤੇ 31 ਰੁਪਏ ਡੀਜ਼ਲ ਦੇ ਉੱਪਰ ਜਿਹੜਾ ਹੈ ਐਕਸਾਈਜ਼ ਡਿਊਟੀ ਲੱਗਦੀ ਹੈ। ਇਸੇ ਤਰ੍ਹਾਂ ਵੈਟ ਲਗਭਗ 20 ਰੁਪਏ ਪੈਟਰੋਲ ਤੇ ਡੀਜ਼ਲ ਤੇ 11 ਰੁਪਏ। ਸੋ ਇਹ ਕਾਫੀ ਜਿਹੜੇ ਅੰਕੜੇ ਨੇ ਇਹ ਸ਼ੋਅ ਕਰ ਰਹੇ ਨੇ ਕਿ ਲਗਾਤਾਰ ਜਿਹੜੀਆਂ ਕੀਮਤਾਂ ਵਿੱਚ ਵਾਧੇ ਹੋ ਰਹੇ ਆ। ਬਿਨਾਂ ਸ਼ੱਕ ਭਾਰਤ ਮੇਰਾ ਖਿਆਲ 80 ਤੋਂ 85% ਜਿਹੜਾ ਕੱਚਾ ਪਿਆ ਉਹਨੂੰ ਬਰਾਮਦ ਕਰਦਾ ਦੂਸਰੇ ਮੁਲਕਾਂ ਤੋਂ, ਖਾੜੀ ਦੇ ਮੁਲਕਾਂ ਤੋਂ। ਜਿਵੇਂ ਇੱਥੇ ਤੱਕ ਵੀ ਪਤਾ ਸੀ ਕਿਸੇ ਵੇਲੇ ਕੈਨੇਡਾ ਦੀ ਸਰਕਾਰ ਦੇ ਨਾਲ ਵੀ ਕੋਈ ਯਤਨ ਕੀਤਾ ਗਿਆ ਸੀ, ਲੇਕਿਨ ਉਸ ਵੇਲੇ ਨਹੀਂ ਕਰ ਸਕਿਆ। ਜਿਹੜੀ ਤੇਲ ਦੀਆਂ ਕੀਮਤਾਂ ਵਧਣ ਦੀ ਗੱਲ ਹੈ, ਇੱਕ ਮੁੱਦਾ ਹਰ ਮੁਲਕ ਦੇ ਵਿੱਚ ਸਰਕਾਰ ਜਿਹੜੀ ਹੈ ਟੈਕਸ ਲਗਾਉਂਦੀ ਹੈ, ਹਰ ਇੱਕ ਮੁਲਕ ਦੇ ਵਿੱਚ। ਜੀ, ਕਿੰਨਾ ਟੈਕਸ ਲਗਾਉਣਾ ਇਹ ਉਸ ਮੁਲਕ ਦੀ ਜਿਹੜੀ ਸਰਕਾਰ ਹੈ ਉਸ 'ਤੇ ਨਿਰਭਰ ਕਰਦੀ ਹੈ। ਅਗਰ ਅਸੀਂ ਕੈਨੇਡਾ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਦੇਖੀਏ ਗੈਸ ਕਾਫੀ ਠੀਕ, ਲੇਕਿਨ ਕੈਨੇਡਾ ਦੇ ਵਿੱਚ ਨਹੀਂ। ਕਈ ਵਾਰੀ ਸਾਡੇ ਅਸੀਂ ਅਲਬਰਟਾ ਦੇ ਵਿੱਚ ਦੇਖਦੇ ਹਾਂ, ਮਿੰਟਨ ਵਿੱਚ ਅਸੀਂ ਕਹਿੰਦੇ ਜੀ ਕਿ ਅਸੀਂ ਤੇ ਸਾਡਾ ਜਿਹੜਾ ਆਇਲ ਹੈ ਉਹ 'ਤੇ 30 ਰੁਪਏ ਬੈਰਲ ਹੈ। ਜਦੋਂ 30 ਹੁੰਦਾ ਸੀ, ਹੁਣ ਵੈਸੇ 60 ਹੈ, ਲੇਕਿਨ ਸਾਨੂੰ ਉਦੋਂ ਵੀ ਡਾਲਰ ਨੂੰ ਗੈਸ ਮਿਲਦੀ ਸੀ। ਲੇਕਿਨ ਉਹ ਸਰਕਾਰਾਂ ਦਾ ਇੱਕ ਟੈਕਸ ਲਾਉਣ ਦਾ ਤਰੀਕਾ ਹੈ ਕਿ ਕਿਸ ਸਰਕਾਰ ਨੇ, ਫੈਡਰਲ ਸਰਕਾਰ ਨੇ ਕਿੰਨਾ ਟੈਕਸ ਲਾਉਣਾ ਹੈ। ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਸਰਦਾਰ ਗੁਰਿੰਦਰ ਸਿੰਘ ਜੀ ਪਹੁੰਚ ਚੁੱਕੇ ਹਨ। ਇਹਨਾਂ ਦੇ ਨਾਲ ਅੱਜ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਨੀ ਆ। ਉਸ ਬਾਰੇ ਸੰਖੇਪ ਦੇ ਵਿੱਚ ਤੁਹਾਨੂੰ ਵੇਰਵਾ ਦੇ ਦਿੰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਟੈਕਸਸ ਅਮਰੀਕਾ ਦੇ ਸ਼ਹਿਰ ਦੇ ਵਿੱਚ ਬਰਫ਼ਬਾਰੀ ਦੇ ਕਰਕੇ ਕਾਫੀ ਲੋਕਾਂ ਨੂੰ ਦਿੱਕਤਾਂ ਮਹਿਸੂਸ ਹੋਈਆਂ, ਉਹ ਕੀ ਹਨ। ਫਿਰ ਅਲਬਰਟਾ ਸਰਕਾਰ ਜਿਹੜਾ ਅਗਲਾ ਫੇਸ ਹੈ ਵੈਕਸੀਨੇਸ਼ਨ ਦਾ ਉਹ ਸ਼ੁਰੂ ਕਰਨ ਜਾ ਰਹੀ ਆ,
ਉਸ ਦੀ ਡਿਟੇਲ ਵੀ ਸਾਂਝੀ ਕਰਾਂਗੇ। ਪੰਜਾਬ ਦੇ ਵਿੱਚ ਖੇਤੀਬਾੜੀ ਦੇ ਕਾਨੂੰਨਾਂ ਨੂੰ ਲੈ ਕੇ ਕੀ ਮਾਹੌਲ ਆ ਉਹ ਵੀ ਗੱਲਬਾਤ ਹੋਵੇਗੀ। ਇਸ ਦੇ ਨਾਲ ਨਨਕਾਣਾ ਸਾਹਿਬ ਦਾ ਜਿਹੜਾ ਜੱਥਾ ਸੀਗਾ ਉਸ ਨੂੰ ਪ੍ਰਵਾਨਗੀ ਦੇਣ ਤੋਂ ਕੇਂਦਰ ਸਰਕਾਰ ਨੇ ਨਾ ਕਰ ਦਿੱਤੀ ਹੈ ਅਤੇ ਹੋਰ ਵੀ ਕਾਫੀ ਅਹਿਮ ਮੁੱਦੇ ਨੇ ਜਿਨ੍ਹਾਂ ਉੱਪਰ ਗੱਲਬਾਤ ਅਸੀਂ ਅੱਜ ਗੁਰਿੰਦਰ ਸਿੰਘ ਜੀ ਨਾਲ ਕਰਾਂਗੇ। ਆਓ ਪਹਿਲਾਂ ਇਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਭਾਜੀ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਕਾਫੀ ਖਬਰਾਂ ਨੇ ਅੱਜ ਨੈਸ਼ਨਲ ਲੈਵਲ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ, ਔਰ ਕੁਝ ਆਪਾਂ ਭਾਰਤ ਦੇ ਬਾਬਤ ਵੀ ਗੱਲਬਾਤ ਕਰਾਂਗੇ। ਬਿਲਕੁਲ ਜੀ। ਸ਼ੁਰੂਆਤ ਕਰਦੇ ਹਾਂ ਅਮਰੀਕਾ ਦੀ ਇੱਕ ਕਾਫੀ ਵੱਡੀ ਸਟੇਟ ਆ ਟੈਕਸਸ। ਹਾਂਜੀ। ਪਿਛਲੇ ਕੁਝ ਦਿਨਾਂ ਵਿੱਚ ਤੁਸੀਂ ਨੋਟ ਕੀਤਾ ਹੋਵੇਗਾ ਉੱਥੇ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਆਈ, ਬਰਫ਼ਬਾਰੀ ਹੋਈ। ਹਾਂਜੀ। ਜਿਸ ਕਰਕੇ ਉੱਥੋਂ ਦੇ ਬਸ਼ਿੰਦਿਆਂ ਨੂੰ ਕਾਫੀ ਪਰੇਸ਼ਾਨੀਆਂ ਜਿਹੜੀਆਂ ਉਹ ਫੇਸ ਕਰਨੀਆਂ ਪਈਆਂ। ਸੋ ਕੀ ਸੀ ਇਹ ਸਾਰਾ ਮਸਲਾ? ਦੇਖੋ ਜੀ, ਟੈਕਸਸ ਵੈਸੇ ਤਾਂ ਸਦਰਨ ਸਟੇਟ ਹੈ ਜੀ, ਔਰ ਅਗਰ ਅਸੀਂ ਕਿਉਂਕਿ ਜਿਉਂ ਅਸੀਂ ਸਾਊਥ ਵਾਲੇ ਪਾਸੇ ਨੂੰ ਜਾਂਦੇ ਹਾਂ ਤੇ ਜਿਹੜਾ ਠੰਡ ਦਾ ਜਿਹੜਾ ਵੈਦਰ ਹੈ ਜੀ ਉਹ ਘਟਦਾ ਜਾਂਦਾ, ਬਹੁਤਾ ਗਰਮੀ ਵਾਲਾ ਮੌਸਮ ਉੱਥੇ ਰਹਿੰਦਾ। ਹਾਂਜੀ। ਔਰ ਦੂਜੀ ਗੱਲ ਮੈਂ ਇਹ ਦੱਸਦਾ ਕਿ ਟੈਕਸਸ ਅਸੀਂ ਅਲਬਰਟਾ ਦਾ, ਕਿਉਂਕਿ ਇੱਕ ਇਹਨੂੰ ਆਇਲ ਕੰਟਰੀ ਕਿਹਾ ਜਾਂਦਾ ਅਲਬਰਟਾ ਨੂੰ, ਤੇ ਅਲਬਰਟਾ ਦਾ ਬਹੁਤ ਵੱਡਾ ਜਿਹੜਾ ਤੇਲ ਦਾ ਹਿੱਸਾ ਹੈ ਉਹ ਟੈਕਸਸ ਦੇ ਵਿੱਚ ਹੀ ਰਿਫਾਈਨ ਹੋਣ ਜਾਂਦਾ ਹੈ। ਅੱਛਾ ਜੀ। ਰਿਫਾਈਨਰੀਆਂ ਜਿਹੜੀਆਂ ਨੇ ਤਕਰੀਬਨ 70-80% ਰਿਫਾਈਨਰੀਜ਼ ਟੈਕਸਸ ਦੇ ਵਿੱਚ ਨੇ। ਸੋ ਮੈਨੂੰ ਲੱਗਦਾ ਅਲਬਰਟਾ ਦਾ ਜਿਹੜਾ ਵੈਦਰ ਆ ਉਧਰ ਮੂਵ ਕਰ ਗਿਆ ਜੀ। ਹੋ ਸਕਦਾ ਹੈ ਜੀ। ਠੀਕ ਹੈ ਜੀ। ਲੇਕਿਨ ਮੈਨੂੰ ਇੱਦਾਂ ਲੱਗਦਾ ਜੀ ਕਿ ਜਿਹੜੀ ਕੁਦਰਤ ਹੈ ਨਾ ਜੀ, ਕੁਦਰਤ ਨੇ ਇਨਸਾਨ ਨੂੰ ਬਹੁਤ ਕੁਝ ਸਿਖਾਇਆ ਤੇ ਮੇਰਾ ਖਿਆਲ ਹੈ ਕੁਦਰਤ ਨੇ ਸਿਖਾਉਂਦਿਆਂ ਰਹਿਣਾ ਜੀ। ਇਹਦੇ ਹਰ ਇੱਕ ਵਿਅਕਤੀ ਆਪੋ ਆਪਣੇ ਇਹਦੇ ਮਤਲਬ ਕੱਢ ਸਕਦਾ ਹੈ। ਕਈ ਇਸ ਨੂੰ ਧਾਰਮਿਕ ਐਸਪੈਕਟ ਤੋਂ ਦੇਖ ਸਕਦੇ ਨੇ, ਕਈ ਇਸ ਨੂੰ ਵੈਸੇ ਜਿਹੜੀ ਇੱਕ ਹਿਊਮਨ ਜੋ ਤਬਦੀਲੀ ਹੈ ਉਸ ਨਜ਼ਰੀਏ ਨਾਲ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਅਨਯੂਜ਼ੂਅਲ ਵੈਦਰ ਪੈਟਰਨ ਟੈਕਸਸ ਦੇ ਵਿੱਚ ਹੋਇਆ, ਜਿਹਦੇ ਨਾਲ ਮਾਈਨਸ ਦੇ ਵਿੱਚ ਤਾਪਮਾਨ ਗਿਆ ਔਰ ਉਸ ਦੇ ਨਾਲ ਫਿਰ ਬਰਫ਼ਬਾਰੀ ਵੀ ਹੋਈ। ਬਿਲਕੁਲ। ਅਕਸਰ ਆਮ ਤੌਰ 'ਤੇ ਉੱਥੇ ਜਿਹੜਾ ਮੌਸਮ ਗਰਮ ਰਹਿੰਦਾ ਹੈ। ਹੁਣ ਜਿਹੜਾ ਅਗਰ ਅਸੀਂ ਇੱਥੇ ਦੀ ਗੱਲ ਕਰਦੇ ਹਾਂ ਅਲਬਰਟਾ ਦੀ, ਅਗਰ ਸਾਨੂੰ ਕੋਈ ਕਹੇ ਤਾਂ ਇੱਥੇ -10 ਜਾਂ 20 ਡਿਗਰੀ ਟੈਂਪਰੇਚਰ ਅਸੀਂ ਕਹਿੰਦੇ ਬੜੀ ਆਮ ਜਿਹੀ ਗੱਲ ਹੈ। ਖਾਸ ਕਰਕੇ ਹੁਣ ਅਸੀਂ ਚਲੋ ਅੱਜ ਅਸੀਂ +3 ਦੇ ਵਿੱਚ ਹਾਂ ਜੀ, ਲੇਕਿਨ ਅੱਜ ਤੋਂ 6-7 ਦਿਨ ਪਹਿਲਾਂ ਅਸੀਂ -30 ਤੇ ਸੀ ਜੀ, ਤੇ ਸਾਡਾ ਕੋਈ ਕੰਮਕਾਰ ਨਹੀਂ ਰੁਕਿਆ ਜੀ, ਕਿਉਂਕਿ ਸਾਡਾ ਜਿਹੜਾ ਸਿਸਟਮ ਹੈ, ਸਾਡਾ ਇਨਫਰਾਸਟ੍ਰਕਚਰ ਹੈ, ਉਹ ਇਸ ਹਿਸਾਬ ਦੇ ਨਾਲ ਡਿਵੈਲਪ ਕੀਤਾ ਹੈ ਕਿ ਅਸੀਂ ਉਸ ਤਾਪਮਾਨ ਦੇ ਵਿੱਚ, ਉਹੋ ਜਿਹੀ ਬਰਫ਼ਬਾਰੀ ਦੇ ਵਿੱਚ ਸਾਡੇ ਕੋਲ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਜਿਹੜਾ ਇੱਥੇ ਦਾ ਜੋ ਵੀ ਨਿਜ਼ਾਮ ਹੈ ਉਹਨਾਂ ਦੇ ਕੋਲ ਉਸ ਚੀਜ਼ ਦਾ ਪ੍ਰਬੰਧ ਹੈ ਜੀ। ਲੇਕਿਨ ਟੈਕਸਸ ਦੇ ਵਿੱਚ ਕਿਉਂਕਿ ਇਹ ਇੱਕ ਬਹੁਤ ਲੰਬੇ ਸਮੇਂ ਬਾਅਦ, ਇਹ ਕਹਿੰਦੇ ਨੇ ਕਿ 100 ਸਾਲ ਪਹਿਲਾਂ ਸ਼ਾਇਦ ਇਸ ਤਰ੍ਹਾਂ ਦਾ ਵੈਦਰ ਉੱਥੇ ਹੋਇਆ ਸੀ, ਲੇਕਿਨ ਇਹ ਅੰਕੜੇ ਦੱਸਦੇ ਨੇ। ਲੇਕਿਨ ਉੱਥੇ ਦਾ ਜੋ ਇਨਫਰਾਸਟ੍ਰਕਚਰ ਹੈ ਉਹ ਇਸ ਲਈ ਤਿਆਰ ਨਹੀਂ ਸੀ। ਬਿਲਕੁਲ। ਇੱਕ ਵੱਡਾ ਜਿਹੜਾ ਕਾਰਨ ਹੈ ਜਿਹਦੇ ਕਰਕੇ ਰੁਕਾਵਟ ਆਉਂਦੀ ਹੈ ਇਨਸਾਨ ਨੂੰ, ਐਨਰਜੀ ਜਿਹੜੀ ਹੈ, ਕਿਉਂਕਿ ਅਸੀਂ ਹਰ ਜਗ੍ਹਾ ਸਾਨੂੰ ਐਨਰਜੀ ਦੀ ਲੋੜ ਹੈ। ਬਿਲਕੁਲ। ਗੱਡੀ ਚਲਾਉਣੀ ਹੋਵੇ ਤੇਲ ਚਾਹੀਦਾ ਜੀ, ਸੈੱਲ ਫੋਨ ਚਲਾਉਣਾ ਹੋਵੇ ਬੈਟਰੀ ਚਾਹੀਦੀ ਹੈ, ਘਰ ਦੇ ਵਿੱਚ ਸਟੋਵ ਚਲਾਉਣਾ ਹੋਵੇ ਬਿਜਲੀ ਚਾਹੀਦੀ ਹੈ। ਕਿਉਂਕਿ ਬਿਜਲੀ ਜਿਹੜੀ ਹੈ ਜੀ, ਇਲੈਕਟ੍ਰਿਸਿਟੀ ਜਿਹੜੀ ਹੈ, ਇਹ ਇੱਕ ਸਭ ਤੋਂ ਵੱਡਾ ਇਨਸਾਨ ਦੇ ਪਾਸ ਐਨਰਜੀ ਦਾ ਸਰੋਤ ਹੈ। ਬਿਲਕੁਲ। ਜਦੋਂ ਇਹਦੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਨਾ, ਤੇ ਫਿਰ ਉਸ ਦੇ ਨਾਲ ਜਿਹੜੀਆਂ ਉਸਦੀਆਂ ਰੈਪਰੀਕੇਸ਼ਨਸ ਨੇ, ਜਿਹੜੀਆਂ ਉਸ ਦੇ ਨਾਲ ਸੰਬੰਧਿਤ ਚੀਜ਼ਾਂ ਨੇ, ਉਹਨਾਂ 'ਚ ਕਿਸ ਕਿਸਮ ਦੀ ਖੜੋਤ ਆ ਸਕਦੀ ਹੈ, ਇਸ ਦਾ ਅੰਦਾਜ਼ਾ ਹੁਣ ਜੋ ਟੈਕਸਸ ਦੇ ਵਿੱਚ ਹੋਇਆ ਇਸ ਤੋਂ ਸਹੀ ਅੰਦਾਜ਼ਾ। ਬਿਲਕੁਲ। ਜਨ ਜੀਵਨ ਜਿਹੜਾ ਠੱਪ ਹੋ ਚੁੱਕਿਆ ਵਾ। ਬਿਲਕੁਲ। ਜਿਸ ਦਿਨ ਉੱਥੇ ਬਰਫ਼ਬਾਰੀ ਹੋਈ ਆ, ਰੋਡ ਐਕਸੀਡੈਂਟ ਕਾਫੀ ਜ਼ਿਆਦਾ ਹੋਏ ਨੇ ਔਰ ਹੁਣ ਤੱਕ 69 ਲੋਕ ਜਿਹੜੇ ਨੇ ਜੀ ਉੱਥੇ ਮਰ ਚੁੱਕੇ ਨੇ। ਬਿਲਕੁਲ ਜੀ। ਔਰ ਜੇਕਰ ਗੱਲ ਕੀਤੀ ਜਾਵੇ ਬਿਜਲੀ ਦੀ, ਤੇ 4.7 ਮਿਲੀਅਨ ਲੋਕ ਨੇ ਜੀ ਜਿਹੜੇ ਕਿ ਬਿਜਲੀ ਦੇ ਕਰਕੇ ਪ੍ਰਭਾਵਿਤ ਹੋਏ ਨੇ। ਬਿਲਕੁਲ ਜੀ। ਔਰ ਬਿਜਲੀ ਦੀ ਹੁਣ ਦੇਖੋ ਨਾ ਜੀ, ਇਹ ਠੀਕ ਹੈ ਕਿ ਇੱਕ ਵੱਡਾ ਜਿਹੜਾ ਇੱਕ ਬਿਗ ਪੁਸ਼ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਰੀਨਿਊਏਬਲ એનર્ਜੀ ਜਿਹੜੀ ਹੈ, ਬਿਲਕੁਲ, ਉਸ ਤੋਂ ਅਸੀਂ ਕੋਲ ਤੋਂ ਜਾਂ ਤੇਲ ਤੋਂ ਅਸੀਂ ਦੂਰ ਜਾ ਸਕੀਏ ਤੇ ਅਸੀਂ ਰੀਨਿਊਏਬਲ ਰਿਸੋਰਸਿਸ ਜਿਹਦੇ ਵਿੱਚ ਸਨ ਹੈ, ਵਿੰਡ ਹੈ, ਇਹਨਾਂ ਨੂੰ ਇਸਤੇਮਾਲ ਕੀਤਾ ਜਾਵੇ। ਟੈਕਸਸ ਦੇ ਵਿੱਚ ਵਿੰਡ ਮਿਲਸ ਬਹੁਤ ਸਾਰੀਆਂ ਨੇ, ਬਹੁਤ ਸਾਰੀ એનર્ਜੀ ਵਿੰਡ ਮਿਲ ਤੋਂ ਜਨਰੇਟ ਹੁੰਦੀ ਸੀ। ਇਲੈਕਟ੍ਰਿਕ એનર્ਜੀ ਦੀ ਮੈਂ ਗੱਲ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਕਿ ਸ਼ਾਇਦ ਕਿਉਂਕਿ ਵਿੰਡ ਮਿਲਸ ਜਿਹੜੀਆਂ ਸਨ ਉਹਨਾਂ 'ਤੇ ਸਭ ਤੋਂ ਪਹਿਲਾਂ ਅਸਰ ਹੋਇਆ ਆਪਣੇ ਬਰਫ਼ਬਾਰੀ ਦਾ ਤੇ ਆਪਣੇ ਠੰਡੇ ਤਾਪਮਾਨ ਦਾ, ਉਹ ਫਰੀਜ਼ ਹੋ ਗਈਆਂ, ਉਹਨਾਂ ਨੇ ਕੰਮ ਕਰਨਾ ਬੰਦ ਕੀਤਾ। ਉਸ ਦੇ ਨਾਲ એનર્ਜੀ ਜਿਹੜੀ ਪ੍ਰੋਡਕਸ਼ਨ ਸੀ ਉਹ ਘਟ ਗਈ। ਲੇਕਿਨ ਕਹਿੰਦੇ ਨੇ ਕਿ ਉਸ ਤੋਂ ਵੀ ਜਿਹੜਾ ਵੱਧ ਅਸਰ ਹੋਇਆ ਉਹ ਕਿਉਂਕਿ ਉੱਥੇ ਗੈਸ ਪਾਵਰਡ ਜਿਹੜੇ ਨੇ ਪਾਵਰ ਪਲਾਂਟ ਨੇ ਉਹ ਬਹੁਤ ਜ਼ਿਆਦਾ ਨੇ। ਸੋ ਗੈਸ ਦੀਆਂ ਪਾਈਪਾਂ ਫਰੀਜ਼ ਹੋਣ ਦੇ ਨਾਲ ਉਹ ਜਿਹੜੇ, ਕਿਉਂਕਿ ਅਗਰ ਅਸੀਂ ਵਿੰਡ ਮਿਲ ਤੋਂ ਜਿਹੜੀ ਬਿਜਲੀ ਬਣਦੀ ਹੈ ਉਸ ਦੇ ਮੁਕਾਬਲਤਨ ਅਗਰ ਅਸੀਂ ਜਿਹੜੀ ਗੈਸ ਤੋਂ ਜਿਹੜੀ ਬਿਜਲੀ ਬਣਦੀ ਹੈ ਉਹ ਕਈ ਹਜ਼ਾਰ ਗੁਣਾ ਵੱਧ ਹੈ ਜੀ। ਸੋ
ਜਦੋਂ ਉਹਨਾਂ ਪਾਈਪਾਂ ਦੇ ਵਿੱਚ ਪ੍ਰੋਬਲਮ ਆਈ ਉਸ ਦੇ ਨਾਲ ਫਿਰ ਇੱਕ ਮੇਜਰ ਜਿਹੜਾ ਉਹਨਾਂ ਦਾ ਪ੍ਰੋਡਕਸ਼ਨ ਦਾ ਹਿੱਸਾ ਸੀ ਉਹ ਉਹਨਾਂ ਨੂੰ ਬੰਦ ਕਰਨਾ ਪਿਆ। ਅਤੇ ਦੂਜਾ ਉਲਟ ਅਸਰ ਇਹ ਹੋਇਆ ਕਿ ਇੱਕ ਇਨਸਾਨੀ, ਕਿਉਂਕਿ ਹੁਣ ਇਹ ਕਿ ਆਪਾਂ ਵੀ ਇੱਥੇ ਦੇਖੀਦਾ ਕਈ ਵਾਰੀ ਜਦੋਂ ਪਹਿਲੀ ਬਰਫ਼ਬਾਰੀ ਹੁੰਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਕਈ ਜਿਹੜੇ ਸੱਜਣ ਮੇਰੇ ਵਰਗੇ ਨੇ ਉਹ ਫਿਰ ਸ਼ਵਲ ਲੈਣ ਜਾਂਦੇ ਨੇ ਜੀ ਕਿ ਹੁਣ ਸ਼ਵਲ ਖਰੀਦ ਕੇ ਲਿਆਉਣੇ, ਬਿਲਕੁਲ, ਜਾਂ ਹੁਣ ਗਲਵਜ਼ ਲੈਂਦੇ ਆ ਜੀ। ਅਤੇ ਇਸੇ ਹੀ ਤਰ੍ਹਾਂ ਉੱਥੇ ਵੀ ਇਹ ਹੋਇਆ ਕਿ ਲੋਕਾਂ ਨੇ ਇੱਕ ਪਾਸੇ 'ਤੇ ਜਿਹੜੀ ਤੁਹਾਡੇ ਕੋਲ એનર્ਜੀ ਆ ਜਾਂ ਬਿਜਲੀ ਦੀ ਜਿਹੜੀ ਆ ਉਹਦੀ ਜਿਹੜੀ ਖਪਤ ਜਿਹੜੀ ਆ ਉਹ ਵਧਣ ਲੱਗ ਗਈ। ਬਿਲਕੁਲ, ਹਾਂਜੀ, ਲੋਕਾਂ ਨੇ ਹੀਟਰ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ, ਘਰਾਂ ਦੇ ਵਿੱਚ ਹੀਟ ਚਲਾਉਣ ਦੇ ਯਤਨ ਕੀਤੇ। ਜੀ। ਸੋ ਇਸ ਸਾਰੇ ਕੁਝ ਦੇ ਨਾਲ ਜਿਹੜੀ ਸਿਚੁਏਸ਼ਨ ਸੀ ਉਹ ਬਰਤੋਂ ਬਰਤਰ ਹੋ ਗਈ। ਬਿਲਕੁਲ। ਸੋ ਇਹ ਇੱਕ ਮੈਨੂੰ ਲੱਗਦਾ ਕਿ ਇਹ ਠੀਕ ਹੈ ਇਹ ਸਾਰਾ ਕੁਦਰਤ ਦਾ, ਕਿਉਂਕਿ ਅਗਰ ਇਹ ਠੀਕ ਹੈ ਕਿ ਜਿਹੜੇ ਸਾਡੇ ਮੌਸਮ ਦੇ ਵਿਗਿਆਨੀ ਨੇ ਇਹਦੇ ਬਾਰੇ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਪੇਸ਼ ਕਰਨਗੇ ਕਿ ਕਿਉਂ ਇਸ ਤਰ੍ਹਾਂ ਹੋਇਆ। ਇਹ ਕਲਾਈਮੇਟ ਚੇਂਜ ਦੇ ਨਾਲ ਵੀ ਜੋੜ ਰਹੇ ਨੇ। ਕਲਾਈਮੇਟ ਚੇਂਜ ਇੱਕ ਬਹੁਤ ਵੱਡੀ ਤੇ ਜਨਰਲ ਟਰਮ ਹੋ ਗਈ। ਜੀ, ਹਾਂਜੀ, ਇਸ ਨੂੰ ਅਸੀਂ ਅਕਸਰ ਹੀ ਇਸਤੇਮਾਲ ਕਰ ਲੈਂਦੇ ਕਿ ਠੀਕ ਹੈ ਜੀ ਐਲ ਨੀਨੋ ਇਫੈਕਟ ਹੈ, ਸਮੁੰਦਰ ਦੇ ਪਾਣੀ ਦਾ ਤਾਪਮਾਨ ਵੱਧ ਰਿਹਾ ਹੈ, ਉਹਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਜਾਂ ਇਸ ਤਰ੍ਹਾਂ ਦੀਆਂ ਮੌਸਮ ਦੀਆਂ ਤਬਦੀਲੀਆਂ ਨੇ ਵਧੇਰੇ ਹੋ ਰਹੀਆਂ ਨੇ ਜੀ। ਲੇਕਿਨ ਇਸ ਦੇ ਪਿੱਛੇ ਸਪੈਸੀਫਿਕ ਕੀ ਰੀਜ਼ਨ ਸਨ ਉਹਦੇ ਬਾਰੇ ਵੀ ਪਤਾ ਲੱਗੇਗਾ। ਲੇਕਿਨ ਫਿਲਹਾਲ ਮੈਨੂੰ ਲੱਗਦਾ ਕੁਦਰਤ ਨੇ ਇੱਕ ਹੋਰ ਇਨਸਾਨ ਨੂੰ, ਜਿਵੇਂ ਅਸੀਂ ਕਹਿੰਦੇ ਕਈ ਵਾਰੀ ਕੋਵਿਡ ਦਾ ਵੀ ਅਗਰ ਜਿਹੜੇ ਲੋਕ ਪੋਜ਼ਿਟਿਵਿਟੀ ਦੇਖਦੇ ਨੇ ਉਹ ਕਹਿੰਦੇ ਨੇ ਕਿ ਇਸ ਦੇ ਨਾਲ ਅਸੀਂ ਬਹੁਤ ਕੁਝ ਸਿੱਖਿਆ। ਤੇ ਇਹ ਵੀ ਮੈਨੂੰ ਲੱਗਦਾ ਟੈਕਸਸ ਦੇ ਵਿੱਚ ਜੋ ਕੁਝ ਹੋਇਆ ਇਹ ਕੁਦਰਤ ਨੇ ਕੋਈ ਨਾ ਕੋਈ ਜਿਹੜੀ ਇਨਸਾਨ ਦੀ ਜ਼ਾਤ ਹੈ ਇਹਨਾਂ ਨੂੰ ਕੋਈ ਨਾ ਕੋਈ ਸਿਖਾਉਣ ਦਾ ਯਤਨ ਕੀਤਾ ਜੀ। ਬਿਲਕੁਲ। ਔਰ ਜੋ ਬਾਈਡਨ ਸਾਹਿਬ ਜਿਹੜੇ ਨਵੇਂ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹ ਜਾਇਜ਼ਾ ਲੈਣ ਪਹੁੰਚੇ ਨੇ। ਹਾਂਜੀ, ਉਹ ਮੇਕ ਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਹਰੇਕ ਤਰ੍ਹਾਂ ਦੀ ਜਿਹੜੀ ਸੁਵਿਧਾ ਵਾ, ਖਾਸ ਕਰਕੇ ਖਾਣ ਪੀਣ ਦੀ, ਬਲੈਂਕਟਸ ਹੋ ਗਏ ਜਾਂ ਜਿਹੜੇ ਭੱਠੀਆਂ ਕਹਿ ਲਓ ਹੈ ਨਾ, ਜੋ ਮਤਲਬ ਉਹਨਾਂ ਨੂੰ ਫਿਊਲ ਵਗੈਰਾ ਚਾਹੀਦਾ ਵਾ ਫੂਡ ਕੁੱਕ ਕਰਨ ਦੇ ਲਈ, ਉਹ ਮੇਕ ਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਕਸਸ ਦੇ ਲੋਕਾਂ ਨੂੰ ਰਾਹਤ ਮਿਲੇ ਔਰ ਜੋ ਉਹਨਾਂ ਨੂੰ ਪਰੇਸ਼ਾਨੀਆਂ ਮਿਲ ਰਹੀਆਂ ਨੇ ਉਹਨਾਂ ਤੋਂ ਨਿਜਾਤ ਪਾਉਣ। ਬਿਲਕੁਲ ਜੀ, ਮੇਰਾ ਖਿਆਲ ਹੈ ਸ਼ਾਇਦ ਮੈਨੂੰ ਪਤਾ ਨਹੀਂ, ਤੁਸੀਂ ਸ਼ਾਇਦ ਉਸ ਵੇਲੇ ਨਾ ਕੈਨੇਡਾ ਵਿੱਚ ਹੋਵੋ ਜੀ, ਲੇਕਿਨ ਜਿਹੜਾ ਈਸਟਰਨ ਕੈਨੇਡਾ ਹੈ, ਓਨਟਾਰੀਓ ਸਾਈਡ ਹੈ, ਨਿਊਯਾਰਕ ਸਾਈਡ ਹੈ, ਕੈਨੇਡਾ ਤੇ ਅਮਰੀਕਾ ਦੀ ਮੈਂ ਗੱਲ ਕਰਦਾ, ਇੱਥੇ ਇੱਕ ਬਹੁਤ ਜ਼ਬਰਦਸਤ ਸਨੋ ਸਟੋਰਮ ਆਇਆ ਸੀ। ਉਸ ਨਾਲ ਗ੍ਰਿਡ ਫੇਲ ਹੋਏ ਸਨ। ਗ੍ਰਿਡ ਫੇਲ ਹੋਣ ਦੇ ਨਾਲ, ਜਦ ਮੈਂ ਗ੍ਰਿਡ ਫੇਲ ਦੀ ਗੱਲ ਕਰਦਾ ਮੈਂ ਫਿਰ ਬਿਜਲੀ ਦੀ ਗੱਲ ਕਰ ਰਿਹਾ ਕਿ ਜਿਹੜਾ ਗ੍ਰਿਡ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹ ਫੇਲ ਹੋਇਆ ਔਰ ਇੱਕ ਵੱਡਾ ਹਿੱਸਾ ਕੈਨੇਡਾ ਦਾ, ਜਿਹੜਾ ਈਸਟਰਨ ਕੈਨੇਡਾ ਦਾ, ਜਿਹਦੇ ਵਿੱਚ ਓਨਟਾਰੀਓ ਤੇ ਨਾਲ ਉਸ ਦੇ ਨਿਊਯਾਰਕ ਸਟੇਟ ਨੇ, ਉਹਨਾਂ ਦੇ ਵਿੱਚ ਜਿਹੜੀ ਬਿਜਲੀ ਹੈ ਤਕਰੀਬਨ 3-4 ਦਿਨ ਨਹੀਂ ਆਈ। ਤੇ ਉਸ ਵੇਲੇ ਇਹ ਵੀ ਹੋਇਆ ਸੀ ਕਿ ਕੁਝ ਜਿਹੜੇ ਲੋਕ, ਕਿਉਂਕਿ ਅਗਰ ਅਸੀਂ ਸਟੋਵ ਵੀ ਨਹੀਂ ਔਨ ਕਰ ਸਕਦੇ ਫਿਰ ਖਾਣਾ ਕਿਸ ਤਰ੍ਹਾਂ, ਗਰਾਜ ਦਾ ਡੋਰ ਖੋਲ੍ਹਣਾ ਮੁਸ਼ਕਿਲ ਹੋ ਜਾਂਦਾ। ਇਹ ਸਿੰਪਲ ਜੀ ਮੈਂ ਗੱਲ ਕਰ ਰਿਹਾ। ਲੇਕਿਨ ਉਸ ਵੇਲੇ ਵੀ ਕੁਝ ਲੋਕਾਂ ਨੇ ਆਪਣੇ ਘਰ ਦੀਆਂ ਜਿਹੜੀਆਂ ਫੈਂਸ ਸਨ ਉਹਨਾਂ ਦੀ ਲੱਕੜ ਦਾ ਇਸਤੇਮਾਲ ਆਪਣੇ ਕਰਕੇ ਤੇ ਓਪਨ ਜਿਹੜੀ ਆਪਣੀ ਕੁਕਿੰਗ ਕੀਤੀ, ਕੋਈ ਚਾਹ ਪਾਣੀ ਬਣਾਇਆ। ਸੋ ਇਸ ਤਰ੍ਹਾਂ ਦੇ ਫਿਰ ਇਨਸਾਨ ਜਦੋਂ ਇੱਦਾਂ ਦੀ ਕੋਈ ਤਰਾਸਦੀ ਆਉਂਦੀ ਹੈ ਤੇ ਫਿਰ ਇਨਸਾਨ ਕੁਝ ਨਾ ਕੁਝ ਹੋਰ ਪਾਸੇ ਨੂੰ ਹੱਥ ਮਾਰਦਾ ਜ਼ਰੂਰ ਹੈ। ਬਿਲਕੁਲ। ਅਗਲੀ ਖਬਰ ਆਪਾਂ ਜੀ ਅਲਬਰਟਾ ਸਰਕਾਰ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਇਹਦੇ ਉੱਪਰ। ਹਾਂਜੀ, ਜਿਹੜੇ ਸਾਡੇ ਪ੍ਰੀਮੀਅਰ ਨੇ ਜੇਸਨ ਕੈਨੀ, ਉਹਨਾਂ ਨੇ ਫਰਾਈਡੇ ਨੂੰ ਇੱਕ ਅਨਾਊਂਸਮੈਂਟ ਕੀਤੀ ਆ ਕਿ ਜਿਹੜਾ ਸਾਡਾ ਵੈਕਸੀਨੇਸ਼ਨ ਦਾ ਫੇਸ 1B ਉਹ ਸ਼ੁਰੂ ਕਰਨ ਜਾ ਰਹੇ ਨੇ ਬਹੁਤ ਜਲਦੀ। ਹਾਂਜੀ, ਉਹਨਾਂ ਨੇ ਡਾਟਾ ਸ਼ੇਅਰ ਕੀਤਾ ਕਿ ਫਰਵਰੀ 24 ਤੋਂ ਸ਼ੁਰੂ ਕਰ ਰਹੇ ਹਾਂ। ਜਿਨ੍ਹਾਂ ਅਲਬਰਟਨਸ ਦਾ ਜਨਮ 1946 ਜਾਂ ਇਸ ਤੋਂ ਪਹਿਲਾਂ ਹੋਇਆ, ਠੀਕ ਹੈ ਜੀ, ਉਹ ਸਾਰੇ ਹੀ ਉਹ ਐਲੀਜੀਬਲ ਨੇ, ਜਾਂ ਤੁਸੀਂ ਦੂਜੇ ਸ਼ਬਦਾਂ 'ਚ ਕਹਿ ਲਓ ਵੀ ਜਿਨ੍ਹਾਂ ਦੀ ਉਮਰ 75 ਸਾਲ ਹੋ ਚੁੱਕੀ ਆ, ਬਿਲਕੁਲ, ਜਾਂ ਇਸ ਤੋਂ ਉੱਪਰ ਹੈ। ਹਾਂਜੀ, ਔਰ ਨੇਟਿਵਸ ਨੂੰ ਥੋੜ੍ਹੀ ਜਿਹੀ ਇਹਦੇ ਵਿੱਚ ਢਿੱਲ ਦਿੱਤੀ ਗਈ ਆ, ਉਹਨਾਂ ਵਾਸਤੇ ਰੱਖਿਆ ਗਿਆ ਹੈ 65 ਸਾਲ ਦੀ ਉਮਰ। ਠੀਕ ਹੈ। ਸੋ ਉਹ ਆਪਣੀਆਂ ਅਪਾਇੰਟਮੈਂਟ ਜਿਹੜੀਆਂ ਨੇ ਜੀ ਬੁੱਕ ਕਰ ਸਕਦੇ ਨੇ, ਬਾਈ ਫੋਨ ਵੀ ਕਰ ਸਕਦੇ ਨੇ, ਔਨਲਾਈਨ ਵੀ ਕਰ ਸਕਦੇ ਨੇ। ਇਸ ਤੋਂ ਇਲਾਵਾ ਥੋੜ੍ਹਾ ਜਿਹਾ ਡਾਟਾ ਵੀ ਆ ਮੇਰੇ ਕੋਲ, ਮੈਂ ਸ਼ੇਅਰ ਕਰ ਦੇਣਾ ਤੁਹਾਡੇ ਨਾਲ ਕਿ ਫਰਵਰੀ 17 ਤੱਕ ਹੁਣ ਤੱਕ ਅਲਬਰਟਾ ਦੇ ਵਿੱਚ 1,55,000 ਦੇ ਕਰੀਬ ਵੈਕਸੀਨੇਸ਼ਨ ਜਿਹੜੀ ਹੈ ਜੀ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਠੀਕ ਹੈ ਜੀ। ਇਸ ਵਿੱਚੋਂ 58,674 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋਨੋਂ ਡੋਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾ ਚੁੱਕੀਆਂ ਨੇ। ਸੋ ਮੇਰੇ ਖਿਆਲ ਮੈਜੋਰਟੀ ਜਿਹੜੇ ਲੋਕਾਂ ਨੂੰ ਹੁਣ ਤੱਕ ਜਿਹੜੀਆਂ ਡੋਜ਼ਜ਼ ਆਪਣੇ ਲਗਾਈਆਂ ਜਾ ਚੁੱਕੀਆਂ ਨੇ ਜੀ, ਉਹ ਮੋਸਟਲੀ ਮੈਨੂੰ ਲੱਗਦਾ ਹੈ ਕਿ ਜਿਹੜੇ ਹੈਲਥ ਕੇਅਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਲੱਗੀਆਂ। ਬਿਲਕੁਲ ਬਿਲਕੁਲ। ਔਰ ਦੂਜੀ ਖਬਰ ਇਹ ਹੈ ਜੀ ਕਿ ਜਿਹੜੀ ਫਾਈਜ਼ਰ ਸਾਡੀ ਵੈਕਸੀਨ ਬਣਾਉਣ ਵਾਲੀ ਮੁੱਖ ਕੰਪਨੀ ਅਮਰੀਕਾ ਦੀ, ਹਾਂਜੀ, ਉਹਦੇ ਵੱਲੋਂ ਤਕਰੀਬਨ 46,000 ਜਿਹੜੀਆਂ ਡੋਸਸ ਨੇ ਅਲਬਰਟਾ ਨੂੰ ਇਸੇ ਹਫਤੇ ਮਿਲਣ ਜਾ ਰਹੀਆਂ ਨੇ। ਤੇ ਜਿਹੜਾ ਫੇਸ 2 ਹੈ ਜੀ ਉਹ ਅਪ੍ਰੈਲ ਦੇ ਵਿੱਚ ਸ਼ੁਰੂ ਹੋਣਾ ਵਾ। ਉਸ ਦੇ ਤਹਿਤ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ 1.8 ਮਿਲੀਅਨ ਲੋਕ ਜਿਹੜੇ ਨੇ ਉਹ ਕਵਰ ਕਰ ਲਏ ਜਾਣਗੇ। ਸੋ ਇਹ ਤੁਸੀਂ ਇਹ 1.8 ਮਿਲੀਅਨ ਸਮੁੱਚੇ ਕੈਨੇਡਾ ਦੀ ਗੱਲ ਹੈ ਕਿ ਅਲਬਰਟਾ ਦੀ ਗੱਲ ਕਰ ਰਹੇ ਹਾਂ? ਅਲਬਰਟਾ ਦੀ ਗੱਲ, ਹਾਂਜੀ।
ਦੇਖੋ ਜੀ ਬੜੀ ਚੰਗੀ ਖਬਰ ਹੈ। ਜੀ। ਅਗਰ 1.8 ਮਿਲੀਅਨ ਦੀ ਗੱਲ ਹੋ ਰਹੀ ਹੈ, ਮੇਰੇ ਖਿਆਲ ਅਸੀਂ ਸ਼ਾਇਦ 3.5 ਤੋਂ 4 ਮਿਲੀਅਨ ਦੇ ਵਿੱਚ ਜਿਹੜੀ ਅਲਬਰਟਾ ਦੀ ਆਬਾਦੀ ਹੋ ਸਕਦੀ ਹੈ। ਮੈਂ ਸੋ 70% ਜਿਹੜੀ ਹੈ ਕਵਰ ਕਰ ਲਾਂਗੇ। ਸੋ 70% ਜਿਹੜੀ ਕਵਰ ਹੋ ਜਾਏ ਤੇ ਮੇਰਾ ਖਿਆਲ ਬੜੀ ਚੰਗੀ ਗੱਲ ਹੈ। ਔਰ ਦੂਜੀ ਗੱਲ ਮੈਨੂੰ ਲੱਗਦਾ ਹੈ ਕਿ ਜਿਹੜੀ ਆਪਣੇ ਸਾਡੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੂੰ ਇੱਕ ਵੇਲੇ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਮੁਸ਼ਕਲ ਆ ਰਹੀ ਹੈ ਵੈਕਸੀਨ, ਕਿਉਂਕਿ ਜਿਹੜੀਆਂ 2 ਕੰਪਨੀਆਂ ਜਿਹੜੀਆਂ ਅਪਰੂਵ ਕੀਤੀਆਂ ਸੀ ਕੈਨੇਡਾ ਨੇ, ਮੋਡਰਨਾ ਐਂਡ ਫਾਈਜ਼ਰ ਜੀ, ਲੇਕਿਨ ਉਹਨਾਂ ਵੱਲੋਂ ਥੋੜ੍ਹਾ ਜਿਹਾ ਦੇਰੀ ਕੀਤੀ ਗਈ ਸੀ। ਲੇਕਿਨ ਫਿਰ ਉਹਨਾਂ ਨੇ ਆਪਣੀ ਚਾਰਾਜੋਈ ਕੁਝ ਕੀਤੀ ਜੀ। ਉਹਨਾਂ ਨੇ ਆਪਣੇ ਮੋਦੀ ਸਾਹਿਬ ਨੂੰ ਵੀ ਫੋਨ ਕੀਤਾ, ਬਿਲਕੁਲ ਉਹਨਾਂ ਨੇ ਪਤਾ ਨਹੀਂ ਕਿੰਨਾ ਪ੍ਰੋਮਿਸ ਕੀਤਾ ਹੈ। ਲੇਕਿਨ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਥੋੜ੍ਹਾ ਜਿਹਾ ਉਹਨਾਂ ਦਾ ਇੱਕ ਡਿਪਲੋਮੈਟਿਕ ਵੀ ਕੋਈ ਉਹਨਾਂ ਦੀ ਕੋਈ ਕੂਟਨੀਤਿਕ ਤਰੀਕਾ ਹੋ ਸਕਦਾ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜਿਸ ਦਿਨ ਤੋਂ ਇਹ ਖਬਰ ਜਿਹੜੀ ਹੈ ਇਹ ਦੁਨੀਆ ਦੇ ਵਿੱਚ ਸਾਹਮਣੇ ਆਈ ਹੈ ਕਿ ਟਰੂਡੋ ਸਾਹਿਬ ਜਿਹੜਾ ਕੈਨੇਡਾ ਹੈ ਇੰਡੀਆ ਤੋਂ ਵੈਕਸੀਨ ਲੈਣ ਦੀ ਕੋਸ਼ਿਸ਼ ਕਰ ਰਿਹਾ, ਉਸ ਤੋਂ ਬਾਅਦ ਜਿਹੜੀਆਂ 2 ਆਪਣੇ ਮੌਜੂਦਾ ਕੰਪਨੀਆਂ ਜਿਨ੍ਹਾਂ ਤੋਂ ਆਲਰੇਡੀ ਅਪਰੂਵ ਹੋ ਗਈ ਹੈ, ਉਹਨਾਂ ਨੇ ਮੈਨੂੰ ਲੱਗਦਾ ਬੜੀ ਸ਼ਿੱਦਤ ਦੇ ਨਾਲ ਉਹ ਕਹਿ ਰਹੇ ਨੇ ਕਿ ਨਹੀਂ ਜੀ ਅਸੀਂ ਵੀ ਸਪਲਾਈ ਹੁਣ ਟਾਈਮ ਦੇ ਨਾਲ ਦੇਣ ਦਾ ਪੂਰਾ ਯਤਨ ਕਰਾਂਗੇ। ਉਹਨਾਂ ਨੂੰ ਲੱਗਦਾ ਸੀ ਵੀ ਸਾਡਾ ਗਾਹਕ ਖੁੱਸ ਰਿਹਾ ਹੋ ਸਕਦਾ ਜੀ, ਕਿਉਂਕਿ ਗੱਲ ਇਹ ਹੈ ਜੀ ਕਿ ਵੈਕਸੀਨ ਆਫਟਰ ਆਲ ਜਿਹੜੀ ਚੀਜ਼ ਦੀ ਜਦੋਂ ਡਿਮਾਂਡ ਹੈ ਉਦੋਂ ਹੀ ਵੇਚਣ ਦਾ ਫਾਇਦਾ ਹੈ ਜੀ। ਬਿਲਕੁਲ ਜੀ, ਬਿਲਕੁਲ। ਅਗਰ ਸਮੇਂ ਸਿਰ ਤੁਸੀਂ ਆਪਣੇ ਕਿਸੇ ਕਸਟਮਰ ਨੂੰ ਖਰਾਬ ਕਰਦੇ ਹੋ ਤਾਂ ਮੇਰੇ ਖਿਆਲ ਫਿਊਚਰ ਲਈ ਵੀ ਚੰਗਾ ਨਹੀਂ। ਔਰ ਜਿਹੜੇ ਸਾਡੇ ਫੈਡਰਲ ਗਵਰਨਮੈਂਟ ਹੈ ਜੀ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਪਿਛਲੇ ਦਿਨੀ ਇੱਕ ਅਨਾਉਂਸਮੈਂਟ ਕੀਤੀ ਆ ਕਿ ਜਿਹੜੀਆਂ 3 ਹੋਰ ਕੰਪਨੀਆਂ ਨੇ, ਨੋਵਾਵੈਕਸ ਆ, ਉਹਦੇ ਵਿੱਚੋਂ ਐਸਟਰਾਜੋਨਿਕਾ ਐਂਡ ਜੌਨਸਨ, ਬਿਲਕੁਲ, ਜੇਕਰ ਇਹ ਵੀ ਅਪਰੂਵ ਹੋ ਜਾਂਦੀਆਂ ਨੇ ਹੈਲਥ ਕੈਨੇਡਾ ਵੱਲੋਂ, ਤੇ ਜੂਨ ਦੇ ਅੰਤ ਤੱਕ ਲਗਭਗ 25 ਮਿਲੀਅਨ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਜੀ ਉਹ ਮੁਕੰਮਲ ਕਰ ਲਈ ਜਾਵੇਗੀ। ਇਹ ਵੀ ਇੱਕ ਚੰਗੀ ਖਬਰ ਲੱਗ ਰਹੀ ਹੈ। ਬਿਲਕੁਲ ਜੀ, ਚੰਗੀ ਖਬਰ ਹੈ। ਔਰ ਬਿਨਾਂ ਸ਼ੱਕ ਮੈਂ ਥੋੜ੍ਹਾ ਜਿਹਾ, ਚਲੋ ਮੈਂ ਕਿਸੇ ਇਹਦੇ ਵਿੱਚ ਕੋਈ ਕ੍ਰਿਟਿਸਿਜ਼ਮ ਦੀ ਗੱਲ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਇਹ ਹੁਣ ਸ਼ਾਇਦ ਕੈਨੇਡਾ ਸਰਕਾਰ ਨੇ ਥੋੜ੍ਹੀ ਜਿਹੀ ਇਸ ਦੇ ਵਿੱਚ ਦੇਰੀ ਕੀਤੀ ਹੈ, ਕਿਉਂਕਿ ਤੁਹਾਨੂੰ ਜਿਹੜਾ ਡਾਇਵਰਸੀਫਿਕੇਸ਼ਨ ਹੈ ਨਾ, ਤੁਹਾਨੂੰ 1 ਜਾਂ 2 ਸਰੋਤ 'ਤੇ ਜਿਹੜਾ ਨਿਰਭਰ ਨਹੀਂ ਬਹੁਤਾ ਕਰਨਾ ਚਾਹੀਦਾ। ਤੁਹਾਨੂੰ ਥੋੜ੍ਹਾ ਜਿਹਾ ਆਪਣੀਆਂ ਜਿਹੜੀਆਂ ਤੁਹਾਡੀਆਂ ਚੋਇਸਿਸ ਨੇ ਉਹਨਾਂ ਦੇ ਵਿੱਚ ਜਿੰਨੀਆਂ ਤੁਹਾਡੇ ਕੋਲ ਵੱਧ ਚੋਇਸਿਸ ਹੋਣਗੀਆਂ ਤੁਹਾਨੂੰ ਉਨਾ ਫਾਇਦਾ ਵੱਧ ਹੈ। ਬਿਲਕੁਲ। ਸੋ ਹੋਪਫੁਲੀ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਇੱਕ ਦੁਨੀਆ ਦਾ ਡਿਵੈਲਪਡ ਮੁਲਕ ਹੈ ਜੀ, ਤੇ ਮੇਰਾ ਖਿਆਲ ਹੈ ਕਿ ਦੁਨੀਆ ਦੇ ਲੋਕ ਉਮੀਦ ਵੀ ਕਰਦੇ ਨੇ ਕਿ ਇੱਥੇ ਜਿਹੜੀ ਵੈਕਸੀਨ ਹੈ ਲੋਕਾਂ ਨੂੰ ਜਲਦੀ ਤੋਂ ਜਲਦ ਲੱਗੇ, ਤੇ ਬਾਕੀ ਜਿਹੜੇ ਸਾਡੇ ਬਿਜ਼ਨਸ ਨੇ, ਸਮਾਲ ਬਿਜ਼ਨਸ ਜਾਂ ਵੱਡੇ ਵੀ ਨੇ, ਉਹ ਸਾਰੇ ਵੀ ਇਸ ਚੀਜ਼ ਨੂੰ ਬੜੀ ਉਤਸੁਕਤਾ ਦੇ ਨਾਲ ਦੇਖ ਰਹੇ ਨੇ ਕਿ ਇਹ ਸਾਰਾ ਕੁਝ ਨਾਰਮਲ ਹੋਵੇ ਤੇ ਸਾਰਾ ਕੁਝ ਆਮ ਵਾਂਗੂ ਚੱਲਣ ਲੱਗ ਪਵੇ। ਗੁਰਿੰਦਰ ਭਾਜੀ, ਇੱਕ ਸਮਾਂ ਜੀ ਬ੍ਰੇਕ ਦਾ ਹੋ ਚੁੱਕਿਆ। ਕਾਫੀ ਮੁੱਦੇ ਨੇ, ਭਾਰਤ ਨਾਲ ਰਿਲੇਟਡ ਗੱਲਬਾਤ ਵੀ ਕਰਨੀ ਹੈ, ਪੰਜਾਬ ਦੀ ਵੀ ਕਰਾਂਗੇ, ਔਰ ਅਲਬਰਟਾ ਦੇ ਕੁਝ ਮੁੱਦੇ ਉੱਪਰ ਵੀ ਗੱਲਬਾਤ ਕਰਾਂਗੇ। ਸੋ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਜੀ। ਠੀਕ ਹੈ। ਸੋ ਤੁਸੀਂ ਕਿਤੇ ਨਾ ਜਾਣਾ ਜੀ, ਪ੍ਰੋਗਰਾਮ ਐਡਮਿੰਟਨ ਡਾਇਰੀ ਦੇਖਦੇ ਰਹਿਣਾ। ਕਾਫੀ ਅਹਿਮ ਮੁੱਦਿਆਂ ਉੱਪਰ ਅਸੀਂ ਗੱਲਬਾਤ ਬ੍ਰੇਕ ਤੋਂ ਅਗਲੇ ਹਿੱਸੇ ਵਿੱਚ ਕਰਾਂਗੇ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ, ਅਮਰੀਕਾ ਦੀ ਗੱਲ ਕਰਨ ਤੋਂ ਬਾਅਦ, ਅਲਬਰਟਾ ਦੀ ਗੱਲਬਾਤ ਕਰਨ ਤੋਂ ਬਾਅਦ ਹੁਣ ਆਪਾਂ ਪੰਜਾਬ ਵੱਲ ਨੂੰ ਮੋੜਾ ਪਾਉਂਦੇ ਹਾਂ। ਠੀਕ ਹੈ। ਪੰਜਾਬ ਦੇ ਵਿੱਚ ਰੀਸੈਂਟਲੀ ਮਿਊਨਿਸਪਲ ਇਲੈਕਸ਼ਨਸ ਹੋ ਕੇ ਹਟੇ ਨੇ, ਉਹਨਾਂ ਨੂੰ ਆਪਾਂ ਅਰਬਨ ਲੋਕਲ ਬਾਡੀਜ਼ ਦੇ ਇਲੈਕਸ਼ਨ ਵੀ ਕਹਿ ਦਿੰਦੇ ਹਾਂ। ਬਿਲਕੁਲ ਜੀ। 14 ਫਰਵਰੀ ਨੂੰ ਇਲੈਕਸ਼ਨ ਹੋਏ ਨੇ ਜੀ। ਇਲੈਕਸ਼ਨ ਦੇ ਜਿਹੜੇ ਨਤੀਜੇ ਸੀ ਉਹ ਬਿਲਕੁਲ ਆਸ ਦੇ ਮੁਤਾਬਕ ਨਜ਼ਰ ਆਏ ਮੈਨੂੰ, ਕਿਉਂਕਿ ਅਕਸਰ ਜਦੋਂ ਵੀ ਮਿਊਨਿਸਪਲ ਇਲੈਕਸ਼ਨਸ ਹੁੰਦੇ ਨੇ ਜਾਂ ਪੰਚਾਇਤੀ ਚੋਣਾਂ ਹੁੰਦੀਆਂ ਨੇ, ਹਾਂਜੀ, ਨਤੀਜੇ ਜਿਹੜੇ ਨੇ ਉਹ ਸਰਕਾਰ ਦੇ ਹੱਕ ਵਿੱਚ, ਪੱਖ ਵਿੱਚ ਭੁਗਤਦੇ ਨੇ, ਕਿਉਂਕਿ ਸਰਕਾਰਾਂ ਆਪਣੀ ਜਿਹੜਾ ਗਵਰਨਮੈਂਟ ਮਸ਼ੀਨਰੀ ਆ ਉਸ ਦਾ ਖੂਬ ਇਸਤੇਮਾਲ ਕਰਦੇ ਨੇ, ਔਰ ਘੱਟ ਹੀ ਚਾਂਸ ਹੁੰਦੇ ਵੀ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਉਹ ਜੇਤੂ ਹੁੰਦੀਆਂ ਨੇ। ਹਾਂਜੀ, ਇਲਜ਼ਾਮ ਵੀ ਲੱਗੇ ਨੇ ਕਾਂਗਰਸ ਦੀ ਸਰਕਾਰ ਦੇ ਉੱਪਰ ਵੀ ਇਹਨਾਂ ਨੇ ਇਲੈਕਸ਼ਨਸ ਦੇ ਵਿੱਚ ਧਾਂਦਲੀਆਂ ਕੀਤੀਆਂ ਨੇ, ਬੂਥ ਕੈਪਚਰਿੰਗ ਹੋਈ ਹੈ, ਜਾਂ ਸਾਡੀਆਂ ਜਿਹੜੀਆਂ ਸਾਡੇ ਵੋਟਰ ਜਾਂ ਸਪੋਰਟਰ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ, ਜਾਂ ਉਹਨਾਂ ਨੂੰ ਵੋਟਾਂ ਪਾਉਣ ਨਹੀਂ ਦਿੱਤੀਆਂ ਗਈਆਂ। ਹਾਂਜੀ, ਸੋ ਕਾਫੀ ਗੱਲਾਂ ਬਾਤਾਂ ਨੇ, ਕੁਝ ਅੰਕੜੇ ਡਿਸਕਸ ਕਰ ਲੈਂਦੇ ਹਾਂ। ਇਸ ਤੋਂ ਬਾਅਦ ਖਬਰ ਦੇ ਪਿੱਛੇ ਦੀ ਖਬਰ ਵੀ ਆਪਾਂ ਤੁਹਾਡੇ ਤੋਂ ਜਾਣਦੇ ਹਾਂ। ਸੋ ਇਹ ਜੀ ਟੋਟਲ 117 ਬਾਡੀ ਸੀਗੀਆਂ ਜੀ, ਲੋਕਲ ਸੈਲਫ ਗਵਰਨਮੈਂਟਸ ਜਿਨ੍ਹਾਂ ਦੇ ਇਲੈਕਸ਼ਨਸ ਹੋਏ ਸੀ। ਹਾਂਜੀ, 8 ਉਹਨਾਂ ਦੇ ਵਿੱਚੋਂ ਮਿਊਨਿਸਪਲ ਕਾਰਪੋਰੇਸ਼ਨਸ ਨੇ ਔਰ 109 ਮਿਊਨਿਸਪਲ ਕਾਉਂਸਲਸ ਜਾਂ ਨਗਰ ਪੰਚਾਇਤ। ਠੀਕ ਹੈ ਜੀ। ਜੇਕਰ ਵੋਟਿੰਗ ਪਰਸੈਂਟੇਜ ਦੀ ਗੱਲ ਕੀਤੀ ਜਾਵੇ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਜੀ, ਇਸ ਵਾਰੀ 71.39 ਲਗਭਗ 72% ਜਿਹੜੀ ਆ ਉਹ ਵੋਟਿੰਗ ਦੱਸੀ ਜਾ ਰਹੀ ਆ ਇਹਨਾਂ ਇਲੈਕਸ਼ਨਸ ਦੇ ਵਿੱਚ। ਜੇਕਰ ਗੱਲ ਕੀਤੀ ਜਾਵੇ 2015 ਦੇ ਇਲੈਕਸ਼ਨਸ ਦੇ ਵਿੱਚ, ਉਦੋਂ 69% ਵੋਟਿੰਗ ਹੋਈ ਸੀ। ਹਾਂਜੀ, ਸੋ ਮੇਰਾ ਸਵਾਲ ਪਹਿਲਾਂ ਇਹ ਆ ਕਿ ਅੱਧਾ ਪੰਜਾਬ ਤੇ ਕਿਸਾਨੀ ਅੰਦੋਲਨ ਦੇ ਕਰਕੇ ਵੱਖ-ਵੱਖ ਬਾਰਡਰਾਂ ਦੇ ਉੱਪਰ ਬੈਠਾ ਹੋਇਆ, ਹਾਂਜੀ, ਤੇ ਇੰਨੀਆਂ ਵੋਟਾਂ ਕੌਣ ਪਾ ਗਿਆ ਜੀ?
ਦੇਖੋ ਇਹਦੇ ਬਾਰੇ ਸ਼ਾਇਦ ਕੋਈ ਬਹੁਤ ਕਿਸੇ ਛੋਟੀ ਦੇ ਨਾਲ ਕਹਿਣਾ ਮੁਸ਼ਕਲ ਹੈ ਜੀ, ਲੇਕਿਨ ਮੈਂ ਇੱਕ ਗੱਲ ਦਾ ਅੰਦਾਜ਼ਾ ਜ਼ਰੂਰ ਲਗਾ ਸਕਦਾ ਹੂੰ, ਕਿਉਂਕਿ ਬਿਨਾਂ ਸ਼ੱਕ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ, ਸਮੁੱਚਾ ਮਾਹੌਲ, ਭਾਵੇਂ ਇਲੈਕਸ਼ਨ ਹੋਵੇ ਜਾਂ ਨਾ ਇਲੈਕਸ਼ਨ ਹੋਵੇ, ਕਿਸਾਨੀ ਅੰਦੋਲਨ ਦੇ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਜੀ। ਇੱਕ ਨਾਰਮਲ ਵਿਅਕਤੀ ਦੀ ਜਿਹੜੀ ਸੋਚ ਆ ਉਹਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ ਹੈ ਉਸ ਦੀ ਉਸ ਦੀ ਸੋਚ ਉਸ 'ਤੇ ਭਾਰੂ ਹੈ ਜੀ, ਪ੍ਰਭਾਵਿਤ ਹੋਈ ਹੈ। ਹਾਂਜੀ, ਬਿਲਕੁਲ, ਪ੍ਰਭਾਵਿਤ ਹੋਈ ਹੈ। ਬਿਲਕੁਲ। ਸੋ ਦੂਜੀ ਗੱਲ ਇਹ ਹੈ ਕਿ ਨਤੀਜਿਆਂ ਤੋਂ ਇੰਝ ਲੱਗਦਾ ਹੈ ਕਿ ਜਿਹੜੀ ਆਪਣੀ ਭਾਰਤੀ ਜਨਤਾ ਪਾਰਟੀ ਹੈ ਉਸ ਨੂੰ ਇਸ ਦਾ ਕਾਫੀ ਝਟਕਾ ਲੱਗਿਆ। ਬਿਲਕੁਲ। ਈਵਨ ਭਾਰਤੀ ਜਨਤਾ ਪਾਰਟੀ ਦੇ ਆਪਣੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਨੇ ਇਹ ਗੱਲ ਮੰਨੀ ਹੈ। ਸੋ ਮੈਨੂੰ ਇੱਦਾਂ ਲੱਗਦਾ ਹੈ ਕਿ ਸ਼ਾਇਦ ਜਿਹੜੀ ਵੱਧ ਵੋਟਾਂ ਪੈਣ ਦੀ ਜਿਹੜੀ ਪਰਸੈਂਟੇਜ ਹੈ ਉਹਦਾ ਇੱਕ ਕਾਰਨ ਹੋ ਗਿਆ ਕਿ ਲੋਕਾਂ ਨੇ ਵੱਧ ਚੜ੍ਹ ਕੇ ਆਪਣੀ ਮੁਖਾਲਫਤ ਸ਼ੋਅ ਕੀਤੀ ਹੈ। ਇਹ ਕਾਰਨ ਹੋ ਸਕਦਾ ਹੈ ਜੀ। ਬਾਕੀ ਠੀਕ ਹੈ, 2% ਦਾ ਹੋ ਸਕਦਾ, ਮੌਸਮ ਦੀ ਵੀ ਗੱਲ ਹੋ ਸਕਦੀ। ਅੱਜ ਕੱਲ੍ਹ ਮੌਸਮ ਖੁਸ਼ਗਵਾਰ ਹੈ, ਥੋੜ੍ਹਾ ਜਿਹਾ ਕੋਈ ਕਾਰਨ ਹੋ ਸਕਦੇ ਨੇ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਹੈ ਚੰਗੀ ਗੱਲ। ਅਗਰ ਲੋਕ ਜਿਹੜੇ ਨੇ ਬਹੁ ਗਿਣਤੀ ਇਹਨਾਂ ਵੋਟਾਂ 'ਚ ਹਿੱਸਾ ਲੈਂਦੀ ਹੈ, ਇਹ ਚੰਗੀ ਗੱਲ ਹੈ ਜੀ। ਹਾਂਜੀ, ਇੱਕ ਹੋਰ ਇਸ ਨਾਲ ਸੰਬੰਧਿਤ ਮਹੱਤਵਪੂਰਨ ਗੱਲ ਸਾਹਮਣੇ ਆਈ ਆ ਕਿ ਇਸ ਵਾਰੀ ਇੰਡੀਪੈਂਡੈਂਟ ਜਿਹੜੇ ਕੰਟੈਸਟੈਂਟ ਨੇ ਜੀ, ਉਹਨਾਂ ਨੇ ਬਹੁਤ ਹੀ ਵੱਡੀ ਗਿਣਤੀ ਵਿੱਚ ਜਿੱਤ ਹੋਈ ਹੈ। ਜਲੰਧਰ ਦੇ ਵਿੱਚ ਗੱਲ ਕਰੀਏ ਤਾਂ 54% ਇੰਡੀਪੈਂਡੈਂਟ ਜੇਤੂ ਰਹੇ ਨੇ ਜੀ ਇਹਨਾਂ ਇਲੈਕਸ਼ਨਸ ਦੇ ਵਿੱਚ। ਹਾਂਜੀ। ਇਸੇ ਤਰ੍ਹਾਂ ਮਾਨਸਾ ਸ਼ਹਿਰ ਦੀ ਇੱਕ ਨਗਰ ਪੰਚਾਇਤ ਹੈ ਜੀ, ਜੋਗੋ, ਉਹਦੇ ਵਿੱਚ 13 ਵਿੱਚੋਂ 12 ਇੰਡੀਪੈਂਡੈਂਟ ਜਿੱਤੇ ਨੇ। ਸੋ ਇਹਦੇ ਕੀ ਮਾਇਨੇ ਲਗਾਏ ਜਾ ਸਕਦੇ ਨੇ? ਅਗਰ ਹਿਸਟਰੀ ਪੁਰਾਣੀ ਦੇਖਦੇ ਹਾਂ ਜੀ, ਮੈਨੂੰ ਜਿੱਥੇ ਤੱਕ ਯਾਦ ਹੈ ਕਿ ਇੱਕ ਸਮਾਂ ਸੀ ਜਦੋਂ ਜਿਹੜੀਆਂ ਪੰਚਾਇਤੀ ਇਲੈਕਸ਼ਨ ਸਨ ਜਾਂ ਜਿਹੜੀਆਂ ਸਿਵਿਕ ਇਲੈਕਸ਼ਨ ਸਨ ਜੀ, ਇਹਨਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਦਖਲਅੰਦਾਜ਼ੀ ਬਹੁਤ ਘੱਟ ਹੁੰਦੀ ਸੀ। ਬਿਲਕੁਲ। ਲੇਕਿਨ ਸਮੇਂ ਦੀ ਤਬਦੀਲੀ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਦਖਲਅੰਦਾਜ਼ੀ ਇਸ ਤੱਕ ਵੱਧ ਗਈ ਹੈ ਜਾਂ ਲੋਕਾਂ 'ਤੇ ਪ੍ਰਭਾਵ ਇਸ ਹੱਦ ਤੱਕ ਪੈਣ ਲੱਗ ਗਿਆ ਹੈ ਕਿ ਈਵਨ ਛੋਟੀ ਤੋਂ ਛੋਟੀ ਜਿਹੜੀ ਘਟਨਾ ਹੈ ਉਹਦੇ ਪਿੱਛੇ ਨੇ ਕਿਤੇ ਨਾ ਕਿਤੇ ਆ ਕੇ ਪੋਲੀਟਿਕਸ ਵੜ ਜਾਂਦੀ ਹੈ। ਬਿਲਕੁਲ। ਲੇਕਿਨ ਆਜ਼ਾਦ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਜਿੱਤਣ ਦਾ ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਕਿਉਂਕਿ ਮੁਖਾਲਫਤ ਬਹੁਤ ਜ਼ਿਆਦਾ ਹੈ। ਹਾਂਜੀ। ਬਹੁਤ ਸਾਰੇ ਲੋਕ ਇਸ ਗੱਲ ਦੀ, ਅਗਰ ਉਹ ਬੀਜੇਪੀ ਦੇ ਨਾਲ ਬਾਕੀ ਸਾਰੇ ਮੁੱਦਿਆਂ ਤੇ ਜੁੜੇ ਵੀ ਹੋਣ, ਲੇਕਿਨ ਇੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਢੁਕਵਾਂ ਮੌਕਾ ਨਹੀਂ ਹੈ, ਤੁਸੀਂ ਓਪਨਲੀ ਜਿਹੜਾ ਸ਼ੋਅ ਕਰੋ ਕਿ ਮੈਂ ਬੀਜੇਪੀ ਦਾ ਕੈਂਡੀਡੇਟ ਹਾਂ ਜੀ। ਤੇ ਮੇਰਾ ਖਿਆਲ ਹੈ ਕੋਈ ਪੋਲੀਟੀਕਲੀ ਕੋਈ ਇਸ ਤਰ੍ਹਾਂ ਕੋਈ ਲੋਕਾਂ ਨੂੰ ਪਾਰਟੀ ਦੇ ਵਿੱਚ ਕੋਈ ਟਿਕਟਾਂ ਦੇਣ ਦਾ ਸੰਵਿਧਾਨ ਵੀ ਨਹੀਂ ਹੈ ਕਿ ਪਾਰਟੀ ਨੇ ਫਲਾਣੇ ਵਿਅਕਤੀ ਨੂੰ ਟਿਕਟ ਦਿੱਤੀ ਹੈ। ਸੋ ਮੈਨੂੰ ਲੱਗਦਾ ਹੈ ਕਿ ਐਫੀਲੀਏਸ਼ਨ ਸ਼ੋਅ ਕਰਨ ਦੀ ਗੱਲ ਹੈ ਜੀ। ਦੂਜੀ, ਜਿਵੇਂ ਤੁਸੀਂ ਦੱਸਿਆ ਸੀ ਕਿ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਇਹਨਾਂ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਸ ਦੇ ਕੈਂਡੀਡੇਟ ਵੱਧ ਜਿੱਤਦੇ ਨੇ ਜੀ। ਤੇ ਮੈਨੂੰ ਨਹੀਂ ਲੱਗਦਾ ਕਿ ਉਹ ਕੈਂਡੀਡੇਟ ਆਫੀਸ਼ੀਅਲੀ ਉਹਨਾਂ ਦੇ ਕੋਲ ਕੋਈ ਉਸ ਪਾਰਟੀ ਦਾ ਕੋਈ ਉਹਨਾਂ ਦੇ ਕੋਲ ਆਇਡੈਂਟੀ ਕਾਰਡ ਹੁੰਦਾ ਹੈ ਕਿ ਮੈਂ ਕਾਂਗਰਸੀ ਹਾਂ ਜੀ, ਜਾਂ ਮੈਂ ਅਕਾਲੀ, ਜਾਂ ਮੈਂ ਬੀਜੇਪੀ ਹਾਂ। ਮੈਨੂੰ ਲੱਗਦਾ ਥੋੜ੍ਹਾ ਜਿਹਾ ਆਪਣੀ ਸਹੂਲੀਅਤ ਲਈ ਇੰਝ ਵੀ ਬੰਦਾ ਸੋਚ ਲੈਂਦਾ ਕਿ ਠੀਕ ਹੈ, ਅਗਰ ਮੈਂ ਇੱਥੇ ਦਾ ਕੌਂਸਲਰ ਬਣਨਾ ਹੈ ਤੇ ਅਗਰ ਮੈਂ ਪਾਰਟੀ ਨਾਲ ਅਟੈਚ ਹੋ ਜਾਵਾਂਗਾ ਤੇ ਮੇਰਾ ਥੋੜ੍ਹਾ ਜਿਹਾ ਜਿਹੜਾ ਸਮਾਂ ਉਸ ਕੰਮ ਕਰਾਉਣੇ ਸੌਖੇ ਹੋ ਜਾਣਗੇ। ਹਾਂਜੀ, ਅਗਰ ਕਿਤੇ ਸਰਕਾਰ ਇਨ ਦਾ ਮੀਨ ਟਾਈਮ ਬਦਲ ਜਾਂਦੀ ਹੈ ਤੇ ਮੇਰਾ ਖਿਆਲ ਉਹਨਾਂ ਨੂੰ ਆਪਣੀਆਂ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਉਹ ਤਬਦੀਲ ਕਰਨ ਦੇ ਵਿੱਚ ਕੋਈ ਬਹੁਤੀ ਮੁਸ਼ਕਲ ਨਹੀਂ ਆਉਂਦੀ। ਬਿਲਕੁਲ। ਇਸੇ ਤਰ੍ਹਾਂ ਜੀ ਗੱਲਬਾਤ ਕਰਦੇ ਹਾਂ ਕਿ ਜਿਹੜੀ ਕਾਂਗਰਸ ਨੂੰ ਆਪਾਂ ਜਿਵੇਂ ਗੱਲ ਕੀਤੀ ਵੀ ਹੁਣ ਜਾਂ ਫਿਰ ਜਿੱਤ ਮਿਲੀ ਆ। ਹਾਂਜੀ। ਜੇਕਰ ਟੋਟਲ ਗੱਲ ਕੀਤੀ ਜਾਵੇ ਮਿਊਨਿਸਪਲ ਵਾਰਡਸ ਦੀ ਤੇ 2165 ਵਾਰਡਸ ਦੇ ਵਿੱਚੋਂ ਲਗਭਗ 1400 ਵਾਰਡ ਵਿੱਚ ਜਿੱਤੂ ਰਹੀ ਹੈ ਜੀ ਕਾਂਗਰਸ। ਹਾਂਜੀ। ਜੇਕਰ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕੀਤੀ ਜਾਵੇ ਤੇ 8 ਦੇ ਵਿੱਚੋਂ 7 ਦੇ ਉੱਪਰ ਜਿੱਤ ਰਹੀ ਆ ਕਾਂਗਰਸ ਦੀ। ਹਾਂਜੀ। ਇੱਕ ਦੋ ਗੱਲਾਂ ਇਹਦੇ ਵਿੱਚ ਬੜੀਆਂ ਉੱਭਰ ਕੇ ਆਈਆਂ ਨੇ ਕਿ ਤੁਸੀਂ ਨੋਟ ਕੀਤਾ ਹੋਊਗਾ ਵੀ ਜਿੱਥੇ ਇਹ ਕਿਸਾਨੀ ਅੰਦੋਲਨ ਨੇ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕੀਤਾ, ਚੋਣਾਂ ਦੇ ਨਾਲ ਨਾਲ ਗੱਠਜੋੜਾਂ ਨੂੰ ਵੀ ਪ੍ਰਭਾਵਿਤ ਕੀਤਾ। ਠੀਕ ਹੈ ਜੀ। ਜਿਵੇਂ ਅਕਾਲੀਆਂ ਦਾ ਤੇ ਬੀਜੇਪੀ ਵਾਲਿਆਂ ਦਾ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ। ਹਾਂਜੀ। ਇਹਨਾਂ ਕਾਨੂੰਨਾਂ ਦੇ ਕਰਕੇ ਹੀ, ਇਸ ਐਜੀਟੇਸ਼ਨ ਦੇ ਕਰਕੇ ਹੀ ਉਹਨਾਂ ਦੇ ਵਿੱਚ ਤੋੜ ਵਿਛੋੜਾ ਵੀ ਪੈ ਗਿਆ। ਬਿਲਕੁਲ ਜੀ। ਔਰ ਹੁਣ ਉਹੀ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਹਰੇਕ ਚੀਜ਼ ਵਾਸਤੇ ਜ਼ਿੰਮੇਵਾਰ ਜਿਹੜੇ ਉਹ ਬੀਜੇਪੀ ਨੂੰ ਠਹਿਰਾ ਰਹੇ ਨੇ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਹੜਾ ਫਾਇਦਾ ਵਾ ਇਲੈਕਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਅਕਾਲੀਆਂ ਨੂੰ ਵੀ ਮਿਲ ਗਿਆ। ਅਕਾਲੀਆਂ ਨੂੰ ਫਾਇਦਾ ਦੇਖੋ, ਵੈਸੇ ਵੀ ਜਿਹੜੀਆਂ ਸਿਵਿਕ ਇਲੈਕਸ਼ਨ ਨੇ ਪੰਜਾਬ ਦੇ ਵਿੱਚ, ਕਿਉਂਕਿ ਬਹੁ ਗਿਣਤੀ ਜਿਹੜਾ ਵੋਟਰ ਹੈ ਹਾਂਜੀ ਉਹ ਸਿੱਖ ਵੋਟਰ ਨਹੀਂ ਹੈ। ਬਿਲਕੁਲ ਸਹੀ ਗੱਲ, ਉਹ ਹਿੰਦੂ ਵੋਟਰ ਹੈ। ਹਾਂਜੀ। ਤੇ ਅਕਾਲੀਆਂ ਨੂੰ ਵੈਸੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ। ਲੇਕਿਨ ਜਿਹੜੇ ਛੋਟੇ ਕਸਬੇ ਨੇ, ਜਿਹੜੇ ਪਿੰਡਾਂ ਦੇ ਨਾਲ ਲੱਗਦੇ ਨੇ ਜਾਂ ਜਿਨ੍ਹਾਂ ਦੇ ਆਲੇ ਦੁਆਲੇ ਪਿੰਡਾਂ ਦਾ ਘੇਰਾ ਕਾਫੀ, ਉੱਥੇ ਅਕਾਲੀ ਹੁੰਦੇ ਵੀ ਨੇ ਪ੍ਰਭਾਵਸ਼ਾਲੀ ਜੀ।
ਲੇਕਿਨ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਇਸ ਵਕਤ ਕਾਂਗਰਸ ਨੂੰ ਬਹੁਤ ਜ਼ਿਆਦਾ ਮੈਜੋਰਟੀ ਮਿਲੀ ਹੈ ਤੇ ਇਹਦੇ ਸ਼ਾਇਦ ਕੋਈ ਬਹੁਤ ਵੱਡੇ ਮੀਨਿੰਗ ਵੀ ਕੱਢੇ ਜਾ ਸਕਦੇ ਨੇ। ਸ਼ਾਇਦ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕੈਪਟਨ ਸਾਹਿਬ ਉਸੇ ਦਿਨ ਤੋਂ ਪੱਟਾਂ ਤੇ ਹੱਥ ਮਾਰ ਰਹੇ ਨੇ ਕਿ ਹੁਣ ਅਸੀਂ ਅਗਲੀ ਸਰਕਾਰ ਤੇ ਬਣਾ ਹੀ ਲੈਣੀ। ਬਿਲਕੁਲ ਜੀ, ਮੁੱਛਾਂ ਨੂੰ ਵੱਟ ਚਾੜ ਰਹੇ ਨੇ ਉਹ। ਬਿਲਕੁਲ ਜੀ। ਔਰ ਜਾਖੜ ਸਾਹਿਬ ਨੇ ਉਹਨਾਂ ਦੇ ਪੱਖ ਦੇ ਵਿੱਚ ਆਲਰੇਡੀ ਸਟੇਟਮੈਂਟ ਦੇ ਚੁੱਕੇ ਨੇ ਹਾਂਜੀ ਕਿ ਅਗਲੀ ਵਾਰ ਵੀ ਅਸੀਂ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਹੀ ਜਿਹੜੇ ਇਲੈਕਸ਼ਨ ਨੇ 2022 ਦੇ ਉਹ ਲੜਨ ਜਾ ਰਹੇ ਹਾਂ। ਦੇਖੋ ਮੈਂ ਵੈਸੇ ਇਸ ਗੱਲ ਨੂੰ ਬਹੁਤ ਜ਼ਿਆਦਾ ਵੇਟ ਹੀ ਨਹੀਂ ਦੇਵਾਂਗਾ ਜੀ, ਕਿਉਂਕਿ ਅਗਰ ਅਸੀਂ ਇੰਡੀਆ ਦੇ ਵਿੱਚ ਖਾਸ ਕਰਕੇ ਜਿਹੜਾ ਵੋਟਰਾਂ ਦਾ ਰੁਝਾਨ ਹੈ, ਜਿਹੜਾ ਵੋਟ ਪਾਉਣ ਵਾਲਾ ਹੈ, ਅਗਰ ਉਸ ਨੂੰ ਅਸੀਂ ਥੋੜ੍ਹੀ ਜਿਹੀ ਉਹਦੀ ਘੋਖ ਕਰੀਏ ਤੇ ਤੁਸੀਂ ਇਹ ਦੇਖੋ ਕਿ ਦਿੱਲੀ ਦੇ ਵਿੱਚ ਕੀ ਹੋ ਰਿਹਾ ਜੀ। ਪਿਛਲੇ 10 ਸਾਲ ਤੋਂ ਤੀਜੀ ਵਾਰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਹੈ, ਲੇਕਿਨ ਜਦੋਂ ਫੈਡਰਲ ਇਲੈਕਸ਼ਨ ਹੁੰਦੀਆਂ ਨੇ, ਜਦੋਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨ ਹੁੰਦੀਆਂ ਨੇ, ਉੱਥੇ ਆਮ ਆਦਮੀ ਪਾਰਟੀ ਦਾ ਇੱਕ ਵਿਅਕਤੀ ਨੂੰ ਵੀ ਜਿੱਤਣਾ ਮੁਸ਼ਕਲ ਹੋ ਜਾਂਦਾ ਹੈ। ਬਿਲਕੁਲ। ਲੇਕਿਨ ਜਿਹੜੀ ਸੂਬਾ ਸਰਕਾਰ ਹੈ ਉਹ ਬੜੇ ਆਰਾਮ ਦੇ ਨਾਲ ਬਣਾਈ ਜਾਂਦੀ ਹੈ। ਲੋਕਾਂ ਦਾ ਵੋਟ ਪਾਉਣ ਦਾ ਜਿਹੜਾ ਤਰਕ ਹੈ ਉਸ ਨੂੰ ਅਗਰ ਇਹ ਕਹੀਏ ਕਿ ਇਹ ਜਿਹੜੀਆਂ ਸਿਵਿਕ ਇਲੈਕਸ਼ਨ ਹੋਈਆਂ ਨੇ ਜਾਂ ਮਿਊਨਿਸਪਲ ਇਲੈਕਸ਼ਨ ਹੋਈਆਂ ਨੇ, ਇਹਨੂੰ ਦੇਖ ਕੇ ਤਾਂ ਫਿਰ ਕਾਂਗਰਸ ਨੂੰ ਵੋਟਾਂ ਪੈ ਜਾਣੀਆਂ ਨੇ। ਮੈਨੂੰ ਲੱਗਦਾ ਥੋੜ੍ਹਾ ਬਹੁਤਾ ਅਸਰ ਹੋ ਸਕਦਾ ਹੈ। ਹਾਂ, ਇਹ ਹੋ ਸਕਦਾ ਹੈ ਕਿ ਇੱਕ ਜਿਹੜਾ ਬੈਨੀਫਿਟ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬੈਡ ਫਰੋਮ ਦਾ ਵਰਸਟ, ਕਿ ਅਗਰ ਆਹ 3 ਕੈਂਡੀਡੇਟ ਨੇ, ਇਹਨਾਂ ਵਿੱਚੋਂ ਜਿਹੜਾ ਘੱਟ ਮਾੜਾ ਕੌਣ ਹੈ? ਅੰਨਿਆਂ ਚੋਂ ਕਾਣਾ ਰਾਜਾ। ਅੰਨਿਆਂ ਚੋਂ ਕਾਣਾ ਰਾਜਾ। ਅੰਨਿਆਂ ਤੋਂ ਕਾਣਾ ਰਾਜਾ ਅਗਰ ਚੁਣਨਾ ਹੋਵੇ ਤੇ ਫਿਰ ਸ਼ਾਇਦ ਕਿਸੇ ਪਾਰਟੀ ਦਾ ਵੀ ਦਾਅ ਲੱਗ ਸਕਦਾ, ਹੋ ਸਕਦਾ ਉਹ ਕਾਂਗਰਸ ਹੀ ਹੋਵੇ। ਲੇਕਿਨ ਇਹਨਾਂ ਇਲੈਕਸ਼ਨਾਂ ਦੇ ਜਿਹੜੇ ਰੁਝਾਨ ਨੇ, ਜਿਹੜੇ ਨਤੀਜੇ ਨੇ, ਉਹਨਾਂ ਤੋਂ ਕੋਈ ਬਹੁਤ ਵੱਡੀ ਜ਼ਿਆਦਾ ਕੈਲਕੂਲੇਸ਼ਨ ਕਰਨ ਦੀ ਮੈਨੂੰ ਲੱਗਦਾ ਇਹਦਾ ਕੋਈ ਫਾਇਦਾ ਨਹੀਂ। ਤੁਹਾਨੂੰ ਲੱਗਦਾ ਵੀ ਜਿਹੜੇ ਕੈਪਟਨ ਸਾਹਿਬ ਨੇ ਇਹ ਬਾਦਲ ਸਾਹਿਬ ਨੂੰ ਫੋਲੋ ਕਰਨ ਲੱਗ ਪਏ ਨੇ? ਕਿਉਂਕਿ ਬਾਦਲ ਸਾਹਿਬ ਵੀ ਹਰ ਇਲੈਕਸ਼ਨ 'ਚ ਕਹਿੰਦੇ ਹੁੰਦੇ ਸੀ ਵੀ ਮੇਰਾ ਇਹ ਇਲੈਕਸ਼ਨ ਆਖਰੀ ਇਲੈਕਸ਼ਨ ਆ, ਇਸ ਤੋਂ ਬਾਅਦ ਮੈਂ ਚੋਣਾਂ ਨਹੀਂ ਲੜਦੀਆਂ। ਤੇ ਪਿਛਲੇ ਚੋਣਾਂ ਦੇ ਵਿੱਚ ਕੈਪਟਨ ਸਾਹਿਬ ਵੀ ਕਹਿੰਦੇ ਸੀ ਕਿ ਮੈਨੂੰ ਆਖਰੀ ਮੌਕਾ ਦੇ ਦਿਓ, ਮੈਂ ਇਸੇ ਵਾਰੀ ਇਲੈਕਸ਼ਨਸ ਲੜੀਆਂ ਨੇ, ਤੇ ਹੁਣ ਉਹ ਦੁਬਾਰਾ ਇਲੈਕਸ਼ਨ ਲੜਨ ਲਈ ਤਿਆਰ ਬੈਠੇ ਨੇ ਜੀ। ਗੱਲ ਹੈ ਜੀ, ਬੜੇ ਬਿਲਕੁਲ ਉਹ ਜੋ ਤੁਸੀਂ ਕਹਿ ਰਹੇ ਹੋ, ਕਿਉਂਕਿ ਗੱਲ ਇਹ ਹੈ ਕਿ ਉਹਨਾਂ ਦਾ ਟੀਚਾ ਇੱਕੋ ਹੀ ਹੈ ਜੀ। ਟੀਚਾ ਸਿਰਫ ਕੁਰਸੀ ਜਾਂ ਰਾਜ ਕਰਨਾ ਹੈ, ਤੇ ਜਦੋਂ ਟੀਚਾ ਇੱਕ ਹੋਵੇ ਤਾਂ ਫਿਰ ਤਰੀਕਾ ਵੀ ਇੱਕ ਹੋ ਸਕਦਾ ਹੈ। ਸੱਤਾ ਦਾ ਮੋਹ ਜਿਹੜਾ ਜੀ ਉਹ ਬਿਲਕੁਲ ਜਾਣ ਨਹੀਂ ਦਿੰਦਾ ਕਿਤੇ ਨਾ ਕਿਤੇ। ਬਿਲਕੁਲ ਉਹ ਜਾਣ ਨਹੀਂ ਦਿੰਦਾ ਕਿਤੇ ਜੀ। ਔਰ ਤੁਸੀਂ ਹਰ ਵਾਰੀ ਕਿਉਂਕਿ ਜਿਹੜਾ ਵੋਟਰ ਹੈ ਹਾਂਜੀ, ਉਹਦੀ ਯਾਦ, ਇਹ ਆਮ ਕਿਹਾ ਜਾਂਦਾ ਹੈ ਯਾਦ ਸ਼ਕਤੀ ਘੱਟ ਹੈ, ਉਹ ਭੁੱਲ ਜਾਂਦੇ, ਜਲਦੀ ਭੁੱਲ ਜਾਂਦੇ। ਤੁਸੀਂ ਇਹ ਵੀ ਨੋਟ ਕਰ ਲਓ ਜੀ, ਅਕਾਲੀ ਦਲ ਦੇ ਲੀਡਰ ਜਦੋਂ ਇਹ ਬਰਗਾੜੀ ਵਾਲਾ ਕਾਂਡ ਹੋਇਆ ਸੀਗਾ, ਹਾਂਜੀ, ਉਸ ਟਾਈਮ ਤੇ ਜੀ ਇਹ ਪਬਲਿਕ ਵਿੱਚ ਜਾਣ ਤੋਂ ਡਰਦੇ ਸੀਗੇ। ਬਿਲਕੁਲ। ਹੁਣ ਉਹੀ ਅਕਾਲੀ ਲੀਡਰ ਨੇ ਵੱਡੀਆਂ ਕਾਨਫਰੰਸਿਸ, ਵੱਡੀਆਂ ਰੈਲੀਆਂ ਕਰ ਰਹੇ ਨੇ। ਦੇਖੋ ਜੀ, ਹੈਰਾਨਗੀ ਦੀ ਗੱਲ ਇਹ ਹੈ ਕਿ 26 ਜਨਵਰੀ ਨੂੰ ਜੋ ਘਟਨਾਕ੍ਰਮ ਦਿੱਲੀ ਦੇ ਵਿੱਚ ਹੋਇਆ ਜੀ, ਉਸ ਘਟਨਾਕ੍ਰਮ ਨੇ ਕਿਸਾਨੀ ਅੰਦੋਲਨ ਦਾ ਮੁਹਾਂਦਰਾ ਬਿਲਕੁਲ ਤਬਦੀਲ ਕਰ ਦਿੱਤਾ ਹੈ। ਬਿਲਕੁਲ। ਜਿਨ੍ਹਾਂ ਸਟੇਜਾਂ ਤੇ ਕਿਸੇ ਪੋਲੀਟੀਕਲ ਵਿਅਕਤੀ ਨੂੰ ਆਉਣ ਨਹੀਂ ਦਿੱਤਾ ਜਾਂਦਾ ਸੀ, ਲਾਗੇ ਨਹੀਂ ਖੜੇ ਹੋਣ ਦਿੱਤਾ ਜਾਂਦਾ ਸੀ, ਉਸ ਤੇ ਉਹਨਾਂ ਨੂੰ ਹੁਣ ਬੁਲਾਇਆ ਜਾਂਦਾ ਹੈ। ਹਾਂਜੀ, ਇਹਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਇਹ ਸਮਾਂ ਦੱਸੇਗਾ। ਲੇਕਿਨ ਬਿਨਾਂ ਸ਼ੱਕ ਜਿਹੜੀ ਰਾਜਨੀਤੀ ਹੈ ਇਹ ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਚੰਗੀ ਗੱਲ ਹੈ। ਡੈਮੋਕ੍ਰੈਟਿਕ ਵੈਲਿਊਜ਼ ਨੇ, ਲੋਕਾਂ ਨੂੰ ਇੰਟਰਸਟ ਲੈਣਾ ਚਾਹੀਦਾ ਇਲੈਕਸ਼ਨ ਦੇ ਵਿੱਚ ਆਪਣੇ। ਲੇਕਿਨ ਥੋੜ੍ਹਾ ਜਿਹਾ ਕਈ ਵਾਰ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਇੱਕ ਤੇ ਇਸ ਤਰ੍ਹਾਂ ਤਾਂ ਨਹੀਂ ਹੋ ਗਿਆ ਕਿ ਟੂ ਮੱਚ ਹੋ ਗਿਆ ਹੋਵੇ, ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਰਾਜਨੀਤੀ ਵੀ ਠੀਕ ਨਹੀਂ। ਬਿਲਕੁਲ ਸਹੀ ਗੱਲ। ਹਾਂਜੀ, ਬਾਕੀ ਸਮਾਂ ਦੱਸੇਗਾ ਜੀ। ਬਿਲਕੁਲ। ਇੱਕ ਹੋਰ ਅਹਿਮ ਗੱਲ ਜਿਹੜੀ ਹੈ ਜੀ ਉਹ ਬਾਹਰ ਆਈ ਹੈ ਇਨ ਇਲੈਕਸ਼ਨਸ ਤੋਂ, ਕਿ ਬਠਿੰਡਾ ਜਿਸ ਨੂੰ ਅਕਾਲੀਆਂ ਦਾ ਗੜ੍ਹ ਕਿਹਾ ਜਾਂਦਾ, ਹਾਂਜੀ, ਬਠਿੰਡੇ ਦੇ ਵਿੱਚ ਜੀ ਅਕਾਲੀ ਸਰਕਾਰ ਨੇ ਕੰਮ ਵੀ ਬਹੁਤ ਕਰਾਏ, ਡਿਵੈਲਪਮੈਂਟ ਵੀ ਕਾਫੀ ਕੀਤੀ, ਕਾਫੀ ਪ੍ਰੋਜੈਕਟਸ ਲਗਾਏ, ਯੂਨੀਵਰਸਿਟੀਆਂ ਲੈ ਕੇ ਆਏ ਉੱਥੇ। ਪਰ ਪਹਿਲੀ ਵਾਰ ਹੋਣ ਜਾ ਰਿਹਾ 53 ਸਾਲਾਂ ਤੋਂ ਬਾਅਦ ਕਾਂਗਰਸ ਦਾ ਮੇਅਰ ਬਣਨ ਜਾ ਰਿਹਾ ਜੀ ਉੱਥੇ। ਇਹ ਵੀ ਇੱਕ ਵੱਡੀ ਖਬਰ ਆ। ਬਿਲਕੁਲ ਜੀ। ਵੈਸੇ ਤਾਂ ਸਮੁੱਚਾ ਮਾਲਵਾ ਜਿਹੜਾ ਹੈ ਇਹ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ, ਲੇਕਿਨ ਬਠਿੰਡਾ ਤੁਸੀਂ ਕਹਿ ਸਕਦੇ ਜਿਵੇਂ ਖਾਸ ਕਰਕੇ ਅਗਰ ਬਾਦਲ ਪਰਿਵਾਰ ਜਿਹੜਾ ਹੈ ਪਿਛਲੇ 25 ਸਾਲ ਤੋਂ ਮੈਂ ਕਹਿ ਸਕਦਾ ਕਿ ਪੰਜਾਬ ਦੀ ਰਾਜਨੀਤੀ ਤੇ ਬਹੁਤ ਬੁਰੀ ਤਰ੍ਹਾਂ ਹਾਵੀ ਰਿਹਾ ਜੀ, ਤੇ ਉਹਦੇ ਕਰਕੇ ਜਿਵੇਂ ਤੁਸੀਂ ਦੱਸਿਆ ਕਿ ਬਠਿੰਡੇ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਹੈ। ਬਠਿੰਡੇ ਦੇ ਆਲੇ ਦੁਆਲੇ ਸਰਾਊਂਡਿੰਗ ਜਾਂ ਅਗਰ ਤੁਸੀਂ ਰੋਡ ਨੈਟਵਰਕ ਦੇਖੋ, ਹੋਰ ਸਾਰੀ ਡਿਵੈਲਪਮੈਂਟ ਦੇਖੋ ਤਾਂ ਕਾਫੀ ਹੋਈ ਹੈ। ਲੇਕਿਨ ਫਿਰ ਮੈਨੂੰ ਲੱਗਦਾ ਹੈ ਕਿ ਜਿਹੜੇ ਤੁਸੀਂ ਇਸ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਬਰਗਾੜੀ ਕਾਂਡ ਦਾ, ਹੁਣ ਕਿਸਾਨੀ ਅੰਦੋਲਨ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲ ਹੈ ਇਹਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਲੇਕਿਨ ਇਹ ਸਮਾਂ ਦੱਸੇਗਾ ਕਿ ਇਹਦੇ ਵਿੱਚ ਜਿਸ ਤਰ੍ਹਾਂ 25 ਜਨਵਰੀ ਤੋਂ ਬਾਅਦ ਮੋੜ ਆਇਆ ਆਪਣੇ ਕਿਸਾਨੀ ਅੰਦੋਲਨ ਦਾ, ਅਗਰ ਕੋਈ ਹੋਰ ਮੋੜ ਆਉਂਦਾ ਹੈ ਕੀ ਉਹ ਗੇਨ ਕਰਦੇ ਨੇ ਜਾਂ ਲੂਜ਼ ਕਰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਬਿਲਕੁਲ ਜੀ। ਤੇ ਇੱਥੇ ਜੀ ਬ੍ਰੇਕ ਦਾ ਇਸ਼ਾਰਾ ਹੋ ਚੁੱਕਿਆ, ਆਪਾਂ ਨੂੰ ਬ੍ਰੇਕ ਲੈ ਲਈਏ ਔਰ ਫਿਰ ਹੋਰ ਕਾਫੀ ਮੁੱਦੇ ਨੇ ਉਹਨਾਂ ਉੱਪਰ ਵੀ ਗੱਲਬਾਤ ਅਸੀਂ ਜਾਰੀ ਰੱਖਾਂਗੇ। ਔਰ ਤੁਸੀਂ ਕਿਤੇ ਨਾ ਜਾਣਾ ਜੀ, ਪ੍ਰੋਗਰਾਮ ਐਡਮਿੰਟਨ ਡਾਇਰੀ ਨਾਲ ਜੁੜੇ ਰਹਿਣਾ।
ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ। ਭਾਜੀ ਹੁਣ ਗੱਲਬਾਤ ਆਪਾਂ ਕਰਦੇ ਹਾਂ ਕਿਸਾਨੀ ਅੰਦੋਲਨ ਦੀ। ਸੋ ਤੁਹਾਡੇ ਕੋਲ ਕਿਸਾਨੀ ਅੰਦੋਲਨ ਬਾਰੇ ਕੀ ਅਪਡੇਟ ਹੈ ਜੀ? ਅਪਡੇਟ ਤਾਂ ਜੀ ਮੇਰੇ ਖਿਆਲ ਹਰ ਵਿਅਕਤੀ ਦੇ ਕੋਲ ਹੈ ਕੋਈ ਨਾ ਕੋਈ ਅਪਡੇਟ ਜੀ। ਬਿਲਕੁਲ ਸੋਸ਼ਲ ਮੀਡੀਆ ਸਾਰੇ ਫੋਲੋ ਕਰਦੇ ਨੇ ਜੀ। ਲੇਕਿਨ ਜਿਹੜਾ ਦੌਰ ਚੱਲ ਰਿਹਾ ਮੌਜੂਦਾ ਉਹਦੇ ਵਿੱਚ ਮਹਾਂ ਪੰਚਾਇਤਾਂ ਯੂਪੀ ਦੇ ਵਿੱਚ ਹੋਈਆਂ, ਹਰਿਆਣੇ ਦੇ ਵਿੱਚ ਹੋਈਆਂ, ਪੰਜਾਬ ਦੇ ਵਿੱਚ ਹੋਈਆਂ ਨੇ ਜੀ। ਅਤੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਸ਼ਾਇਦ ਉਹ ਸਾਰੇ ਭਾਰਤ ਦੇ ਵਿੱਚ ਮਹਾਂ ਪੰਚਾਇਤਾਂ ਦਾ ਨਹੀਂ ਜਾਂ ਖਾਪ ਪੰਚਾਇਤਾਂ ਦਾ ਨਹੀਂ, ਲੇਕਿਨ ਜੋ ਉਸ ਇਲਾਕੇ ਦੇ ਵਿੱਚ ਪ੍ਰਚਲਿਤ ਹੈ ਉਸ ਤਰ੍ਹਾਂ ਦੀ ਇੱਕ ਇਕੱਤਰਤਾ ਕਰਨ ਦਾ ਯਤਨ ਕਰਨਗੇ ਜੀ। ਲੇਕਿਨ ਵੱਡਾ ਜਿਹੜਾ ਟਰਨਿੰਗ ਪੁਆਇੰਟ ਜਿਹੜਾ 26 ਜਨਵਰੀ ਤੋਂ ਬਾਅਦ ਹੋਇਆ, ਉਸ ਤੋਂ ਬਾਅਦ ਕਾਫੀ ਕੁਝ ਇਸ ਅੰਦੋਲਨ ਦਾ ਜਿਹੜਾ ਚਿਹਰਾ ਮੋਹਰਾ ਹੈ ਉਹਦੇ ਵਿੱਚ ਤਬਦੀਲੀ ਆਈ। ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਤੋਂ ਪਹਿਲਾਂ ਉਹ ਇਹਦੇ ਵਿੱਚ ਇੰਟਰ ਹੋਣਾ ਚਾਹੁੰਦੀਆਂ ਸੀ, ਲੇਕਿਨ ਇੰਟਰ ਨਹੀਂ ਸੀ ਹੋਣ ਦਿੱਤਾ ਜਾਂਦਾ। ਹੁਣ ਉਹਨਾਂ ਦੀ ਆਪ ਮਦਦ ਲਈ ਜਾਂਦੀ ਹੁਣ ਤਾਂ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਸੀ ਜੀ, ਉਹ ਵੀ ਇੰਟਰ ਹੋਣ ਲੱਗ ਪਿਆ। ਗੋਦੀ ਮੀਡੀਆ ਵੀ ਇੰਟਰ ਹੋਣ ਲੱਗ ਗਿਆ ਜੀ, ਕਿਉਂਕਿ ਮੈਨੂੰ ਲੱਗਦਾ ਚਲੋ ਇਹ ਇੱਕ ਵੱਖਰਾ ਵਿਸ਼ਾ। ਮੈਨੂੰ ਲੱਗਦਾ ਗੋਦੀ ਮੀਡੀਆ ਜਿਹੜਾ ਹੈ ਉਹਨਾਂ ਨੂੰ ਇਹ ਲਫ਼ਜ਼ ਇੱਕ ਬਹੁਤ ਪ੍ਰਚਲਿਤ ਹੋਇਆ ਜੀ। ਅਤੇ ਮੇਰਾ ਖਿਆਲ ਹੈ ਕਿ ਹੋ ਸਕਦਾ ਬਹੁਤਾ ਨਹੀਂ, ਲੇਕਿਨ ਥੋੜ੍ਹਾ ਬਹੁਤਾ ਗੋਦੀ ਮੀਡੀਆ ਨੂੰ ਵੀ ਇਸ ਗੱਲ ਦਾ ਹੁਣ ਜਿਹੜਾ ਨੋਟਿਸ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਸਾਡੇ 'ਤੇ ਲੇਬਲ ਲੱਗ ਰਿਹਾ ਜੀ। ਬਾਕੀ ਕਿਸਾਨ ਅੰਦੋਲਨ ਦੀ ਜਿਹੜੀ ਗੱਲ ਹੈ ਕਿ ਬਿਨਾਂ ਸ਼ੱਕ ਆਲਮੋਸਟ 3 ਮਹੀਨੇ ਹੋ ਗਏ ਨੇ ਦਿੱਲੀ ਦੇ ਬਾਰਡਰ ਜਿਹੜੇ ਨੇ ਉਹਨਾਂ 'ਤੇ ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈ। ਹੁਣ ਜਿਸ ਤਰ੍ਹਾਂ ਦਾ ਪ੍ਰਤੀਕਰਮ ਕਿਸਾਨ ਨੇਤਾ ਦੇ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਹੁਣ ਜਿਹੜੇ ਆਪਣੇ ਭਾਰਤ ਦੇ ਹੋਰ ਸੂਬੇ ਨੇ, ਪੰਜਾਬ, ਹਰਿਆਣਾ ਜਾਂ ਯੂਪੀ ਤੋਂ ਬਾਹਰ ਜਾਂ ਰਾਜਸਥਾਨ ਤੋਂ ਵੀ ਅੱਗੇ, ਜਿਹਦੇ ਵਿੱਚ ਮਹਾਰਾਸ਼ਟਰ ਹੋ ਸਕਦਾ ਹੈ, ਮੱਧ ਪ੍ਰਦੇਸ਼ ਹੋ ਸਕਦਾ ਹੈ, ਬਿਹਾਰ ਹੋ ਸਕਦਾ ਹੈ, ਕਰਨਾਟਕਾ ਹੋ ਸਕਦਾ ਹੈ, ਉਸ ਪਾਸੇ ਨੂੰ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਨੂੰ ਸਪਰੈਡ ਕਰੀਏ ਜੀ। ਸੋ ਇਹ ਇੱਕ ਆਉਣ ਵਾਲਾ ਜਿਹੜਾ ਸਮਾਂ ਹੈ, ਇਹ ਇਸ ਪਾਸੇ ਨੂੰ ਕਿਸ ਹੱਦ ਤੱਕ ਕਾਮਯਾਬ ਹੁੰਦੇ ਨੇ। ਔਰ ਉਹਦੇ ਵਿੱਚ ਇੱਕ ਵੱਡਾ ਫੈਕਟਰ ਹੋਵੇਗਾ, ਖਾਸ ਕਰਕੇ ਅਗਰ ਮੈਂ ਬਿਹਾਰ ਦੀ ਗੱਲ ਕਰਾਂ, ਬਿਹਾਰ ਦੇ ਵਿੱਚ ਭਾਵੇਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਆਪਣੇ ਨਿਤੀਸ਼ ਕੁਮਾਰ ਦੇ ਜ਼ਰੀਏ ਉੱਥੇ ਰਾਜ ਕਰ ਰਹੀ ਹੈ, ਲੇਕਿਨ ਬੜੀ ਫਸਵੀਂ ਟੱਕਰ ਸੀ। ਓਪੋਜੀਸ਼ਨ ਉੱਥੇ ਬਹੁਤ ਸਟਰੋਂਗ ਹੈ ਅਤੇ ਜਸਵੀ ਯਾਦਵ ਜਿਹੜੇ ਲਾਲੂ ਪ੍ਰਸਾਦ ਯਾਦਵ ਦੇ ਲੜਕੇ ਨੇ, ਉਹਨਾਂ ਦਾ ਕਾਫੀ ਉੱਥੇ ਹੋਲਡ ਹੈ ਜੀ। ਸੋ ਇਹੋ ਜਿਹੀਆਂ ਜਿਹੜੀਆਂ ਸਟੇਟਾਂ ਨੇ ਜਿੱਥੇ ਜਾਂ ਤਾਂ ਬੀਜੇਪੀ ਤੋਂ ਉਲਟ ਸਰਕਾਰ ਹੈ ਜਾਂ ਫਿਰ ਬੀਜੇਪੀ ਦੀ ਸਰਕਾਰ ਹੈ ਲੇਕਿਨ ਉੱਥੇ ਓਪੋਜੀਸ਼ਨ ਤਕੜੀ ਹੈ, ਇਹ ਮੇਰਾ ਖਿਆਲ ਉਹ ਰਾਜ ਹੁਣ ਜਿਹੜੀਆਂ ਉਹ ਸਟੇਟਾਂ ਉਹ ਦੱਸਣਗੀਆਂ ਕਿ ਕਿਸਾਨ ਅੰਦੋਲਨ ਨੂੰ ਕਿੰਨੀ ਕੁ ਸਪੋਰਟ ਉੱਥੋਂ ਮਿਲਦੀ ਹੈ ਜੀ। ਅਤੇ ਤੁਸੀਂ ਨੋਟ ਕੀਤਾ ਹੋਵੇਗਾ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਵੀ ਉਲੀਕਿਆ ਗਿਆ ਸੀ। ਉਹ ਪ੍ਰੋਗਰਾਮ ਕਿਵੇਂ ਦਾ ਰਿਹਾ ਔਰ ਕੀ ਸੰਕੇਤ ਜਿਹੜੇ ਨੇ ਉਹ ਦੇਣਾ ਚਾਹੁੰਦੇ ਸੀ ਇਸ ਅੰਦੋਲਨ ਰਾਹੀਂ? ਮੈਨੂੰ ਲੱਗਦਾ ਜੀ ਕਿ ਇੱਕ ਇਹ ਠੀਕ ਹੈ ਕਿ ਅੰਦੋਲਨ ਜਿਹੜੇ ਕਿਸਾਨਾਂ ਦਾ ਤਾਂ ਮੰਤਵ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਅਟੈਂਸ਼ਨ ਹੈ ਲੋਕਾਂ ਦੀ ਇਸ ਅੰਦੋਲਨ 'ਤੇ ਰਹੇ। ਸੋ ਉਹ ਇਸੇ ਮਕਸਦ ਦੇ ਤਹਿਤ ਰੇਲ ਰੋਕੋ ਜਾਂ ਸੜਕ ਰੋਕੋ ਜਾਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ। ਲੇਕਿਨ ਸਰਕਾਰ ਵੱਲੋਂ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜੀ। ਅਤੇ ਮੇਰਾ ਖਿਆਲ ਹੈ ਕਿ ਇਸ ਗੱਲੋਂ ਇੱਕ ਤਾਂ ਮੈਂ ਉਹਦੀ ਕਾਮਯਾਬੀ ਮੈਂ ਜ਼ਰੂਰ ਮੰਨਦਾ ਕਿ ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਸਗੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਕਈ ਰੇਲਵੇ ਸਟੇਸ਼ਨਾਂ 'ਤੇ ਜਿੱਥੇ ਗੱਡੀਆਂ ਰੋਕੀਆਂ ਗਈਆਂ ਉੱਥੇ ਜਿਹੜੇ ਪੈਸੰਜਰ ਸਨ ਉਹਨਾਂ ਨੂੰ, ਕਿਉਂਕਿ ਓਬਵੀਅਸਲੀ ਜਿਹੜੀ ਦੁਸ਼ਵਾਰੀ ਹੁੰਦੀ ਹੈ, ਉਹਨਾਂ ਨੂੰ ਸਨੈਕਸ ਦਿੱਤੇ ਗਏ, ਲੰਗਰ ਛਕਾਇਆ ਗਿਆ, ਪਾਣੀ ਪਿਲਾਇਆ ਗਿਆ। ਸੋ ਮੈਨੂੰ ਲੱਗਦਾ ਕੁੱਲ ਮਿਲਾ ਕੇ ਹੰਗਾਰਾ ਇਹ 'ਚ ਕੋਈ ਸ਼ੱਕ ਨਹੀਂ, ਪੰਜਾਬ, ਹਰਿਆਣਾ, ਯੂਪੀ, ਆਪਣੇ ਵੈਸਟਰਨ ਯੂਪੀ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ। ਬਾਕੀ ਇੰਡੀਆ ਦੇ ਵਿੱਚ ਵੀ ਮਹਾਰਾਸ਼ਟਰ ਤੋਂ ਵੀ ਖਬਰਾਂ ਆਈਆਂ ਨੇ, ਈਵਨ ਬੰਗਾਲ ਤੋਂ ਵੀ ਖਬਰਾਂ ਆਈਆਂ ਨੇ, ਬਿਹਾਰ ਤੋਂ ਵੀ ਖਬਰਾਂ ਆਈਆਂ ਨੇ, ਕੇਰਲਾ ਕਰਨਾਟਕਾ ਤੋਂ ਵੀ ਆਈਆਂ ਨੇ। ਇਹ ਹੰਗਾਰਾ ਜਿਹੜਾ ਇਹ ਮਿਲਣਾ, ਮੈਂ ਸਮਝਦਾ ਕਿ ਅੰਦੋਲਨ ਜਿਹੜਾ ਅਜੇ ਤੱਕ ਪੋਜ਼ੀਟਿਵ ਸਾਈਡ ਨੂੰ ਚੱਲ ਰਿਹਾ ਜੀ। ਅਤੇ ਇੱਕ ਗੱਲ ਹੋਰ ਸੀਗੀ ਜੀ ਇਸੇ ਅੰਦੋਲਨ ਦੇ ਨਾਲ ਸੰਬੰਧਿਤ, ਹਾਂਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮਹਾਂ ਪੰਚਾਇਤਾਂ ਹੋਈਆਂ, ਉਹਦੇ ਵਿੱਚ ਕੁਝ ਜਿਹੜੇ ਕਿਸਾਨੀ ਅੰਦੋਲਨ ਦੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਕਿ ਸਰਕਾਰ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਪਾਉਣ ਦੇ ਲਈ ਹੁਣ ਅਸੀਂ ਟਰੈਕਟਰਾਂ ਅਤੇ ਟਰਾਲੀਆਂ ਦਾ ਜਿਹੜਾ ਮੂੰਹ ਆ ਉਹ ਵੈਸਟ ਬੰਗਾਲ ਵੱਲ ਨੂੰ ਮੋੜ ਸਕਦੇ ਹਾਂ, ਕਿਉਂਕਿ ਵੈਸਟ ਬੰਗਾਲ ਦੇ ਵਿੱਚ ਜਿਹੜੇ ਅਸੈਂਬਲੀ ਇਲੈਕਸ਼ਨ ਆਉਣ ਵਾਲੇ ਨੇ ਜੀ। ਸੋ ਕੀ ਇਹਦੇ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ? ਦੇਖੋ ਜੀ, ਇਹ ਸਾਰੇ ਟੈਕਟਿਕਸ ਨੇ ਜੀ। ਸਰਕਾਰ ਆਪਣੀ ਟੈਕਟਿਕਸ ਇਸਤੇਮਾਲ ਕਰਦੀ ਹੈ ਜੀ। ਕਈ ਵਾਰੀ ਕੋਈ ਟੈਕਟਿਕ ਵਰਕ ਕਰਦਾ ਹੈ, ਕਈ ਵਾਰੀ ਫੇਲ ਹੋ ਜਾਂਦਾ ਹੈ। ਬਿਲਕੁਲ ਕਿਸਾਨਾਂ ਦੇ ਆਪਣੇ ਜਿਹੜੇ ਤਰੀਕੇ ਨੇ, ਜਿਹਦੇ ਵਿੱਚ ਜਿਵੇਂ ਤੁਸੀਂ ਦੱਸਿਆ, ਕਿਉਂਕਿ ਬੀਜੇਪੀ ਦੀ ਜਿਹੜੀ ਇਸ ਵੇਲੇ ਤੱਕ ਸਾਰੀ ਤਾਕਤ ਹੈ, ਮੈਂ ਕਹਿ ਸਕਦਾ
ਕਿ ਉਹ ਆਪਣੇ ਬੰਗਾਲ ਦੀ ਜਿਹੜੀ ਇਲੈਕਸ਼ਨ ਹੈ ਉਸ 'ਤੇ ਲੱਗੀ ਹੋਈ ਹੈ। ਬਿਲਕੁਲ। ਔਰ ਮੈਨੂੰ ਵੈਸੇ ਕਈ ਵਾਰੀ ਮੈਂ ਥੋੜ੍ਹਾ ਜਿਹਾ ਮੈਂ ਵਿਸ਼ੇ ਤੋਂ ਹਟ ਕੇ ਗੱਲ ਕਰਨੀ ਚਾਹਾਂਗਾ। ਇਹ ਠੀਕ ਹੈ ਕਿ ਇਲੈਕਸ਼ਨ ਜਿੱਤਣਾ ਪੋਲੀਟੀਕਲ ਪਾਰਟੀ ਉਹਨਾਂ ਦਾ ਇੱਕ ਏਜੰਡਾ ਹੈ, ਉਹਨੇ ਇਲੈਕਸ਼ਨ ਜਿੱਤਣੀ ਚਾਹੁੰਦੇ ਨੇ। ਹਰ ਇੱਕ ਪਾਰਟੀ ਦਾ ਇਹ ਉਹਨਾਂ ਦਾ ਹੁੰਦਾ ਕਿ ਅਸੀਂ ਵੱਧ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕਰੀਏ, ਸਾਡਾ ਰਾਜ ਕਾਇਮ ਰਹੇ। ਬਿਲਕੁਲ। ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਇਹ ਸਾਲ ਦੇ 12 ਮਹੀਨੇ ਤੇ 7 ਦਿਨ ਇਲੈਕਸ਼ਨ ਮੋਡ ਦੇ ਵਿੱਚ ਰਹਿੰਦੀ ਹੈ। ਬਿਲਕੁਲ। ਇੱਥੇ ਤੱਕ ਕਿ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਜੀ ਇੱਕ ਸ਼ਹਿਰ ਦੀਆਂ ਜਿਹੜੀਆਂ ਆਪਣੇ ਮੇਅਰ ਦੀਆਂ ਇਲੈਕਸ਼ਨਾਂ ਨੇ ਉੱਥੇ ਜਾ ਕੇ ਵੀ ਇੰਟਰਫੀਅਰ ਕਰਦੇ ਨੇ। ਮੈਂ ਇੰਟਰਫੀਅਰ ਨਹੀਂ ਕਹੂੰਗਾ, ਲੇਕਿਨ ਉੱਥੇ ਆਪਣਾ ਸਮਾਂ ਲਾਉਂਦੇ ਨੇ, ਪ੍ਰਚਾਰ ਕਰਦੇ ਨੇ, ਜਾ ਕੇ ਪ੍ਰਚਾਰ ਕਰਨ ਜਾਂਦੇ ਨੇ। ਸੋ ਇਸ ਕਰਕੇ ਬੰਗਾਲ ਦੀ ਇਲੈਕਸ਼ਨ ਬੀਜੇਪੀ ਲਈ ਬਹੁਤ ਅਹਿਮ ਹੈ। ਅਗਰ ਉੱਥੇ ਕਿਸੇ ਕਿਸਮ ਦਾ ਇੱਦਾਂ ਦਾ ਪ੍ਰਭਾਵ ਕਿਸਾਨੀ ਅੰਦੋਲਨ ਲਿਆ ਸਕਦਾ ਹੈ ਜਿਹਦੇ ਨਾਲ ਜਿਹੜੀ ਇੱਕ ਕੋਈ ਬੀਜੇਪੀ ਦੇ ਇਸ ਵਕਤ ਜੋ ਵੱਖ-ਵੱਖ ਮੀਡੀਆ ਸਰੋਤ ਨੇ ਜਾਂ ਵੱਖ-ਵੱਖ ਜੋ ਰਿਪੋਰਟਾਂ ਆ ਰਹੀਆਂ ਨੇ ਉੱਥੋਂ ਲੱਗਦਾ ਕਿ ਇਸ ਵਾਰ ਗੁੱਡ ਚਾਂਸ ਨੇ, ਕਿਉਂਕਿ ਐਂਟੀ ਇਨਕੰਬੈਂਸੀ ਜਿਹੜੀ ਮਮਤਾ ਬੈਨਰਜੀ ਜੀ ਦੇ ਖਿਲਾਫ ਹੈ। ਲੈਫਟ ਜਿਹੜਾ ਹੈ ਜਿਸ ਨੇ ਬੰਗਾਲ ਦੇ ਵਿੱਚ ਤਕਰੀਬਨ 30-35 ਸਾਲ ਰਾਜ ਕੀਤਾ ਹੈ, ਉਹਨਾਂ ਦੀ ਕਾਰਗੁਜ਼ਾਰੀ ਵੀ ਕੋਈ ਬਹੁਤ ਵਧੀਆ ਨਹੀਂ। ਸੋ ਇੱਕ ਗੁੱਡ ਚਾਂਸ ਲੱਗਦਾ ਬੀਜੇਪੀ ਦਾ। ਲੇਕਿਨ ਅਗਰ ਕਿਸਾਨ ਅੰਦੋਲਨ ਕਿਸੇ ਤਰ੍ਹਾਂ ਦੀ ਉੱਥੇ ਬੀਜੇਪੀ ਦੇ ਇਸ ਜਿਹੜਾ ਉਹਨਾਂ ਦਾ ਮੌਕਾ ਹੈ ਉਸ ਨੂੰ ਕਿਸੇ ਤਰ੍ਹਾਂ ਕੋਈ ਨਾ ਕੋਈ ਠਿੱਬੀ ਲਾ ਸਕਦਾ ਹੈ, ਤੇ ਮੇਰਾ ਖਿਆਲ ਬੀਜੇਪੀ ਵੀ ਇਸ ਬਾਰੇ ਜ਼ਰੂਰ ਕੁਝ ਨਾ ਕੁਝ ਸੋਚੇ। ਜੀ ਭਾਜੀ, ਤੁਸੀਂ ਨੋਟ ਕੀਤਾ ਹੋਣਾ ਇੱਕ ਹੋਰ ਗੱਲ ਕਿ ਕਿਸਾਨੀ ਅੰਦੋਲਨ ਦਾ ਜਦੋਂ ਇੱਕ ਅੰਤਰਰਾਸ਼ਟਰੀ ਤੌਰ ਤੇ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਸੀ, ਹਾਂਜੀ, ਜਿਹੜੀ ਪੌਪ ਸਟਾਰ ਰਿਆਨਾ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਵਾਈ ਵੀ ਆਰ ਨਾਟ ਟਾਕਿੰਗ ਅਬਾਊਟ ਦਿਸ, ਹਾਂਜੀ, ਉਸ ਤੋਂ ਬਾਅਦ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਸੈਲੀਬ੍ਰਿਟੀ ਸੀਗੀਆਂ ਉਹਨਾਂ ਵੱਲੋਂ ਟਵੀਟ ਕੀਤਾ ਗਿਆ। ਹਾਂਜੀ, ਉਹਨਾਂ ਵਿੱਚੋਂ ਇੱਕ ਸੀ ਗ੍ਰੇਟਾ ਥਨਬਰਗ, ਹਾਂਜੀ, ਜਿਹੜੀ ਕਿ ਇੱਕ ਵਾਤਾਵਰਣ ਕਾਰਕੁਨ ਆ। ਬਿਲਕੁਲ ਜੀ। ਉਹਨਾਂ ਨੇ ਜਦੋਂ ਸ਼ੇਅਰ ਕੀਤੀ ਇਨਫੋਰਮੇਸ਼ਨ ਤੇ ਨਾਲ ਇੱਕ ਟੂਲ ਕਿਟ ਦਾ ਹਵਾਲਾ ਵੀ ਦਿੱਤਾ ਗਿਆ। ਹਾਂਜੀ, ਉਸੇ ਟੂਲ ਕਿਟ ਨੂੰ ਲੈ ਕੇ ਇੱਕ ਨਵਾਂ ਮੁੱਦਾ ਸ਼ੁਰੂ ਹੋ ਗਿਆ ਭਾਰਤ ਦੇ ਵਿੱਚ। ਤੁਸੀਂ ਨਾਮ ਸੁਣਿਆ ਹੋਵੇਗਾ, ਇੱਕ ਹੋਰ ਕੁੜੀ ਆ, ਲੜਕੀ ਆ, ਹਾਂਜੀ, ਉਹ ਵੀ ਵਾਤਾਵਰਣ ਕਾਰਕੁਨ ਆ, ਹਾਂਜੀ, ਦਿਸ਼ਾ ਰਵੀ, ਹਾਂਜੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਿਲਕੁਲ ਜੀ। ਉਸ ਤੋਂ ਬਾਅਦ ਉਸ ਦੇ ਕੁਝ ਸਹਿਦੋਸ਼ੀ ਵੀ ਦੱਸੇ ਜਾਂਦੇ ਨੇ, ਸ਼ਾਂਤਨੂ ਮੁਕੁਲ ਤੇ ਨਿਕਿਤਾ ਜੈਕਬ। ਹਾਂਜੀ, ਇਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਆ ਹੋ ਸਕਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਟੂਲ ਕਿਟ ਹੈ ਕੀ ਆ। ਦੂਜੀ ਗੱਲ ਕਿ ਟੂਲ ਕਿਟ ਐਡਾ ਹੀ ਵੱਡਾ ਮੁੱਦਾ ਹੋ ਗਿਆ ਵੀ ਉਸ ਦੇ ਬੇਸ ਤੇ ਅਸੀਂ ਗ੍ਰਿਫਤਾਰੀਆਂ ਕਰ ਸਕਦੇ ਹਾਂ ਔਰ ਸੈਡੀਸ਼ਨ ਦੇ ਜਿਹੜੇ ਕੇਸ ਆ, ਦੇਸ਼ ਧਰੋਹ ਦੇ ਕੇਸ, ਉਹ ਲਾਏ ਜਾ ਸਕਣ। ਇੱਕ ਹੋਰ ਸਵਾਲ ਅਹਿਮ, ਮੈਂ ਕੋਈ ਰਿਪੋਰਟ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਦੱਸਿਆ ਗਿਆ ਕਿ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਉਦੋਂ ਤੋਂ ਸੈਡੀਸ਼ਨ ਦੇ ਕੇਸਿਸ ਜਿਹੜੇ ਨੇ ਉਹਨਾਂ ਵਿੱਚ ਕਈ ਗੁਣਾ ਵਾਧਾ ਹੋਇਆ ਜੀ। ਬਿਲਕੁਲ ਜੀ। ਦੇਸ਼ ਧਰੋਹ ਦੇ ਜਿਹੜੇ ਚਾਰਜਸ ਲਗਾਏ ਜਾਂਦੇ ਨੇ ਜੀ, ਮੇਰਾ ਖਿਆਲ ਆਪਣੇ ਸਾਡੇ ਬਹੁਤ ਸਾਰੇ ਸਰੋਤੇ ਜਾਣਦੇ ਹੋਣਗੇ ਕਿ ਇੰਡੀਆ ਦਾ ਇੱਕ ਬਹੁਤ ਵੱਡਾ ਮੀਡੀਆ ਸਰੋਤ ਹੈ ਇੰਡੀਆ ਟੁਡੇ। ਉਸ ਦੇ ਇੱਕ ਬੜੇ ਨਾਮਵਰ ਪੱਤਰਕਾਰ ਨੇ ਆਪਣੇ ਰਾਜਦੀਪ ਸਰਦੇਸਾਈ। ਹਾਂਜੀ, ਉਹਨਾਂ ਦੇ ਵੀ ਇੱਕ ਕਾਰਨ ਕਰਕੇ ਦੇਸ਼ ਧਰੋਹ ਦਾ ਜਿਹੜਾ ਸੀ ਕੇਸ ਉਹਨਾਂ ਤੇ ਬਣਾਉਣ ਦੀ ਯਤਨ ਕੀਤਾ ਗਿਆ, ਪੱਤਰਕਾਰਾਂ ਦਾ ਵੀ। ਕਾਂਗਰਸ ਬਿਲਕੁਲ ਜੀ। ਔਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸ਼ਸ਼ੀ ਥਰੂਰ, ਜਿਹੜੇ ਕਿ ਮੈਂ ਉਹਨਾਂ ਦੀ ਜਿਹੜਾ ਸਟੇਟਸ ਹੈ ਕਿ ਇੱਕ ਵੇਲੇ ਇੰਡੀਆ ਨੇ ਉਹਨਾਂ ਨੂੰ UN ਸਿਕਿਉਰਿਟੀ ਕੌਂਸਲ ਦੇ ਜਿਹੜੇ ਜਨਰਲ ਨੇ ਉਹਨਾਂ ਲਈ ਵੀ ਨਾਮਜ਼ਦ ਕੀਤਾ ਸੀ। ਬਿਲਕੁਲ, ਪਰਮਾਨੈਂਟ ਮੈਂਬਰ ਵੀ ਰਹੇ ਜੀ ਇੰਡੀਆ ਦੇ। ਹਾਂਜੀ, ਔਰ ਉਹਨਾਂ ਤੇ ਵੀ ਦੇਸ਼ ਧਰੋਹ ਦੀ ਜਿਹੜਾ ਹੈ ਕੇਸ ਦਰਜ ਕੀਤਾ ਹੈ। ਸੋ ਦੇਸ਼ ਧਰੋਹ ਦੀ ਗੱਲ ਕਰਨਾ ਮੇਰਾ ਖਿਆਲ ਮੌਜੂਦਾ ਜੋ ਇੰਡੀਆ ਦੀ ਸਰਕਾਰ ਹੈ ਉਹਨਾਂ ਲਈ ਇੱਕ ਬੜੀ ਆਮ ਜੀ ਗੱਲ ਹੋ ਗਈ ਹੈ। ਮੈਨੂੰ ਲੱਗਦਾ ਵੀ ਜਦੋਂ ਤੁਸੀਂ ਬੀਜੇਪੀ ਦੇ ਅਗੇਂਸਟ ਗੱਲ ਕਰਦੇ ਹੁੰਦੇ ਜੇ ਤੇ ਉਹ ਦੇਸ਼ ਧਰੋਹ ਹੋ ਜਾਂਦੀ ਹੈ ਜੀ। ਦੇਖੋ ਜੀ, ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ। ਹਾਂਜੀ, ਮੇਰਾ ਖਿਆਲ ਹੈ ਕਿ ਵੈਸੇ ਤਾਂ ਦੁਨੀਆ ਦੇ ਕਾਫੀ ਮੁਲਕਾਂ ਦੇ ਵਿੱਚ ਇਹ ਪ੍ਰੈਕਟਿਸ ਚੱਲ ਰਹੀ ਹੈ, ਪਰ ਉਹ ਜਿਹੜੇ ਦੇਸ਼ ਨੇ ਜੀ ਉਹ ਤੇ ਜਾਂ ਤੇ ਕਮਿਊਨਿਸਟ ਨੇ ਜਾਂ ਉੱਥੇ ਡਿਕਟੇਟਰਸ਼ਿਪ ਆ, ਪਰ ਅਸੀਂ ਤੇ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਆ ਜੀ। ਦੇਖੋ ਜੀ, ਗੱਲ ਇਹ ਹੈ, ਮੇਰਾ ਖਿਆਲ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਰੀਸੈਂਟਲੀ ਇੱਕ ਵਰਡ ਇੰਡੀਆ ਦੇ ਵਿੱਚ, ਇੰਡੀਆ ਦੇ ਬੁੱਧੀਜੀਵੀ, ਵੈਸੇ ਤਾਂ ਬੁੱਧੀਜੀਵੀਆਂ ਤੋਂ ਇਸ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਨੂੰ ਕਾਫੀ ਜ਼ਿਆਦਾ ਉਹ ਕਿ ਪ੍ਰਤੀਕਰਮ ਦਿੰਦੇ ਨੇ ਜੀ, ਉਹਨਾਂ ਨੂੰ ਆਪਣੇ ਪਰਜੀਵੀ ਤੇ ਅੰਦੋਲਨਜੀਵੀ ਕਿਹਾ ਜਾਂਦਾ ਹੈ। ਲੇਕਿਨ ਫਿਰ ਵੀ ਕੁਝ ਬੁੱਧੀਜੀਵੀ ਜਿਹੜੇ ਮੌਜੂਦਾ ਸਰਕਾਰ ਦੇ ਨਾਲ ਨੇ ਜੀ, ਉਹਨਾਂ ਦਾ ਇਹ ਕਹਿਣਾ ਹੈ ਕਿ ਇੰਡੀਆ ਦੇ ਵਿੱਚ ਟੂ ਮਚ ਡੈਮੋਕ੍ਰੇਸੀ ਹੈ ਜੀ। ਸੋ ਮੈਨੂੰ ਨਹੀਂ ਪਤਾ ਟੂ ਮਚ ਡੈਮੋਕ੍ਰੇਸੀ ਕੀ ਹੁੰਦੀ ਹੈ, ਕਿ ਡੈਮੋਕ੍ਰੇਸੀ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਕਿ ਇਸ ਲੈਵਲ ਤੋਂ ਅਗਰ ਵੱਧ ਜਾਏ ਤੇ ਫਿਰ ਉਹ ਮੱਕੇ ਇਨਫੈਕਸ਼ੀਅਸ ਹੋ ਜਾਂਦੀ ਹੈ। ਸੋ ਖੈਰ ਆਪਾਂ ਗੱਲ ਕਰਦੇ ਹਾਂ ਕਿ ਕੀ ਇਸ ਦੇ ਨਾਲ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਆਪਣੇ ਗ੍ਰੇਟਾ ਥਨਬਰਗ ਜਾਂ ਦਿਸ਼ਾ ਰਵੀ ਜੀ, ਉਹਨਾਂ ਤੇ ਕਿਸ ਤਰ੍ਹਾਂ ਦੇ ਸੈਡੀਸ਼ਨ ਦੇ ਚਾਰਜਸ ਜਾਂ ਆਪਣੇ ਟੂਲ ਕਿਟ
ਹੁਣ ਟੂਲ ਕਿਟ ਕੀ ਹੈ? ਟੂਲ ਕਿਟ ਇੱਕ ਸਧਾਰਨ ਦਸਤਾਵੇਜ਼ ਹੈ। ਅਗਰ ਅਸੀਂ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ, ਅਗਰ ਅਸੀਂ ਕਿਸੇ ਚੀਜ਼ ਦੇ ਬਾਰੇ ਕੋਈ ਅਸੀਂ ਕਹਿੰਦੇ ਇੱਕ ਸਮਰੀ ਹੈ, ਇੱਕ ਅਸੀਂ ਕੋਈ ਅਗਰ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰਦਾ ਹੈ ਜਾਂ ਕੋਈ ਹੋਰ ਐਜੀਟੇਸ਼ਨ ਚੱਲ ਰਹੀ ਹੈ ਜਾਂ ਕਿਸੇ ਕਿਸਮ ਦਾ ਕੋਈ ਵਾਤਾਵਰਨ ਪ੍ਰੇਮੀ ਹੈ, ਅਗਰ ਅਸੀਂ ਅਲਬਰਟਾ ਦੀ ਗੱਲ ਕਰੀਏ ਕਿ ਅਲਬਰਟਾ ਦੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਨੇ ਆਇਲ ਐਂਡ ਗੈਸ ਦੀ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਆਇਲ ਐਂਡ ਗੈਸ ਜਿਹੜਾ ਹੈ ਇਹਦੇ ਨੂੰ ਅਗਰ ਅਸੀਂ ਜ਼ਿਆਦਾ ਐਕਸਪਲੋਰ ਕਰਦੇ ਹਾਂ ਤਾਂ ਇਹ ਸਾਡੇ এনवायरमेंट ਨੂੰ ਕਿੱਦਾਂ ਖਰਾਬ ਕਰਦਾ। ਤਾਂ ਉਹ ਇੱਕ ਇਹਨੂੰ ਮੈਂ ਅਗਰ ਛੋਟੇ ਸਿੰਪਲ ਆਪਣੇ ਸ਼ਬਦਾਂ 'ਚ ਕਹਾਂ ਇੱਕ ਪੈਂਫਲੇਟ ਹੈ, ਇੱਕ ਕੈਟਾਲੌਗ ਹੈ ਜਿਹੜਾ ਤਿਆਰ ਕਰਦੇ ਨੇ ਕਿ ਇੱਕ ਸਧਾਰਨ ਵਿਅਕਤੀ ਅਗਰ ਮੈਂ ਕਹਾਂ ਕਿ ਮੈਂ ਇੰਡੀਆ 'ਚ ਕਿਸੇ ਨੂੰ ਦੱਸਣਾ ਹੋਵੇ ਵੀ ਕੀ ਹੋ ਰਿਹਾ ਅਲਬਰਟਾ ਦੇ ਵਿੱਚ, ਤੇ ਮੈਂ ਇੱਕ ਆਪਣਾ ਟੈਕਸਟ ਕਰਾਂਗਾ ਤੇ ਨਾਲ ਉਹਦੇ ਉਹ ਇੱਕ ਦਸਤਾਵੇਜ਼। ਸੋ ਮੁੱਢਲੀ ਜਾਣਕਾਰੀ ਕਹਿ ਸਕਦੇ ਹੋ ਤੁਸੀਂ। ਮੁੱਢਲੀ ਜਾਣਕਾਰੀ ਸੰਖੇਪ ਦੇ ਵਿੱਚ ਉਸ ਜਿਸ ਸੰਬੰਧ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਇੱਕ ਕੰਪਲੀਟ ਛੋਟਾ ਜਿਹਾ ਪੈਕੇਜ ਹੈ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਹੈ ਕੀ ਹੈ। ਸੋ ਇਹ ਟੂਲ ਕਿਟ ਜਿਹੜੀ ਹੈ ਕਿਸਾਨ ਅੰਦੋਲਨ ਦੀ ਸਪੋਰਟ ਕਰਨ ਦੇ ਵਿੱਚ ਬਣਾਈ ਗਈ ਸੀ ਜੀ। ਸੋ ਉਸ ਦੇ ਵਿੱਚ ਦੇਸ਼ ਧਰੋਹ ਕਿੰਨਾ ਹੋ ਸਕਦਾ ਹੈ? ਹਾਂਜੀ, ਗ੍ਰੇਟਾ ਥਨਬਰਗ ਵੀ ਦੇਸ਼ ਧਰੋਹ ਦੇ ਵਿੱਚ ਹੀ ਸ਼ਾਮਲ ਹੈ, ਬਿਲਕੁਲ, ਜਾਂ ਦਿਸ਼ਾ ਰਵੀ ਵੀ ਦੇਸ਼ ਧਰੋਹ ਦੇ ਵਿੱਚ ਹੀ ਸ਼ਾਮਲ ਹੈ। ਇਹ ਤਾਂ ਮੇਰਾ ਖਿਆਲ ਹੈ ਕਿ ਜਿਹੜੀ ਸਰਕਾਰ ਹੈ ਉਹਨਾਂ ਦੇ ਕੋਲ ਕਾਫੀ ਰਿਸੋਰਸਿਸ ਨੇ, ਕਾਫੀ ਕੁਛ ਲੱਭ ਰਹੇ ਨੇ। ਦੇਸ਼ ਧਰੋਹ ਦੇ ਸ਼ਾਇਦ ਉਹਨਾਂ ਨੇ ਆਪਣੇ ਚਾਰਜਸ ਪਹਿਲਾਂ ਲਗਾ ਦਿੱਤੇ ਨੇ। ਕਿਸਾਨਾਂ ਤੇ ਵੀ ਕਾਫੀ ਲੱਗੇ ਹੋਏ ਨੇ ਜੀ। ਹਾਂਜੀ, ਕਿਸਾਨਾਂ ਤੇ ਵੀ ਲੱਗੇ ਹੋਏ ਨੇ। ਸੋ ਮੈਨੂੰ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਬੜਾ ਆਮ ਜਿਹਾ ਹੋ ਜਾਏ ਨਾ ਤੇ ਫਿਰ ਲੋਕਾਂ ਦਾ ਹੁੰਦਾ ਕਿ ਚਲੋ ਠੀਕ ਹੈ, ਜੇ ਇਹਨਾਂ ਨੇ ਦੇਸ਼ ਧਰੋਹ ਲਗਾਉਣਾ ਤੇ ਫਿਰ ਲਗਾਈ ਜਾਣ। ਮੈਨੂੰ ਲੱਗਦਾ ਹੈ ਕਿ ਸ਼ਾਇਦ ਸਰਕਾਰ ਇਸ ਸਿਚੁਏਸ਼ਨ ਨੂੰ ਕੋਈ ਬਹੁਤ ਸਿਆਣੇ ਤਰੀਕੇ ਨਾਲ ਹੈਂਡਲ ਨਹੀਂ ਕਰ ਰਹੀ। ਮੈਂ ਇਸੇ ਗੱਲ ਨੂੰ ਅੱਗੇ ਤੋਰਦਾ ਵਾਂ ਜੀ ਕਿ ਪਹਿਲਾਂ ਤਾਂ ਕਿਸਾਨਾਂ ਦੇ ਨਾਲ ਆਲਰੇਡੀ ਸਰਕਾਰ ਦੀ ਜਿਹੜੀ ਆ ਅਣਬਣ ਕਹਿ ਲਓ ਜਾਂ ਕਹਿ ਲਓ ਵੀ ਕਿਸਾਨ ਜਿਹੜੇ ਨਾ ਖੁਸ਼ ਨੇ। ਹਾਂਜੀ, ਹੁਣ ਜਦੋਂ ਦੀ ਇਹ ਲੜਕੀ ਜਿਹੜੀ ਆ 23-24 ਸਾਲ ਦੀ ਇਹ ਜਿਹੜੀ ਵਾਤਾਵਰਣ ਕਾਰਕੁਨ ਆ ਦਿਸ਼ਾ ਰਵੀ, ਇਸ ਤੋਂ ਬਾਅਦ ਜੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਜਿਹੜੇ ਨੇ ਉਹ ਵੀ ਸੜਕਾਂ ਤੇ ਆ ਗਏ ਨੇ ਇਸ ਲੜਕੀ ਦੀ ਹਮਾਇਤ ਦੇ ਵਿੱਚ। ਹਾਂਜੀ, ਸੋ ਕਹਿਣ ਦਾ ਮਤਲਬ ਆ ਵੀ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਕੱਲੇ ਵਰਗ ਨੂੰ ਆਪਣੇ ਖਿਲਾਫ ਖੜਾ ਕਰਨ ਜਾ ਰਹੀ ਆ। ਮੈਨੂੰ ਸਮਝ ਨਹੀਂ ਆ ਰਹੀ ਵੀ ਉਹ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹੋਰ ਹੀ ਉਲਝਾਉਣ ਵੱਲ ਨੂੰ ਤੁਰ ਪਏ ਨੇ। ਮੈਨੂੰ ਲੱਗਦਾ ਜੀ ਕਿ ਦੇਖੋ ਇੱਕ ਸਰਕਾਰ ਮੈਜੋਰਟੀ ਸਰਕਾਰ ਹੈ ਜੀ, ਬੜੀ ਦੇਰ ਬਾਅਦ ਭਾਰਤ ਵਿੱਚ ਮੈਜੋਰਟੀ ਸਰਕਾਰ ਬਣੀ ਹੈ। ਹਾਂਜੀ, ਔਰ ਮੈਜੋਰਟੀ ਦੇ ਨਾਲ ਮੈਂ ਇਹ ਕਹਾਂਗਾ ਕਿ ਇੱਕ ਕਿਸਮ ਦੀ ਉਹ ਇਹਦਾ ਰਿਲੀਜੀਅਸ ਏਜੰਡਾ ਲੈ ਕੇ ਚੱਲਣ ਵਾਲੀ ਸਰਕਾਰ ਹੈ ਜਿਹੜੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਰ ਵੇਲੇ ਅੱਗੇ ਰੱਖ ਕੇ ਤੇ ਹਰ ਗੱਲ ਦੇ ਵਿੱਚ ਕਿਸੇ ਤਰ੍ਹਾਂ ਉਹਨਾਂ ਨੂੰ ਇਸਤੇਮਾਲ ਕਰਨ ਦਾ ਯਤਨ ਕਰਦੇ ਨੇ। ਬਿਲਕੁਲ, ਤੇ ਸਰਕਾਰ ਦਾ ਸ਼ਾਇਦ ਮੌਜੂਦਾ ਜੋ ਰਵੱਈਆ ਹੈ ਉਸ ਤੋਂ ਇਹ ਲੱਗਦਾ ਕਿ ਉਹ ਵੇ ਕਰਦੇ ਨੇ ਹਾਂਜੀ ਕਿ ਕਿਹੜੀ ਚੀਜ਼ ਦਾ ਸਾਨੂੰ ਨੁਕਸਾਨ ਹੋਏਗਾ, ਕਿਹੜੀ ਦਾ ਫਾਇਦਾ ਹੋਏਗਾ। ਅਜੇ ਤੱਕ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਪੋਜੀਸ਼ਨ ਵਿੱਚ ਹਾਂ, ਅਸੀਂ ਕਿਸੇ ਕਿਸਮ ਦੀ ਕਮਜ਼ੋਰੀ ਨਹੀਂ ਦਿਖਾਉਣਾ ਚਾਹੁੰਦੇ। ਅਸੀਂ ਇਹ ਨਹੀਂ ਦੱਸਣਾ ਚਾਹੁੰਦੇ ਕਿ ਫਲਾਣੇ ਨੇ ਸਾਨੂੰ ਇਹ ਗੱਲ ਕਹੀ ਤੇ ਅਸੀਂ ਮੰਨ ਲਈ। ਉਹ ਆਪਣੀ ਗਲਤੀ ਵੀ ਮੰਨਣ ਨੂੰ ਤਿਆਰ ਨੇ, ਸਿਰਫ ਇਸ ਕਰਕੇ ਕਿ ਆਪਣਾ ਇਹ ਵਤੀਰਾ ਰੱਖਣ ਲਈ ਕਿ ਅਸੀਂ ਜੋ ਫੈਸਲੇ ਲੈਣੇ ਬਿਲਕੁਲ ਸਹੀ ਲੈਣੇ ਆ ਤੇ ਅਸੀਂ ਕਿਸੇ ਆਪਣੇ ਫੈਸਲੇ ਤੋਂ ਵਾਪਸ ਨਹੀਂ ਮੁੜਦੇ। ਤੇ ਇਸ ਤਰ੍ਹਾਂ ਇਸ ਕੰਮ ਨੂੰ ਕਰਦਿਆਂ ਹੋਇਆਂ ਉਹ ਅਗਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਮਨੁੱਖਤਾ ਦਾ ਘਾਣ ਹੋਵੇ ਜਾਂ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋਵੇ ਉਹ ਵੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਉਹਨਾਂ ਨੂੰ ਬੜਾ ਕਲੀਅਰ ਹੈ ਜੀ ਕਿ ਖਾਸ ਕਰ ਜਿਹੜੇ ਫੈਡਰਲ ਲੈਵਲ ਦੀ ਗੱਲ ਤੇ ਕਰੀਏ ਕਿ ਸਾਡੇ ਅਗੇਂਸਟ ਬੋਲਣ ਵਾਲੀ ਆਪੋਜੀਸ਼ਨ ਪਾਰਟੀ ਤਾਂ ਕੋਈ ਖਾਸ ਹੈ ਨਹੀਂ। ਹਾਂਜੀ, ਸੋ ਅਸੀਂ ਜੋ ਵੀ ਕਰੀਏ ਲੋਕਾਂ ਨੂੰ ਮੰਨਣਾ ਹੀ ਪੈਣਾ। ਲੋਕਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਜਦੋਂ ਆਪਸ਼ਨ ਨਾ ਹੋਵੇ ਜੀ ਫਿਰ ਲੋਕਤੰਤਰ ਦੇ ਲਈ ਇੱਕ ਕੁਐਸਚਨ ਮਾਰਕ, ਇੱਕ ਖਤਰਾ ਮੈਨੂੰ ਲੱਗਦਾ ਵੀ ਸ਼ੁਰੂ ਹੋ ਜਾਂਦਾ। ਦੋ ਗੱਲਾਂ ਨੇ ਜੀ। ਇੱਕ ਤਾਂ ਬਿਲਕੁਲ ਜੋ ਤੁਸੀਂ ਦੱਸਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਕੋਈ ਆਪੋਜੀਸ਼ਨ ਨਹੀਂ ਹੈ ਔਰ ਵਰਚੁਅਲੀ, ਔਰ ਖਾਸ ਕਰਕੇ ਅਗਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਹੀਏ ਜਿਨ੍ਹਾਂ ਨੇ ਲੰਬਾ ਸਮਾਂ ਭਾਰਤ ਤੇ ਰਾਜ ਕੀਤਾ ਤੇ ਲੀਡਰਸ਼ਿਪ ਕ੍ਰਾਈਸਿਸ ਹੈ। ਬਿਲਕੁਲ, ਇੱਕ ਪਰਿਵਾਰਵਾਦ ਦਾ ਉਹਨਾਂ ਤੇ ਦੋਸ਼ ਲੱਗਦੇ ਨੇ ਔਰ ਸਹੀ ਦੋਸ਼ ਨੇ, ਬਿਲਕੁਲ ਸਹੀ ਵੀ ਨੇ। ਉਹ ਕਿਸ ਤਰ੍ਹਾਂ ਨਜਿੱਠਦੇ ਨੇ। ਦੂਜੀ ਗੱਲ ਇਹ ਹੈ ਕਿ ਜਿਹੜੇ ਵੋਟਰਾਂ ਨੂੰ ਇਹ ਜਿਹੜੀ ਮੌਜੂਦਾ ਸਰਕਾਰ ਪ੍ਰਾਪਤ ਕਰ ਰਹੀ ਹੈ ਉਹ ਇੱਕ ਧਾਰਮਿਕ ਗੋਲੀ ਉਹਨਾਂ ਨੂੰ ਨਾਲ ਦਿੰਦੀ, ਉਹਦੀ ਡੋਜ਼ ਇੱਕ ਨਾਲ ਦਿੰਦੀ ਹੈ। ਸੋ ਇਸ ਕਰਕੇ ਹੁਣ ਤੱਕ ਉਹ ਫਾਰਮੂਲਾ ਚੱਲ ਜਿਵੇਂ ਵੈਕਸੀਨੇਸ਼ਨ ਦੀਆਂ ਆਪਾਂ 2 ਡੋਜ਼ ਦਿੰਦੇ ਆ ਨਾ, ਬਿਲਕੁਲ ਉਹ ਫਿਰ ਇੱਕ ਲੋਕਤੰਤਰ ਦੀ ਤੇ ਇੱਕ ਧਾਰਮਿਕ ਜਿਹੜਾ ਲੇਬਲ ਆ ਉਹ ਵੀ ਨਾਲ ਦੇ ਨਾਲ ਦੇਣਾ ਪੈਂਦਾ ਉਹਨਾਂ ਨੂੰ। ਸੋ ਭਾਜੀ ਗੱਲਾਂ ਬਾਤਾਂ ਆਪਾਂ ਹੋਰ ਕਰਨੀਆਂ ਨੇ ਜੀ। ਤੇਲ ਦੀਆਂ ਪ੍ਰਾਈਸਿਸ ਕਾਫੀ ਵੱਧ ਚੁੱਕੀਆਂ ਨੇ, ਇਸ ਬਾਬਤ ਵੀ ਗੱਲਬਾਤ ਕਰਾਂਗੇ। ਨਨਕਾਣਾ ਸਾਹਿਬ ਨਾਲ ਸੰਬੰਧਿਤ ਇੱਕ ਬੜੀ ਅਹਿਮ ਖਬਰ ਹੈ ਉਹ ਵੀ ਕਰਾਂਗੇ। ਇੱਥੇ ਇੱਕ ਬ੍ਰੇਕ ਲੈਂਦੇ ਹਾਂ ਜੀ ਔਰ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਜੀ ਦਾ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਨਾਲ। ਭਾਜੀ ਜਿਹੜੀ ਅਗਲੀ ਗੱਲਬਾਤ ਹੈ ਜੀ ਉਹ ਨਨਕਾਣਾ ਸਾਹਿਬ ਨਾਲ ਰਿਲੇਟਡ ਆ।
ਜਿਹੜਾ ਸਾਕਾ ਨਨਕਾਣਾ ਸਾਹਿਬ ਹੋਇਆ ਸੀਗਾ ਗੁਰਦੁਆਰਾ ਸੁਧਾਰ ਮੂਵਮੈਂਟ ਦੇ ਦੌਰਾਨ, ਉਸ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜੀ ਪਾਕਿਸਤਾਨ ਦੇ ਵਿੱਚ। ਹਾਂਜੀ। ਸਿੱਖਾਂ ਦਾ ਜੱਥਾ ਤਿਆਰ ਸੀਗਾ, ਕੋਵਿਡ ਟੈਸਟ ਹੋ ਚੁੱਕੇ ਸੀ, ਦਸਤਾਵੇਜ਼ ਸਾਰੇ ਮੁਕੰਮਲ ਕਰ ਲਏ ਗਏ ਸੀ। ਐਨ ਆਖਰੀ ਮੌਕੇ ਤੇ ਆ ਕੇ ਭਾਰਤ ਸਰਕਾਰ ਦਾ ਜਿਹੜਾ ਗ੍ਰਹਿ ਮੰਤਰਾਲੇ ਆ ਉਹਦੇ ਵੱਲੋਂ ਇਹ ਜਥੇ ਦੇ ਪਾਕਿਸਤਾਨ ਜਾਣ ਉੱਪਰ ਰੋਕ ਲਗਾ ਦਿੱਤੀ ਗਈ, ਜਿਸ ਦਾ ਕਿ ਸਿੱਖ ਜਥੇਬੰਦੀਆਂ ਵੱਲੋਂ, ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਜੀ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੀ ਉੱਥੋਂ ਦੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਆ, ਉਸ ਦੇ ਜਿਹੜੇ ਮੈਂਬਰ ਨੇ ਵਾਹਗਾ ਬਾਰਡਰ ਤੇ ਜਥੇ ਦਾ ਸਵਾਗਤ ਕਰਨ ਦੇ ਲਈ ਹੱਥਾਂ ਵਿੱਚ ਗੁਲਦਸਤੇ ਫੁੱਲ ਲਈ ਤਿਆਰ ਬੈਠੇ ਸੀ। ਉਹਨਾਂ ਨੂੰ ਵੀ ਨਿਰਾਸ਼ਾ ਹੋਈ। ਇੱਕ ਕਾਫੀ ਅਹਿਮ ਮੁੱਦਾ ਸੀਗਾ ਕਿਉਂਕਿ ਇਹ ਜਿਹੜੀ ਸ਼ਤਾਬਦੀ ਆ ਨੈਚੁਰਲੀ 100 ਸਾਲ ਬਾਅਦ ਆਉਣੀ ਹੈ ਜੀ ਫਿਰ, ਔਰ ਸਿੱਖਾਂ ਲਈ ਕਾਫੀ ਧਾਰਮਿਕ ਵੀ ਔਰ ਭਾਵਨਾਤਮਕ ਤੌਰ ਤੇ ਵੀ ਕਾਫੀ ਇੱਕ ਵੱਡੀ ਇਵੈਂਟ ਆ। ਔਰ ਜਿਹੜੀਆਂ ਸਾਡੀਆਂ ਕੁਝ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸ ਦੇਣਾ ਵੀ ਕੀ ਪ੍ਰਤੀਕਰਮ ਆਏ, ਫਿਰ ਤੁਹਾਡੇ ਪ੍ਰਤੀਕਰਮੇ ਲੈਣੇ ਆ ਜੀ। ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਸਿੰਘ ਸਾਹਿਬਾਨ ਸਰਦਾਰ ਹਰਪ੍ਰੀਤ ਸਿੰਘ, ਉਹਨਾਂ ਨੇ ਬਹੁਤ ਅਹਿਮ ਗੱਲ ਕਹੀ। ਉਹ ਕਹਿੰਦੇ ਵੀ ਮਾਰਚ ਦੇ ਵਿੱਚ ਭਾਰਤ ਸਰਕਾਰ ਜਿਹੜੀ ਆ ਕੁੰਭ ਦਾ ਮੇਲਾ ਆਯੋਜਨ ਕਰਨ ਜਾ ਰਹੀ ਹੈ, ਔਰ ਕੁੰਭ ਦੇ ਮੇਲੇ ਦੇ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਸ਼ਰਧਾਲੂ ਇਕੱਠੇ ਹੁੰਦੇ ਨੇ। ਪਰ ਕਿਉਂਕਿ ਸਰਕਾਰ ਵੱਲੋਂ ਜਿਹੜਾ ਹਵਾਲਾ ਵਾ ਕੋਵਿਡ ਦਾ ਦਿੱਤਾ ਗਿਆ, ਹਾਂਜੀ, ਤੇ ਉਹਨਾਂ ਦਾ ਕਹਿਣ ਦਾ ਤਰਕ ਇਹ ਸੀ ਕਿ ਕੀ 1 ਮਹੀਨੇ ਦੇ ਵਿੱਚ ਕੋਵਿਡ ਖਤਮ ਹੋ ਜਾਵੇਗਾ। ਦੂਜੀ ਗੱਲ, ਜਿਹੜੇ ਮੌਜੂਦਾ SGPC ਦੇ ਪ੍ਰਧਾਨ ਨੇ ਬੀਬੀ ਜਗੀਰ ਕੌਰ, ਉਹਨਾਂ ਵੱਲੋਂ ਇੱਕ 8 ਪੁਸਤਕਾਂ ਜਿਹੜੀਆਂ ਕਿ ਗੁਰਦੁਆਰਾ ਸੁਧਾਰ ਮੂਵਮੈਂਟ ਨਾਲ ਸੰਬੰਧਿਤ ਨੇ, ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਭੇਜੀਆਂ ਗਈਆਂ ਨੇ। ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਸਿੱਖਾਂ ਦੇ ਇਤਿਹਾਸ ਔਰ ਖਾਸ ਕਰਕੇ ਗੁਰਦੁਆਰਾ ਸੁਧਾਰ ਮੂਵਮੈਂਟ ਜਿਹੜੀ ਸੀ ਉਸ ਬਾਰੇ ਜਾਣਕਾਰੀ ਘੱਟ ਆ, ਸੋ ਭੇਜੀਆਂ ਗਈਆਂ ਨੇ ਤੇ ਆਸ ਕੀਤੀ ਗਈ ਆ, ਅਪੀਲ ਵੀ ਕੀਤੀ ਗਈ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਉਹਨਾਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸੋ ਹੁਣ ਤੁਹਾਡੀ ਕੀ ਪ੍ਰਤੀਕਿਰਿਆ ਜੀ ਇਹਦੇ ਉੱਪਰ? ਦੇਖੋ ਜੀ, ਜਿਹੜੀ ਤਾਂ ਗੱਲ ਤੁਸੀਂ ਕਹੀ ਆ ਕਿ ਆਪਣੇ ਬੀਬੀ ਜਗੀਰ ਕੌਰ ਹੋਣਾ ਵੱਲੋਂ ਕਿਤਾਬਾਂ ਭੇਜੀਆਂ ਗਈਆਂ ਜੀ, ਦੇਖੋ ਜਿਹੜੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਹੁਣ ਜਿਹੜੀ ਰਾਜਨੀਤੀ ਹੈ ਖਾਸ ਕਰਕੇ ਭਾਰਤ ਦੇ ਵਿੱਚ, ਔਰ ਭਾਰਤ ਦੀ ਮੈਂ ਗੱਲ ਹੀ ਕਰਾਂਗਾ, ਭਾਰਤ ਦੀ ਰਾਜਨੀਤੀ ਇੱਕ ਵੇਲੇ ਸੀ ਜਦੋਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਅਕਾਲੀ ਜਿਹੜੇ ਨੇ ਧਰਮ ਤੇ ਰਾਜਨੀਤੀ ਨੂੰ ਰਲਗੜ ਕਰਦੇ ਨੇ, ਬਿਲਕੁਲ ਇਹ ਨਹੀਂ ਕਰਨਾ ਚਾਹੀਦਾ, ਤੇ ਭਾਰਤੀ ਜਨਤਾ ਪਾਰਟੀ ਵੀ ਉਹਨਾਂ ਵਿੱਚੋਂ ਇੱਕ ਸੀ। ਬਿਲਕੁਲ। ਤੇ ਹੁਣ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦੀ ਧਰਮ ਦੀ ਰਲਗੜ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ, ਉਹ ਸ਼ਾਇਦ ਇੰਡੀਆ ਤੇ ਇੰਨੇ ਵੱਡੇ ਪੱਧਰ ਤੇ ਪਹਿਲਾਂ ਕਦੀ ਨਹੀਂ ਹੋਈ। ਦੂਜੀ ਗੱਲ ਇਹ ਹੈ ਕਿ ਕਿਉਂਕਿ ਇਹਦੇ ਜਿਹੜੇ ਪ੍ਰਤੀਕਰਮ ਪੋਲੀਟੀਕਲ ਪਾਰਟੀਆਂ ਦੇ ਇਸੇ ਤੇ ਮੁਨਸਰ ਕਰਦੇ ਨੇ ਜੀ, ਹਾਂਜੀ, ਕਿਸੇ ਨੇ ਕਿੰਨਾ ਪ੍ਰਤੀਕਰਮ ਕੀਤਾ ਜਾਂ ਨਹੀਂ ਕੀਤਾ। ਦੂਜੀ ਗੱਲ ਹੈ ਕਿ ਨਨਕਾਣਾ ਸਾਹਿਬ ਜੋ, ਕਿਉਂਕਿ ਗੁਰਦੁਆਰਾ ਸੁਧਾਰ ਮੁਹਿੰਮ ਜਿਹੜੀ ਹੈ ਸਿੱਖ ਧਰਮ ਦੇ ਵਿੱਚ ਇਹ ਗੱਲ ਬੜੇ ਮਾਣ ਨਾਲ ਕੀਤੀ ਜਾਂਦੀ ਹੈ ਕਿ ਗੁਰਦੁਆਰਿਆਂ ਦੀ ਖਾਸ ਕਰਕੇ ਜਦੋਂ ਤੋਂ ਵੋਟਿੰਗ ਸਿਸਟਮ ਸ਼ੁਰੂ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਜੀ, ਇਲੈਕਸ਼ਨਾਂ ਹੁੰਦੀਆਂ ਨੇ, ਸੰਵਿਧਾਨਕ ਢੰਗ ਦੇ ਨਾਲ ਇਲੈਕਸ਼ਨਾਂ ਹੁੰਦੀਆਂ ਨੇ ਜੀ, ਔਰ ਇਸ ਦੇ ਪਿੱਛੇ ਇੱਕ ਜਿਹੜੀ ਹਿਸਟਰੀ ਹੈ, ਜਿਹੜੀ ਜਦੋਜਹਿਦ ਹੈ, ਕਿਸ ਤਰ੍ਹਾਂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਇਆ ਗਿਆ। ਸੋ ਉਹ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਫੈਕਟ ਹੈ, ਬਿਲਕੁਲ, ਔਰ ਫੈਕਟ ਹੀ ਨਹੀਂ, ਹਿਸਟੋਰੀਕਲ ਇੱਕ ਇਸ ਤਰ੍ਹਾਂ ਦੀ ਘਟਨਾ ਹੈ ਜਿਹਦਾ ਕਿ ਸਿੱਖ ਕੌਮ ਮਾਣ ਕਰਦੀ ਹੈ। ਬਿਲਕੁਲ। ਇਹ ਫੈਸਲਾ ਭਾਰਤ ਸਰਕਾਰ ਨੇ ਕਿਉਂ ਲਿਆ? ਮੈਨੂੰ ਯਾਦ ਹੈ ਕਿ ਸਿਰਫ 2 ਜਾਂ 3 ਮਹੀਨੇ ਦੀ ਗੱਲ ਸੀ, ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੈ ਸ਼ਿਵ ਸੈਨਾ ਦੀ ਹੈ ਜੀ, ਤੇ ਇੱਕ ਕੋਈ ਰਿਲੀਜੀਅਸ ਕੋਈ ਸਮਾਗਮ ਸਨ ਜਿਹਨਾਂ ਬਾਰੇ ਮੈਨੂੰ ਨਹੀਂ ਜਾਣਕਾਰੀ, ਲੇਕਿਨ ਮੈਨੂੰ ਇਹ ਪਤਾ ਹੈ ਕਿ ਸਰਕਾਰ ਨੇ, ਮਹਾਰਾਸ਼ਟਰ ਦੀ ਸਰਕਾਰ ਨੇ ਉਹ ਸਮਾਗਮਾਂ ਤੇ ਥੋੜ੍ਹੀ ਜਿਹੀ ਰੋਕ ਲਗਾਈ ਸੀ ਕੋਵਿਡ ਕਰਕੇ, ਕਿਉਂਕਿ ਉਸ ਵੇਲੇ ਕੋਵਿਡ ਦੇ ਕੇਸ ਵੀ ਭਾਰਤ ਦੇ ਵਿੱਚ ਕਾਫੀ ਸਨ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਕੀ ਹੁਣ ਲੋਕਾਂ ਨੂੰ ਆਪਣੇ ਜਿਹੜੇ ਧਾਰਮਿਕ ਸਮਾਗਮ ਹੈ ਇਹ ਵੀ ਕਰਨ ਦਾ ਹੁਣ ਜਿਹੜਾ ਉਹਨਾਂ ਨੂੰ ਇਸ ਚੀਜ਼ ਦੀ ਨਹੀਂ ਇਜਾਜ਼ਤ ਦਿੱਤੀ ਜਾਂਦੀ। ਸੋ ਮੈਂ ਸਿਰਫ ਗੱਲ ਇਹ ਕਰ ਰਿਹਾ ਕਿ ਦੋਹਰੇ ਮਾਪਦੰਡ ਜਿਹੜੇ ਨੇ ਇਹ ਭਾਰਤ ਦੇ ਵਿੱਚ ਬੜੇ ਓਪਨਲੀ ਨੇ, ਜਿਹੜੇ ਡਬਲ ਸਟੈਂਡਰਡ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜਾ ਡਿਸੀਜਨ ਆ ਭਾਰਤ ਸਰਕਾਰ ਦਾ, ਕਿਤੇ ਰਾਜਨੀਤੀ ਤੋਂ ਪ੍ਰੇਰਿਤ ਜਾਂ ਕਿਸਾਨੀ ਅੰਦੋਲਨ ਦੇ ਦਬਾਅ ਹੇਠ ਉਹਨਾਂ ਨੂੰ ਕੋਈ ਸਿੱਖਾਂ ਨੂੰ ਕਹਿ ਲਓ ਕੋਈ ਮੈਸੇਜ ਦੇਣ ਦਾ ਤਰੀਕਾ ਤਾਂ ਨਹੀਂ ਕੋਈ? ਦੇਖੋ, ਮੈਂ ਇਸ ਦੇ ਨਾਲ ਹੋ ਸਕਦਾ ਸਾਡੇ ਜਿਹੜੇ ਵਿਊਅਰ ਨੇ ਮੇਰੀ ਇਸ ਗੱਲ ਨਾਲ ਸਹਿਮਤ ਨਾ ਹੋਣ। ਮੈਨੂੰ ਇਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਫੈਸਲਾ ਹੈ ਇਹ ਰਾਜਨੀਤੀ ਤੋਂ ਵੀ ਪ੍ਰੇਰਿਤ ਹੈ ਤੇ ਕਿਸਾਨੀ ਅੰਦੋਲਨ ਜਿਹੜਾ ਹੈ ਉਹ ਇੱਕ ਵਜ੍ਹਾ ਬਹੁਤ ਵੱਡੀ ਹੈ ਜੀ। ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ। ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ। ਬਿਲਕੁਲ ਸਹੀ ਗੱਲ ਹੈ। ਪ੍ਰਧਾਨ ਮੰਤਰੀ ਮੋਦੀ ਉੱਥੇ ਆਏ ਸਨ।
ਵੱਖ-ਵੱਖ ਪਾਰਟੀਆਂ ਵੱਖ-ਵੱਖ ਸ਼ਖਸੀਅਤਾਂ ਨੇ ਉਸ ਦਾ ਕ੍ਰੈਡਿਟ ਲੈਣ ਦਾ ਯਤਨ ਕੀਤਾ ਜੀ। ਕੁਝ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਤੇ ਇਮਰਾਨ ਖਾਨ ਦੀ ਦੋਸਤੀ ਨੂੰ ਕ੍ਰੈਡਿਟ ਦਿੱਤਾ, ਜੀ। ਕੁਝ ਲੋਕਾਂ ਨੇ ਬਾਦਲ ਸਾਹਿਬ ਨੂੰ ਕ੍ਰੈਡਿਟ ਦਿੱਤਾ, ਕੁਝ ਨੇ ਮੋਦੀ ਸਾਹਿਬ ਨੂੰ ਦਿੱਤਾ। ਹਾਂਜੀ, ਬਿਲਕੁਲ। ਕੁਝ ਨੇ ਮੋਦੀ ਸਾਹਿਬ ਨੂੰ ਦਿੱਤਾ। ਲੇਕਿਨ ਮੈਂ ਨਿੱਜੀ ਤੌਰ ਤੇ ਮੈਂ ਉਸ ਗੱਲ ਨੂੰ ਇਦਾਂ ਸਮਝਦਾ ਸੀ ਕਿ ਅਗਰ ਮੋਦੀ ਸਾਹਿਬ ਚਾਹੁੰਦੇ ਕਿ ਇਹ ਨਾ ਖੁੱਲੇ ਤੇ ਮੇਰਾ ਖਿਆਲ ਹੈ ਕਿਸੇ ਦੀ ਹਿੰਮਤ ਨਹੀਂ ਸੀ ਉਹਨੂੰ ਖੋਲ੍ਹ ਸਕਦਾ। ਬਿਲਕੁਲ। ਤੇ ਬਿਨਾਂ ਸ਼ੱਕ ਅਗਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਹੈ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਸਿੱਖਾਂ ਪ੍ਰਤੀ ਕੋਈ ਗੱਲ ਹੋਵੇ, ਲੇਕਿਨ ਇਹ ਉਹਨਾਂ ਦੀ ਰਣਨੀਤੀ ਦਾ ਇੱਕ ਹਿੱਸਾ ਸੀ। ਬਿਲਕੁਲ। ਹੁਣ ਵੀ ਜਿਹੜਾ ਜਥੇ ਨੂੰ ਮਨਾ ਕਰਨਾ ਆਖਰੀ ਮੌਕੇ ਤੇ ਕੋਵਿਡ ਟੈਸਟ ਹੋਣ ਤੋਂ ਬਾਅਦ ਸਾਰੀਆਂ ਅਪਰੂਵਲਾਂ ਮਿਲਣ ਤੋਂ ਬਾਅਦ ਸਿਰਫ ਇਹ ਬਹਾਨਾ ਲਾ ਕੇ ਕਿ ਕੋਵਿਡ ਦੀ ਪ੍ਰੋਬਲਮ ਹੈ, ਇਹ ਪਿਓਰਲੀ ਰਾਜਨੀਤੀ ਤੋਂ ਹੀ ਪ੍ਰੇਰਿਤ ਹੈ ਤੇ ਕਿਸਾਨ ਅੰਦੋਲਨ ਤੋਂ ਹੀ ਪ੍ਰੇਰਿਤ ਹੈ। ਹੋਰ ਮੈਨੂੰ ਇਹਦੇ ਵਿੱਚ ਕੁਝ ਨਹੀਂ ਜਾਪਦਾ। ਜੀ। ਤੇ ਜਿਹੜੀ ਅਗਲੀ ਗੱਲਬਾਤ ਆ ਜੀ, ਉਹ ਹੈਗੀ ਆ ਇੰਡੀਆ ਦੇ ਵਿੱਚ ਜਿਹੜੇ ਪੈਟਰੋ ਪ੍ਰੋਡਕਟਸ ਨੇ, ਖਾਸ ਕਰਕੇ ਜਿਵੇਂ ਪੈਟਰੋਲ ਹੋ ਗਿਆ, ਡੀਜ਼ਲ ਹੋ ਗਿਆ ਜਾਂ LPG ਗੈਸ ਦੇ ਸਿਲੰਡਰ, ਹਾਂਜੀ, ਉਹਨਾਂ ਦੀ ਕੀਮਤਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਉਸ ਨੂੰ ਲੈ ਕੇ ਵੀ ਵੱਖ-ਵੱਖ ਪਾਰਟੀਆਂ ਦੇ ਕਈ ਪ੍ਰਤੀਕਰਮ ਨੇ। ਮੈਂ ਥੋੜਾ ਜਿਹਾ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਲੈਣਾ। ਹਾਂਜੀ। ਸਭ ਤੋਂ ਪਹਿਲਾਂ ਤਾਂ ਜੀ ਉੱਥੇ ਜਿਹੜੇ ਪੈਟਰੋਲ ਦੀਆਂ ਕੀਮਤਾਂ ਨੇ, ਜੇਕਰ ਗੱਲ ਕਰੀਏ ਤੇ 90 ਰੁਪਏ ਤੋਂ ਉੱਪਰ ਹੋ ਚੁੱਕੀਆਂ ਨੇ। ਹਾਂਜੀ। ਲਗਭਗ 100 ਰੁਪਏ ਤੱਕ ਵੀ ਪਹੁੰਚ ਚੁੱਕੀਆਂ ਨੇ ਕੁਝ ਸ਼ਹਿਰਾਂ ਦੇ ਵਿੱਚ। ਬਿਲਕੁਲ। ਮੁੰਬਈ ਦੇ ਵਿੱਚ 95 ਰੁਪਏ ਨੂੰ ਪੈਟਰੋਲ ਹੋ ਚੁੱਕਿਆ ਜੀ। ਇਸੇ ਤਰ੍ਹਾਂ ਜੈਪੁਰ ਦੇ ਵਿੱਚ 95 ਰੁਪਏ, ਭੋਪਾਲ ਦੇ ਵਿੱਚ 96 ਰੁਪਏ ਤੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ 100 ਦਾ ਅੰਕੜਾ ਵੀ ਇਹ ਪਾਰ ਕਰ ਗਿਆ ਵਾ। ਹਾਂਜੀ। ਡੀਜ਼ਲ ਦੇ ਪ੍ਰਾਈਸਸ ਵੀ 86-87 ਨੂੰ। ਸਿਲੰਡਰ ਦੇ ਪ੍ਰਾਈਸ ਜਿਹੜੇ ਆ ਜੀ ਪਿਛਲੇ 3 ਮਹੀਨਿਆਂ 'ਚ 4 ਵਾਰੀ ਵਧਾਏ ਜਾ ਚੁੱਕੇ ਨੇ ਔਰ ਕੁੱਲ 50 ਰੁਪਈਆਂ ਦੀ ਜਿਹੜੀ ਕੀਮਤ ਆ ਉਹ ਵੱਧ ਚੁੱਕੀ ਆ ਸਿਲੰਡਰਾਂ ਦੇ ਵਿੱਚ ਵੀ। ਪਰ ਜੇਕਰ ਅਸੀਂ ਗੱਲ ਦੇਖੀਏ ਵੀ ਇਹ ਆਇਲ ਦੇ ਪ੍ਰਾਈਸਸ ਬਣਦੇ ਕਿਵੇਂ ਨੇ, ਬੇਸ ਪ੍ਰਾਈਸ ਕੀ ਆ ਔਰ ਟੈਕਸ ਕਿੰਨੇ ਲੱਗਦੇ ਆ, ਉਹ ਵੀ ਅੰਕੜੇ ਨੇ ਮੇਰੇ ਕੋਲ। ਜਿਹੜਾ ਪੈਟਰੋਲ ਆ ਜੀ ਲਗਭਗ 29 ਰੁਪਏ ਸਾਨੂੰ ਬੇਸਿਕ ਪ੍ਰਾਈਸ ਮਿਲਦਾ ਹੈ ਜਦੋਂ ਅਸੀਂ ਜਸਟ ਪੈਟਰੋਲ ਖਰੀਦਦੇ ਹਾਂ। ਇਸੇ ਤਰ੍ਹਾਂ ਡੀਜ਼ਲ 30 ਰੁਪਏ ਦੇ ਲਗਭਗ। ਐਕਸਾਈਜ਼ ਡਿਊਟੀ ਇਹਨਾਂ ਦੇ ਉੱਪਰ ਜੀ ਇਹਨਾਂ ਦੀ ਕੀਮਤ ਤੋਂ ਡਬਲ ਆ। ਬਿਲਕੁਲ ਜੀ, ਲਗਭਗ 19। ਹਾਂਜੀ। ਸੋ 32 ਰੁਪਏ 98 ਪੈਸੇ ਲਗਭਗ 33 ਰੁਪਏ ਹੋ ਗਿਆ ਜੀ। ਤੇ 31 ਰੁਪਏ ਡੀਜ਼ਲ ਦੇ ਉੱਪਰ ਜਿਹੜਾ ਹੈ ਐਕਸਾਈਜ਼ ਡਿਊਟੀ ਲੱਗਦੀ ਹੈ। ਇਸੇ ਤਰ੍ਹਾਂ ਵੈਟ ਲਗਭਗ 20 ਰੁਪਏ ਪੈਟਰੋਲ ਤੇ ਡੀਜ਼ਲ ਤੇ 11 ਰੁਪਏ। ਸੋ ਇਹ ਕਾਫੀ ਜਿਹੜੇ ਅੰਕੜੇ ਨੇ ਇਹ ਸ਼ੋਅ ਕਰ ਰਹੇ ਨੇ ਕਿ ਲਗਾਤਾਰ ਜਿਹੜੀਆਂ ਕੀਮਤਾਂ ਵਿੱਚ ਵਾਧੇ ਹੋ ਰਹੇ ਆ। ਔਰ ਇੱਕ ਗੱਲ ਹੋਰ ਜੀ, ਜਦੋਂ BJP ਦੀ ਸਰਕਾਰ ਨਹੀਂ ਸੀ ਬਣੀ, ਆਪੋਜੀਸ਼ਨ ਦੇ ਵਿੱਚ ਸਨ, ਉਸ ਸਮੇਂ ਸਮ੍ਰਿਤੀ ਇਰਾਨੀ ਔਰ ਵੱਖ-ਵੱਖ ਲੀਡਰ ਜਿਹੜੇ ਨੇ ਉਹ ਗੈਸ ਦੇ ਸਿਲੰਡਰ ਲੈ ਕੇ ਜਾਂ ਹੋਰ ਕਈ ਇਹੋ ਜਿਹੇ ਜਿਹੜੇ ਸਿੰਬੋਲਿਕ ਤਰੀਕੇ ਹੁੰਦੇ ਨੇ ਉਹਨਾਂ ਰਾਹੀਂ ਸਰਕਾਰ ਦੇ ਉੱਪਰ ਇਲਜ਼ਾਮ ਲਗਾਉਂਦੇ ਸੀ ਕਿ ਪੈਟਰੋਲ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਤੇ ਜੀ ਦੇਖੋ ਜੀ 100 ਰੁਪਏ ਨੂੰ ਪਹੁੰਚ ਗਈ ਹੈ। ਤੁਸੀਂ ਕਾਫੀ ਸਾਰੀ ਡਿਟੇਲ ਦਿੱਤੀ ਹੈ ਮਨਜੀਤ ਸਿੰਘ ਜੀ। ਬਿਨਾਂ ਸ਼ੱਕ ਭਾਰਤ ਮੇਰਾ ਖਿਆਲ 80 ਤੋਂ 85% ਜਿਹੜਾ ਕੱਚਾ ਤੇਲ ਹੈ ਉਹ ਬਰਾਮਦ ਕਰਦਾ, ਦੂਸਰੇ ਮੁਲਕਾਂ ਤੋਂ ਆਉਂਦਾ, ਖਾੜੀ ਦੇ ਮੁਲਕਾਂ ਤੋਂ ਆਉਂਦਾ ਹੈ। ਈਵਨ ਇੱਥੇ ਤੱਕ ਵੀ ਪਤਾ ਸੀ ਕਿ ਕਿਸੇ ਵੇਲੇ ਕੈਨੇਡਾ ਦੀ ਸਰਕਾਰ ਦੇ ਨਾਲ ਵੀ ਕੋਈ ਯਤਨ ਕੀਤਾ ਗਿਆ ਸੀ, ਲੇਕਿਨ ਉਹ ਸਿਰੇ ਨਹੀਂ ਚੜ੍ਹ ਸਕਿਆ ਜੀ। ਅਮਰੀਕਾ ਤੋਂ ਵੀ ਇੰਡੀਆ ਨੂੰ ਕੱਚਾ ਤੇਲ ਗਿਆ ਹੈ, ਖਾਸ ਕਰਕੇ ਜਦੋਂ ਟਰੰਪ ਸਾਹਿਬ ਸਨ ਉਹਨਾਂ ਨੇ ਥੋੜ੍ਹਾ ਜਿਹਾ ਫੋਰਸਫੁਲੀ। ਇੰਡੀਆ ਦੇ ਕੋਲ ਇੱਕ ਚੰਗਾ ਪ੍ਰੋਵੀਜ਼ਨ ਸੀ ਕਿਉਂਕਿ ਈਰਾਨ ਦੇ ਉੱਤੇ ਕਾਫੀ ਸਾਰੇ ਐਮਬਾਰਗੋ ਸਨ, ਈਰਾਨ ਸੈਂਕਸ਼ਨ ਲੱਗੀਆਂ ਸਨ ਤੇ ਈਰਾਨ ਤੋਂ ਭਾਰਤ ਤੇਲ ਖਰੀਦਦਾ ਸੀ। ਔਰ ਦੂਜੀ ਗੱਲ, ਇੱਕ ਵੱਡੀ ਗੱਲ ਸੀ ਇਹ ਸੀ ਕਿ ਭਾਰਤ ਰੁਪਈਏ ਦੇ ਕੇ ਤੇਲ ਖਰੀਦਦਾ ਸੀ। ਆਮ ਤੌਰ ਤੇ ਤੇਲ ਦੀ ਜਿਹੜੀ ਖਰੀਦੋ ਫਰੋਖਤ ਹੁੰਦੀ ਆ ਉਹ ਅਮਰੀਕਨ ਡਾਲਰ ਦੇ ਵਿੱਚ ਹੁੰਦੀ ਹੈ, ਲੇਕਿਨ ਟਰੰਪ ਸਾਹਿਬ ਨੇ ਦਬਕਾ ਮਾਰ ਕੇ ਇੱਕ ਤੇ ਭਾਰਤ ਨੂੰ ਈਰਾਨ ਤੋਂ ਤੇਲ ਲੈਣ ਤੋਂ ਰੋਕਿਆ, ਦੂਸਰਾ ਮਹਿੰਗੇ ਭਾਅ ਦਾ ਤੇਲ ਅਮਰੀਕਾ ਤੋਂ ਭਾਰਤ ਨੂੰ ਵੇਚਿਆ ਕਿਉਂਕਿ ਮੋਦੀ ਸਾਹਿਬ ਟਰੰਪ ਦੇ ਬੜੇ ਫਰੈਂਡ ਨੇ। ਬਿਲਕੁਲ। ਚਲੋ ਇਹ ਗੱਲ ਇੱਕ ਵੱਖਰੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਤੇਲ ਦੀਆਂ ਕੀਮਤਾਂ ਵਧਣ ਦੀ ਗੱਲ ਹੈ, ਇੱਕ ਮੁੱਦਾ ਹਰ ਮੁਲਕ ਦੇ ਵਿੱਚ ਸਰਕਾਰ ਜਿਹੜੀ ਹੈ ਟੈਕਸ ਲਗਾਉਂਦੀ ਹੈ, ਹਰ ਇੱਕ ਕਮੇਟੀ 'ਤੇ ਲਗਾਉਂਦੀ ਹੈ ਜੀ। ਕਿੰਨਾ ਟੈਕਸ ਲਗਾਉਣਾ ਇਹ ਉਸ ਮੁਲਕ ਦੀ ਜਿਹੜੀ ਸਰਕਾਰ ਹੈ ਉਸ 'ਤੇ ਨਿਰਭਰ ਕਰਦਾ ਹੈ। ਅਗਰ ਅਸੀਂ ਕੈਨੇਡਾ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਦੇਖੀਏ ਤਾਂ ਗੈਸ ਕਾਫੀ ਸਸਤੀ ਹੈ ਜੀ, ਲੇਕਿਨ ਕੈਨੇਡਾ ਦੇ ਵਿੱਚ ਮਹਿੰਗੀ। ਕਈ ਵਾਰੀ ਸਾਡੇ ਸੱਜਣ, ਅਸੀਂ ਅਲਬਰਟਾ ਦੇ ਵਿੱਚ ਬੈਠੇ, ਐਡਮਿੰਟਨ ਦੇ ਵਿੱਚ, ਅਸੀਂ ਕਹਿੰਦੇ ਜੀ ਕਿ ਅਸੀਂ ਤੇ ਸਾਡਾ ਜਿਹੜਾ ਆਇਲ ਹੈ ਉਹ ਤੇ 30 ਰੁਪਏ ਬੈਰਲ ਹੈ, ਜਦੋਂ 30 ਹੁੰਦਾ ਸੀ, ਹੁਣ ਵੈਸੇ 60 ਹੈ, ਲੇਕਿਨ ਸਾਨੂੰ ਉਦੋਂ ਵੀ ਡਾਲਰ ਨੂੰ ਗੈਸ ਮਿਲਦੀ ਸੀ। ਲੇਕਿਨ ਉਹ ਸਰਕਾਰਾਂ ਦਾ ਇੱਕ ਟੈਕਸ ਲਾਉਣ ਦਾ ਤਰੀਕਾ ਹੈ ਕਿ ਕਿਸ ਸਰਕਾਰ ਨੇ, ਫੈਡਰਲ ਸਰਕਾਰ ਨੇ ਕਿੰਨਾ ਟੈਕਸ ਲਾਉਣਾ ਹੈ। ਇੱਥੇ ਜਦੋਂ ਵੀ ਅਸੀਂ ਗੈਸ ਸਟੇਸ਼ਨ 'ਤੇ ਜਾਂਦੇ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਉੱਥੇ ਇੱਕ ਪਾਈ ਚਾਰਟ ਬਣਿਆ ਹੁੰਦਾ ਹੈ, ਇਹ 'ਤੇ ਲਿਖਿਆ ਹੁੰਦਾ ਹੈ ਕਿ ਤੇਲ ਦੀ ਕੀਮਤ ਦੇ ਵਿੱਚ ਟੈਕਸ ਕਿੰਨਾ ਹੈ। ਬਿਲਕੁਲ। ਸੋ ਜੋ ਤੁਸੀਂ ਦੱਸਿਆ ਭਾਰਤ ਦੇ ਵਿੱਚ ਬਿਨਾਂ ਸ਼ੱਕ ਇਹ ਹੈ, ਲੇਕਿਨ ਮੈਨੂੰ ਲੱਗਦਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਸ ਨੇ ਟੈਕਸ ਦੀ ਬ੍ਰੈਕਟ ਜਿਹੜੀ ਹੈ ਉਹ ਵਧਾ ਕੇ ਇੰਨੀ ਕਰ ਲਈ ਹੈ ਕਿ ਜਿਹੜਾ ਐਕਚੁਅਲ ਤੇਲ ਦੀ ਪ੍ਰਾਈਸ ਹੈ
ਉਸ ਤੋਂ ਕਈ ਗੁਣਾ ਵੱਧ ਹੁਣ ਟੈਕਸ ਹੈ, ਲਗਭਗ 3 ਗੁਣਾ। ਲਗਭਗ 3 ਗੁਣਾ ਜੀ। ਔਰ ਹੁੰਦਾ ਇਹ ਹੈ ਕਿ ਜਦੋਂ ਕਦੀ ਤੇਲ ਦੀ ਕੀਮਤ, ਹੁਣ ਕਿਉਂਕਿ ਗੱਲ ਸਾਰੀ ਪਰਸੈਂਟੇਜ ਦੀ ਹੈ, ਅਸੀਂ ਪ੍ਰਪੋਰਸ਼ਨੇਟ ਗੱਲ ਕਰਦੇ ਹਾਂ ਕਿ 20%, 30%, 25%। ਅਗਰ $50 ਨੂੰ ਬੈਰਲ ਹੈ ਜਾਂ $30 ਨੂੰ ਬੈਰਲ ਹੈ ਤਾਂ ਉਹਦਾ 20% ਜਿਹੜਾ ਹੈ ਉਹ 6 ਬਣੇਗਾ। ਅਗਰ 60 ਹੋ ਗਿਆ ਤਾਂ ਉਹਦਾ 20% 12 ਬਣੇਗਾ। ਚਾਹੀਦਾ ਤਾਂ ਇਹ ਹੈ ਸਰਕਾਰਾਂ ਨੂੰ ਕਿ ਕੁਝ ਨਾ ਕੁਝ ਪਰਸੈਂਟੇਜ ਆਪਣੀ ਘੱਟ ਕਰ ਲੈਣ, ਲੇਕਿਨ ਸਰਕਾਰਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਪਹਿਲਾਂ ਸਮਰਿਤੀ ਇਰਾਨੀ ਹੁਣਾਂ ਨੇ ਬੰਗਾਂ ਭੇਜੀਆਂ ਸਨ ਮਨਮੋਹਨ ਸਿੰਘ ਨੂੰ, ਬੀਜੇਪੀ ਦੇ ਕੁਝ ਲੋਕ ਸਨ ਖਾਸ ਕਰਕੇ ਜਿਨ੍ਹਾਂ ਨੇ ਮੋਟਰਸਾਈਕਲ ਗੱਡੇ ਤੇ ਰੱਖ ਕੇ ਵੀ ਆਪਣੀ ਰੈਲੀਆਂ ਕੱਢੀਆਂ। ਲੇਕਿਨ ਇਸ ਵਕਤ ਇੰਡੀਆ ਦੇ ਵਿੱਚ ਤਦਾਸਤੀ ਮੈਨੂੰ ਲੱਗਦਾ ਇਹ ਹੈ ਕਿ ਆਪੋਜੀਸ਼ਨ ਨਹਾਇਤ ਕਮਜ਼ੋਰ ਹੈ। ਕਿਸੇ ਕਿਸਮ ਦਾ ਕੋਈ ਪ੍ਰੋਟੈਸਟ, ਬਹੁਤ ਛੋਟੇ ਪੱਧਰ ਤੇ ਪ੍ਰੋਟੈਸਟ ਹੁੰਦੇ ਨੇ। ਦੂਜੀ ਫਿਰ ਗੱਲ ਕਰਦੇ ਹਾਂ ਗੋਦੀ ਮੀਡੀਆ ਦੀ, ਜਿਹੜਾ ਇਸ ਗੱਲ ਨੂੰ ਰਿਪੋਰਟ ਨਹੀਂ ਕਰ ਰਿਹਾ। ਸੋ ਮੇਰਾ ਖਿਆਲ ਹੈ ਸਰਕਾਰ ਜਿਹੜੀ ਹੈ ਉਹਨਾਂ ਦੇ ਕੋਲ ਇੱਕ ਦੂਜੀ ਗੱਲ ਫਿਰ ਇੱਕ, ਕਿਉਂਕਿ ਇਸ ਦੇ ਪਿੱਛੇ ਬਹੁਤ ਕੁਛ ਹੈ, ਅੰਧ ਭਗਤੀ ਹੈ। ਬਿਲਕੁਲ, ਹਾਂਜੀ, ਉਹ ਵੀ ਇਸ ਦੇ ਵਿੱਚ ਫੈਕਟਰ ਹੈ। ਉਹ ਤਾਂ ਕਹਿੰਦੇ ਜੀ ਵੀ ਮੋਦੀ ਜੀ ਨੇ ਕੀਤਾ ਤਾਂ ਅੱਛਾ ਹੀ ਕੀਤਾ ਹੋਗਾ। ਹਾਂਜੀ, ਸੋ ਆਮ ਲੋਕ ਜਿਹੜੇ ਨੇ ਨਾ ਉਹ ਇਹਦੇ ਨਾਲ ਸਹਿਮਤ ਨਹੀਂ ਤੇ ਸਰਕਾਰ ਕਹਿੰਦੀ ਹੈ ਫਾਇਦਾ ਉਠਾਓ। ਸੋ ਉਹਦੇ ਵਿੱਚ ਭਾਵੇਂ ਨੈਚੁਰਲ ਗੈਸ ਹੋਵੇ, ਕੁਕਿੰਗ ਗੈਸ ਹੋਵੇ, ਜਾਂ ਪੈਟਰੋਲ ਹੋਵੇ ਜਾਂ ਡੀਜ਼ਲ ਹੋਵੇ, ਇਹ ਸਾਰੀ ਮਾਰ ਪੈ ਰਹੀ ਹੈ ਜੀ ਆਮ ਜਨਤਾ ਜੀ। ਔਰ ਜਿਹੜੀ ਇਹ ਮਾਰ ਪੈ ਰਹੀ ਹੈ ਜੀ, ਮੈਨੂੰ ਲੱਗਦਾ ਇਹ ਅਜੇ ਰੁਕਦੀ ਨਹੀਂ ਔਰ ਸਰਕਾਰ ਨੂੰ ਇਹਦੇ ਉੱਪਰ ਰੀਥਿੰਕ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਵੀ ਲੋਕਾਂ ਦੀ ਜਿਹੜੀ ਕਮਰ ਹੈ ਇੰਨੀ ਨਾ ਤੋੜ ਦਿਓ ਕਿ ਉੱਠੀ ਨਾ ਪਾਉਣ। ਇਹਦੇ ਵਿੱਚ ਮੈਂ ਛੋਟਾ ਜਿਹਾ ਇਹ ਦੱਸਦਾ ਕਿ ਜਿਹੜੀਆਂ ਮੌਜੂਦਾ ਤੇਲ ਦੀਆਂ ਪ੍ਰਾਈਸਿਸ ਨੇ, ਕਿ ਤੁਹਾਨੂੰ ਪਤਾ ਹੋਵੇਗਾ ਕਿ ਕੋਵਿਡ ਦੇ ਦੌਰ ਦੇ ਵਿੱਚ ਆਇਲ ਦੀ ਪ੍ਰਾਈਸ ਕਾਫੀ ਥੱਲੇ ਚਲੇ ਗਈ ਸੀ ਜੀ। ਲੇਕਿਨ ਹੁਣ ਜਿਹੜੀ OPEC ਹੈ, ਜਿਹੜੀ ਵਰਲਡ ਦੀ ਸੰਸਥਾ ਹੈ ਜਿਹੜੀ ਤੇਲ ਦੀਆਂ ਪ੍ਰਾਈਸਾਂ ਕੀਮਤਾਂ ਨਿਰਧਾਰਿਤ ਕਰਦੀ ਹੈ, ਉਹਨਾਂ ਨੇ ਇੱਕ ਆਪਣਾ ਕਾਰਟਲ ਬਣਾਇਆ ਹੋਇਆ। ਉਹ ਉਸ ਦੇ ਮੱਦੇਨਜ਼ਰ ਜਿਹੜੀ ਹੈ ਡੈਲੀਬਰੇਟਲੀ ਜਾਣਬੁੱਝ ਕੇ ਪ੍ਰੋਡਕਸ਼ਨ ਕੱਟ ਕਰਦੇ ਨੇ ਪ੍ਰਾਈਸ ਚੰਗੀ ਰੱਖਣ ਲਈ। ਬਿਲਕੁਲ, ਹੁਣ ਉਹ ਕਿਸ ਹੱਦ ਤੱਕ ਜਦੋਂ ਕਦੀ ਉਹਨਾਂ ਦੇ ਵਿੱਚ ਲੜਾਈ ਹੁੰਦੀ ਹੈ ਤੇ ਫਿਰ ਇੱਕਦਮ ਜਿਹੜੀ ਤੇਲ ਦੀ ਕੀਮਤ ਥੱਲੇ ਵੀ ਆ ਜਾਂਦੀ ਹੈ ਜੀ। ਅਗਰ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਕਿ ਅਗਰ ਉਹ ਕਾਰਟਲ ਕਾਇਮ ਰਹਿੰਦਾ, ਅਗਰ ਉਹਨਾਂ ਦੇ ਕੰਟਰੋਲ ਦੇ ਵਿੱਚ ਰਹਿੰਦਾ, ਤਾਂ ਮੇਰਾ ਖਿਆਲ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਗੈਸ ਜਿਹੜੀਆਂ ਪ੍ਰਾਈਸਿਸ ਹੈ ਉਹ ਘਟਣ ਦੇ ਅਸਾਰ ਘੱਟ ਨੇ, ਵਧਣ ਦੇ ਜ਼ਿਆਦਾ ਜੀ। ਗੁਰਿੰਦਰ ਭਾਜੀ, ਤੁਸੀਂ ਸਮਾਂ ਕੱਢਿਆ, ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਬੜੀ ਵਧੀਆ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਵਿੱਚ ਆਉਣ ਲਈ, ਔਰ ਅਗਲੇ ਐਪੀਸੋਡ ਦੇ ਵਿੱਚ ਤੁਹਾਡਾ ਫਿਰ ਅਸੀਂ ਇੰਤਜ਼ਾਰ ਕਰਾਂਗੇ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਰਦਾਰ ਗੁਰਿੰਦਰ ਸਿੰਘ ਜੀ, ਸਾਡੀ ਟੀਮ ਦੇ ਅਹਿਮ ਮੈਂਬਰ ਹਨ, ਔਰ ਇਹਨਾਂ ਨੇ ਅੱਜ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਮਸਲਿਆਂ ਦੇ ਨਾਲ, ਹੋਰ ਮਹਿਮਾਨਾਂ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਕਰਦੇ ਰਹਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਇਜਾਜ਼ਤ। ਧੰਨਵਾਦ।